ਔਰ ਪੰਜਾਬ ਦਾ ਹੈਲਥ ਮਿਨਿਸਟਰ ਤੁਸੀਂ ਦੇਖੋ, ਮੋਹਾਲੀ ਨੂੰ ਆਪਾਂ ਵਰਲਡ ਕਲਾਸ ਸਿਟੀ ਦੀਆਂ ਗੱਲਾਂ ਕਰਦੇ ਨੇ, ਬੜੇ ਸਾਰੀਆਂ ਸਰਕਾਰਾਂ ਨੇ ਕੀਤੀਆਂ ਨੇ, ਕਿਸੇ ਇੱਕ ਸਰਕਾਰ ਨੇ ਨਹੀਂ। ਔਰ ਮੋਹਾਲੀ ਦਾ ਵੀ ਡਿਸਟ੍ਰਿਕਟ ਹਸਪੀਟਲ ਜਿਹੜਾ ਉਹਦੇ 'ਚ ICU ਨਹੀਂ ਹੈ। ਇਹ ਕਿਵੇਂ ਸੋਚ ਸਕਦੇ ਹਾਂ ਵੀ ਅਸੀਂ ਮਰੀਜ਼ ਜਿਹੜੇ ਹੈਗੇ ਉਹਨਾਂ ਨੂੰ ਬਚਾਉਂਦੇ ਹੋਵਾਂਗੇ। ਜਿਹੜੀਆਂ ਤੁਸੀਂ ਸੁਣਿਆ ਹੋਊਗਾ ਵੀ ਡਾਕਟਰਾਂ ਨੂੰ ਪੈਸੇ ਮਿਲਦੇ ਆ ਜੀ, ਅੰਗ ਕੱਟ ਲੈਂਦੇ ਆ ਜੀ, ਇਹ ਜਾਣ ਕੇ ਮਾਰ ਦਿੰਦੇ ਆ ਜੀ। ਆ ਹੁਣ ਵੀ ਲੇਟੈਸਟ ਵੀ ਮੈਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਕਈ ਲੋਕ ਜਿਹੜੇ ਹੈਗੇ ਨੇ, ਮੇਰਾ ਆਪਣਾ ਸੋਸ਼ਲ ਨੈਟਵਰਕ ਵੀ ਕਾਫੀ ਹੈ, ਡਾਕਟਰ ਸਾਹਿਬ ਜੇ ਮਰੀਜ਼ ਨੂੰ ਆਪਾਂ ਸਰਕਾਰੀ ਹਸਪਤਾਲ ਲੈ ਗਏ ਜੀ, ਉਹਦਾ ਮਾਰ ਕੇ ਬਾਹਰ ਕੱਢਦੇ ਨੇ। ਹਰੀ ਕ੍ਰਾਂਤੀ ਜਿਹੜੀ ਹੈਗਾ ICU ਪੰਜਾਬ ਨੇ ਲੈ ਕੇ ਆਇਆ ਸੀ ਨਾ ਵਿੱਚ, ਜਿਹੜਾ ਹੈਗਾ 60 ਦੇ ਵਿੱਚ ਸ਼ੁਰੂ ਹੋਇਆ, ਲੇਕਿਨ ਉਹ ਪੰਜਾਬ ਦਾ ਜਿਹੜਾ ਧਰਤੀ ਸੀਗੀ ਉਹ ਵੀ ਤਾਂ ਨਿੰਬੂ ਦੀ ਤਰ੍ਹਾਂ ਨਿਚੋੜੀ ਗਈ ਨਾ ਵਿੱਚ, ਜਿਹੜੀ ਅੱਜ ਜੀ ਉਹ ਨੁਕਸਾਨ ਹੁਣ ਕਰ ਰਿਹਾ, ਉਹ ਨੁਕਸਾਨ ਕਰ ਰਿਹਾ। ਤੇ ਕਿਸਾਨ ਜਿਹੜਾ ਹੈਗਾ ਉਹਦੇ 'ਚ ਫਸਿਆ ਹੋਇਆ ਹੁਣ ਬੇਸਿਕਲੀ ਵਿੱਚ, ਜਿਹੜਾ ਹੈਗਾ ਛੋਟੀ ਖੇਤੀ ਕਰਕੇ ਵੀ ਫਸ ਗਿਆ ਤੇ ਮਾੜੀ ਖੇਤੀ ਕਰਕੇ ਵੀ ਫਸ ਗਿਆ। ਕਿ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਸਾਨੂੰ ਮਾਰਨਗੇ, ਉਹ ਇੱਕ ਹੈਗੇ ਆ ਸਿਆਸੀ ਲੋਕ, ਔਰ ਇੱਕ ਲੋਕ ਹੈਗੇ ਨੇ ਧਾਰਮਿਕ ਲੋਕ। ਔਰ ਅੱਜ ਇਹ ਗੱਲ ਪ੍ਰੂਫ ਹੋ ਗਈ ਹੈ। ਇਹ ਲੱਭ ਰਹੇ ਸਵਾ ਸਾਲ ਦੇ ਵਿੱਚ ਕੀਤਾ ਕੀ ਹੈ ਕਿ ਇੱਕ ਆਕਸੀਜਨ ਸਿਲੰਡਰ ਤਿਆਰ ਨਹੀਂ ਕਰ ਪਾਏ। ਕੋਈ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਤੇ ਹੁਣ ਜੋ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈਗਾ ਵੀ ਅਸੀਂ 551 ਜਿਹੜੇ ਸੈਂਟਰ ਬਣਾ ਦੇਵਾਂਗੇ ਹਰ ਡਿਸਟ੍ਰਿਕਟ ਦੇ ਵਿੱਚ, ਤੁਹਾਡਾ ਇੱਕ ਜਿਹੜਾ ਹੈਗਾ ਉਹ ਆਕਸੀਜਨ ਬਣਾਉਣ ਵਾਲਾ ਅਸੀਂ ਕਾਰਖਾਨਾ ਲਾ ਦੇਵਾਂਗੇ। ਤੇ ਸਵਾ ਸਾਲ ਆਪਾਂ ਕੀ ਕਰਦੇ ਦੇ ਵਿੱਚ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਵਾਗਤ ਤੇ ਮੈਂ ਜਤਿੰਦਰ ਸਿੰਘ। ਸੂਬੇ ਦੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਆ, ਗਿਣਤੀ ਕਰੋਨਾ ਪੀੜਤਾਂ ਦੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਹਾਲਾਤ ਨਹੀਂ, ਦੇਸ਼ ਭਰ ਦੇ ਵਿੱਚ ਗਿਣਤੀ ਕਰੋਨਾ ਪੀੜਤਾਂ ਦੀ ਵੱਧ ਰਹੀ ਆ ਔਰ ਨਾਲ ਦੀ ਨਾਲ ਦਿੱਕਤਾਂ ਜਿਹੜੀਆਂ ਨੇ ਉਹ ਵੀ ਲੋਕਾਂ ਨੂੰ ਕਈ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸਭ ਤੋਂ ਪਹਿਲੀ ਦਿੱਕਤ ਇਹ ਹੈ ਕਿ ਆਕਸੀਜਨ ਦੀ ਕਈ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਕਮੀ ਹੈ, ਜਿਸ ਕਰਕੇ ਮਰੀਜ਼ਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਹਸਪਤਾਲਾਂ ਦੇ ਵਿੱਚ ਭਰਤੀ ਨਹੀਂ ਕਰਵਾਇਆ ਜਾ ਰਿਹਾ। ਔਰ ਦੂਸਰੀ ਦਿੱਕਤ ਕਾਲਾ ਬਾਜ਼ਾਰੀ ਦੀ ਵੀ ਹੈ। ਵੱਖ-ਵੱਖ ਚੀਜ਼ਾਂ ਜਿਸ ਤਰ੍ਹਾਂ ਆਕਸੀਜਨ ਹੋ ਗਈ ਤਾਂ ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਕਾਲਾ ਬਾਜ਼ਾਰੀ ਹੋ ਰਹੀ ਹੈ ਔਰ ਜਿੰਨੀ ਚੀਜ਼ ਪਿੱਛੋਂ ਚੱਲਦੀ ਹੈ ਉਹ ਅੱਗੇ ਤੱਕ ਪਹੁੰਚਦੀ ਨਹੀਂ, ਯਾਨੀ ਕਿ ਹਸਪਤਾਲਾਂ ਦੇ ਵਿੱਚ ਉਹ ਮੁਹੱਈਆ ਨਹੀਂ ਹੁੰਦੀ। ਇਸ ਤੋਂ ਇਲਾਵਾ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਇਹ ਵੀ ਕਿਹਾ ਜਾਂਦਾ ਕਿ ਲੋਕ ਅਣਗਹਿਲੀਆਂ ਕਰਦੇ ਆ ਔਰ ਉਹਨਾਂ ਅਣਗਹਿਲੀਆਂ ਦੇ ਕਰਕੇ ਕਰੋਨਾ ਦੇ ਮਾਮਲੇ ਵੱਧ ਰਹੇ ਨੇ। ਔਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹੈ ਕਿ ਮੌਤਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਹੋਈ ਨਜ਼ਰ ਆ ਰਹੀ ਹੈ। ਹਸਪਤਾਲਾਂ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਨੇ, ਵੈਕਸੀਨ ਨੂੰ ਲੈ ਕੇ ਕੀ ਕੁਝ ਅਫਵਾਹਾਂ ਨੇ ਜਾਂ ਫਿਰ ਵੈਕਸੀਨ ਨੂੰ ਲੈ ਕੇ ਕੀ ਕੁਝ ਹਾਲਾਤ ਹੈ, ਕਿਉਂਕਿ ਇੱਕ ਪਾਸੇ ਤਾਂ 45 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ 45 ਸਾਲ ਤੋਂ ਜਿਹੜੇ ਘੱਟ ਉਮਰ ਵਾਲੇ ਲੋਕ ਨੇ, ਯਾਨੀ ਕਿ 18+ ਵਾਲੇ ਜਿਹੜੇ ਲੋਕ ਹੈ, ਤਾਂ ਉਹਨਾਂ ਨੂੰ 1 ਮਈ ਤੋਂ ਕਿਹਾ ਗਿਆ ਸੀ ਕਿ ਕਰੋਨਾ ਦੀ ਵੈਕਸੀਨ ਦਿੱਤੀ ਜਾਏਗੀ, ਕਰੋਨਾ ਦੀ ਡੋਜ਼ ਜਿਹੜੀ ਆ ਵੈਕਸੀਨ ਦੀ ਉਹ ਦਿੱਤੀ ਜਾਏਗੀ। ਪਰ ਕੀ ਤਿਆਰੀਆਂ ਉਸ ਨੂੰ ਲੈ ਕੇ ਮੁਕੰਮਲ ਕਰ ਲਈਆਂ ਗਈਆਂ ਨੇ? ਕਿ ਜਿਹੜੇ ਇੰਸਟੀਚਿਊਟ ਇਹ ਦਵਾਈਆਂ ਬਣਾ ਰਹੇ ਨੇ, ਇਹ ਵੈਕਸੀਨ ਬਣਾ ਰਹੇ ਆ, ਕਿ ਉਹਨਾਂ ਦੀਆਂ ਤਿਆਰੀਆਂ ਪੂਰੀਆਂ ਨੇ? ਸਰਕਾਰ ਕੋਲੇ ਉਹ ਦਵਾਈਆਂ ਪਹੁੰਚਾਉਣ ਦੀ ਗੱਲ ਜਿਹੜੀ ਆ ਉਹ ਕਹਿ ਰਹੇ ਨੇ। ਇਹ ਸਾਰੇ ਤੇ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਸਾਬਕਾ ਸਿਵਲ ਸਰਜਨ ਡਾਕਟਰ ਦਲਦੇਰ ਸਿੰਘ ਮੁਲਤਾਨੀ ਹੋਣਗੇ, ਜੋ ਕਿ ਇਹਨਾਂ ਮਾਮਲਿਆਂ ਦੇ ਉੱਤੇ ਚੰਗੀ ਤਰ੍ਹਾਂ ਪਕੜ ਰੱਖਦੇ ਆ ਔਰ ਤਾਜ਼ਾ ਹਾਲਾਤ ਕੀ ਨੇ ਦੇਸ਼ ਦੇ, ਪੰਜਾਬ ਦੇ, ਉਸ ਬਾਰੇ ਬਾਖੂਬੀ ਜਾਣਦੇ ਆ। ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਤਾਂ ਫਿਰ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇਹ ਦੱਸੋ ਕਿ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸੋ ਕਰੋਨਾ ਦੇ ਹਾਲਾਤ ਕਿਸ ਤਰ੍ਹਾਂ ਦੇ ਆ? ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਕਰੋਨਾ ਦੇ ਮਾਮਲੇ ਦਿਨ ਬ ਦਿਨ ਵੱਧ ਰਹੇ ਨੇ, ਮੌਤਾਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ, ਕੀ ਇਹ ਵਾਕਿਆ ਹੀ ਸੱਚ ਹੈ ਜਾਂ ਫਿਰ ਅਫਵਾਹਾਂ? ਪਹਿਲਾਂ ਤਾਂ ਜਤਿੰਦਰ ਜੀ ਜਿਹੜਾ ਹੈਗਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੁਬਾਰਾ ਸਤਿ ਸ਼੍ਰੀ ਅਕਾਲ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕਰੋਨਾ ਨੂੰ ਇੰਡੀਆ ਦੇ ਵਿੱਚ, ਜੇ ਤੁਸੀਂ ਜਾਣਦੇ ਹੋ ਕਿ ਪਿਛਲੇ 1.25 ਸਾਲ ਹੋ ਚੁੱਕਿਆ ਹੈ ਔਰ ਲੋਕਾਂ ਨੇ ਕਿਵੇਂ ਚੁਟਕਲੇ ਬਣਾਏ ਇਸ ਦੇ ਉੱਤੇ, ਤੇ ਕਈ ਲੋਕਾਂ ਨੇ ਤਾਂ ਇਸ ਨੂੰ ਇੱਕ ਐਵੇਂ ਹਊਆ ਜਿਹਾ ਕਰਾਰ ਦਿੱਤਾ ਹੈ। ਪਰ ਮੈਂ ਮੈਡੀਕਲ ਮੈਨ ਹੋਣ ਦੇ ਨਾਤੇ ਇਹ ਗੱਲ ਕਹਾਂਗਾ ਕਿ ਇਹ ਬਿਮਾਰੀ ਜਿਹੜੀ ਹੈ ਇਹ ਬੜੀ ਖਤਰਨਾਕ ਬਿਮਾਰੀ ਹੈ। ਔਰ ਪੰਜਾਬੀ 'ਚ ਅਸੀਂ ਇਹ ਕਹਿੰਦੇ ਹਾਂ ਕਿ ਜਿਹਨੂੰ ਚਿੰਬੜ ਜਾਂਦੀ ਹੈ ਉਸ ਦੇ ਗਲੋਂ ਨਹੀਂ ਉਤਰਦੀ, ਉਸ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ, ਸਿਹਤ ਦਾ ਵੀ ਨੁਕਸਾਨ ਕਰਦੀ ਹੈ, ਪਰਿਵਾਰ ਦਾ ਨੁਕਸਾਨ ਕਰਦੀ ਹੈ ਔਰ ਪੈਸੇ ਦਾ ਨੁਕਸਾਨ ਕਰਦੀ ਹੈ। ਸੋ ਜਿਹੜੇ ਲੋਕ ਅੱਜ ਜੋ ਹਾਲਾਤ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਰਿਪੋਰਟ ਹੋ ਰਹੇ ਨੇ, ਮੈਨੂੰ ਤਾਂ ਸਗੋਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਇਹ ਅੰਡਰ ਰਿਪੋਰਟਿੰਗ ਹੋ ਰਹੀ ਹੈ। ਕੇਸਿਸ ਇਸ ਤੋਂ ਵੀ ਜ਼ਿਆਦਾ ਹੈਗੇ ਨੇ। ਡੈਥਸ ਬਾਰੇ ਵੀ ਬਹੁਤ ਕੁਝ ਆ ਰਿਹਾ ਹੈ ਕਿ ਕਈ ਸਾਰੀਆਂ ਡੈਥਸ ਜਿਹੜੀਆਂ ਉਹ ਲੁਕਾਈਆਂ ਵੀ ਜਾ ਰਹੀਆਂ ਨੇ ਵਿੱਚ। ਸੋ ਆਪਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਬਹੁਤ ਗੰਭੀਰ ਹਾਲਾਤ ਨੇ, ਇਹਨਾਂ ਨੂੰ ਸੌਖੇ 'ਚ ਨਹੀਂ ਲੈਣਾ ਚਾਹੀਦਾ ਸਾਨੂੰ।
ਔਰ ਡਾਕਟਰਾਂ ਦੀਆਂ ਸਰਕਾਰ ਦੀਆਂ ਹਦਾਇਤਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਸਾਰਿਆਂ ਨੂੰ ਮੰਨਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਕਿਤੇ ਨਾ ਕਿਤੇ ਰੁਕ ਜਾਵੇ। ਨਹੀਂ ਤਾਂ ਇਹ ਜਿਹੜੀ ਸੈਕੰਡ ਵੇਵ ਆਈ ਹੈ ਇਹ ਪਹਿਲੀ ਵੇਵ ਦੇ ਨਾਲੋਂ ਬਹੁਤ ਜ਼ਿਆਦਾ ਇਨਫੈਕਸ਼ੀਅਸ ਤੇ ਮੌਤਾਂ ਵੀ ਜ਼ਿਆਦਾ ਹੋਈਆਂ ਨੇ। ਵਿੱਚ ਮੰਨਿਆ ਗਿਆ ਸੀਗਾ ਕਿ ਸ਼ਾਇਦ ਥੋੜ੍ਹਾ ਜਿਹਾ ਵੇਰੀਐਂਟ ਜਿਵੇਂ ਆਪਾਂ ਮੰਨ ਕੇ ਚੱਲੇ ਸੀਗੇ ਕਿ ਇਹ ਸ਼ਾਇਦ ਸੈਕੰਡ ਵੇਰੀਐਂਟ ਹੈਗਾ ਔਰ ਇਹ ਇਨਫੈਕਸ਼ੀਅਸ ਜ਼ਿਆਦਾ ਹੈ ਲੇਕਿਨ ਫੈਟਿਲਿਟੀ ਘੱਟ ਹੈ। ਪਰ ਇਹ ਦੇਖਣ ਨੂੰ ਜੋ ਮਿਲ ਰਿਹਾ ਇਹ ਤਾਂ ਬਹੁਤ ਹੀ ਖਤਰਨਾਕ ਗੱਲ ਹੈਗੀ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਸੈਕਿੰਡ ਵੇਰੀਐਂਟ ਦੀ ਗੱਲ ਕੀਤੀ ਹੈ। ਇਹ ਜੋ ਦੂਸਰਾ ਵੇਰੀਐਂਟ ਆਇਆ ਇਸ ਦੇ ਵਿੱਚ ਪਹਿਲੇ ਜੋ ਕਰੋਨਾ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਸੀ ਜਾਂ ਫਿਰ ਜੋ ਕਰੋਨਾ ਦੀ ਪਹਿਲੀ ਵੇਵ ਸੀ ਉਹਦੇ ਨਾਲੋਂ ਕੀ ਫਰਕ ਹੈ, ਕਿਸ ਤਰ੍ਹਾਂ ਇਸ ਦੇ ਵਿੱਚ ਫਰਕ ਮਹਿਸੂਸ ਕੀਤਾ ਜਾ ਸਕਦਾ? ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਇੱਕ ਹਊਆ ਜਿਹੜਾ ਉਹ ਕਾਫੀ ਜ਼ਿਆਦਾ ਸੀਗਾ, ਲੋਕਾਂ ਨੇ ਸਾਵਧਾਨੀਆਂ ਵੀ ਕਾਫੀ ਜ਼ਿਆਦਾ ਵਰਤੀਆਂ ਕਿਉਂਕਿ ਪਹਿਲੀ ਵਾਰ ਇਹ ਬਿਮਾਰੀ ਦੇਸ਼ ਦੇ ਵਿੱਚ ਐਂਟਰ ਹੋਈ ਸੀਗੀ। ਦੁਨੀਆ ਦੇ ਵਿੱਚ ਆਪਾਂ ਕਹਿ ਸਕਦੇ ਕਿ ਪਹਿਲੀ ਵਾਰ ਇਸ ਤਰ੍ਹਾਂ ਦੀ ਬਿਮਾਰੀ ਨੇ ਦਸਤਕ ਦਿੱਤੀ ਸੀ ਤਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ, ਸਰਕਾਰਾਂ ਨੂੰ ਸਮਝ ਨਹੀਂ ਆ ਰਹੀ ਸੀ, ਡਾਕਟਰਾਂ ਨੂੰ ਸਮਝ ਨਹੀਂ ਆ ਰਹੀ ਸੀ, ਵਿਗਿਆਨੀਆਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਕਿਸ ਤਰ੍ਹਾਂ ਦੀ ਬਿਮਾਰੀ ਹੈ। ਪਰ ਜੋ ਹੁਣ ਦੂਜੀ ਵੇਵ ਆਈ ਹੈ, ਹਾਲਾਂਕਿ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਰਿਸਰਚ ਹੋ ਚੁੱਕੀਆਂ ਨੇ, ਕਈ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਕਿ ਕੀਤੀਆਂ ਗਈਆਂ ਹੋਣਗੀਆਂ, ਪਰ ਉਸ ਦੇ ਬਾਵਜੂਦ ਇੱਕ ਦੂਸਰੀ ਵੇਵ ਜਿਹੜੀ ਆਈ ਹੈ ਤਾਂ ਉਹ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਕੁਝ ਹੀ ਦਿਨਾਂ ਦੇ ਵਿੱਚ। ਇਹਦੇ 'ਚ ਜਤਿੰਦਰ ਜੀ ਇੱਕ ਵੱਲ ਨੂੰ ਆਪਾਂ ਨੂੰ ਪਹਿਲਾਂ ਨਾ ਇਹ ਸ਼ੁਰੂ 'ਚ ਹੀ ਆਪਾਂ ਨੂੰ ਖਿਆਲ ਰੱਖਣਾ ਪਏਗਾ, ਹਰ ਇੱਕ ਆਦਮੀ ਵਾਸਤੇ ਹੈ ਕਿ ਇਹ ਜਿਹੜੀ ਕਰੋਨਾ ਜਿਹਨੂੰ ਕੋਵਿਡ-19 ਆਪਾਂ ਕਿਹਾ ਬਿਮਾਰੀ ਜਿਹੜੀ ਹੈਗੀ ਨੋਵਲ ਕੋਵਿਡ ਜਿਹੜੀ ਆਈ ਹੈ, ਇਹ ਬਿਮਾਰੀ ਦੇ ਬਾਰੇ 'ਚ ਨਾ ਅਜੇ ਤੱਕ 100% ਜੇ ਆਪਾਂ ਇਹ ਸੋਚੀਏ ਕਿ ਇਸ ਦੀ ਸਾਰੀ ਬਣਤਰ ਬਾਰੇ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਚੁੱਕਿਆ ਤੇ ਇਹਦਾ ਫਲਾਅ ਕਿਵੇਂ ਹੁੰਦਾ ਹੈ ਉਸ ਦਾ ਪਤਾ ਲੱਗਿਆ, ਫਿਰ ਇਹ ਬੋਡੀ ਦੇ ਕਿਹੜੇ ਸਿਸਟਮ ਨੂੰ ਜ਼ਿਆਦਾ ਇਫੈਕਟ ਕਰਦੀ ਹੈ ਔਰ ਇਸ ਦੇ ਉੱਤੇ ਕਿਹੜੀ ਦਵਾਈ ਇਫੈਕਟਿਵ ਹੈ, ਇਹ ਸਾਰੀਆਂ ਗੱਲਾਂ ਹੁਣ ਦੀ ਕਿਹੜੀ ਡਿਬੇਟੇਬਲ ਨੇ ਔਰ ਸਾਇੰਟਿਸਟ ਦੇ ਵੱਖਰੇ ਵੱਖਰੇ ਵਿਊਜ਼ ਵੀ ਹੈ ਇਹਨਾਂ ਸਾਰੀਆਂ ਬਾਰੇ। ਜਿਸ ਤਰ੍ਹਾਂ ਤੁਸੀਂ ਇਹ ਪੁੱਛਿਆ ਕਿ ਜਿਹੜੀ ਸੈਕੰਡ ਵੇਵ ਆਈ ਹੈ ਇਹ ਕਰੋਨਾ ਜਿਹੜਾ ਪਹਿਲੇ ਵਾਲੀ ਵੇਵ ਵਾਲਾ ਕਰੋਨਾ ਉਹ ਤਾਂ ਹੈ ਹੀ ਹੈ, ਉਹਦੇ ਨਾਲ ਹੀ ਨਾਲ ਇਹ ਆਇਆ ਸੀਗਾ ਕਿ ਸ਼ਾਇਦ ਜਿਹੜੀ ਯੂਕੇ ਵਾਲੀ ਸਟ੍ਰੇਨ ਸੀਗੀ ਉਹ ਸਟ੍ਰੇਨ ਪੰਜਾਬ ਦੇ ਵਿੱਚ ਜਦੋਂ ਆਪਾਂ ਮੰਨ ਕੇ ਚੱਲੇ ਹਾਂ ਤੇ ਉਹ ਇਹ ਸੈਕੰਡ ਮਿਊਟੈਂਟ ਜਿਹੜਾ ਹੈਗਾ ਇਸ ਦਾ ਆਇਆ ਡਬਲ ਸਟ੍ਰੇਨ ਜਿਹਨੂੰ ਆਪਾਂ ਕਹਿੰਦੇ ਹਾਂ ਡਬਲ ਮਿਊਟੈਂਟ ਰਾਦਰ, ਉਹ ਉਹਦੇ ਕੇਸਿਸ ਕਾਫੀ ਜ਼ਿਆਦਾ ਆਏ ਪਿੱਛੇ ਜੇ ਜਦੋਂ ਆਪਾਂ ਉਹਦੀ ਜੈਨੇਟਿਕ ਦੀ ਗੱਲ ਕਰਦੇ ਹਾਂ ਕਿ ਉਸ ਦਾ ਸਾਰਾ ਜਿਹੜਾ ਸਟਰਕਚਰ ਬਾਰੇ ਜਦੋਂ ਆਪਾਂ ਉਸ ਦੀ ਜੈਨੇਟਿਕ ਸਟਰਕਚਰ ਜਦੋਂ ਉਹਦੀ ਕੱਢੀ ਤਾਂ ਉਹ ਉਹਦੇ 'ਚ ਲੱਗ ਰਿਹਾ ਸੀਗਾ ਕਿ ਇਹ ਯੂਕੇ ਵਾਲਾ ਸਟ੍ਰੇਨ ਹੈ ਔਰ ਕਾਫੀ ਜ਼ਿਆਦਾ ਕੇਸਿਸ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਬਹੁਤ ਵੱਡੀ ਅਮਾਊਂਟ ਦੇ ਵਿੱਚ ਯੂਕੇ ਵਾਲੇ ਕੇਸਿਸ ਆਏ ਨੇ। ਪਰ ਇਹਦੇ ਬਾਰੇ ਇੱਕ ਗੱਲ ਜ਼ਰੂਰ ਕਹੀ ਗਈ ਸੀ ਕਿ ਇਹ ਇਨਫੈਕਸ਼ੀਅਸ ਪਹਿਲੇ ਨਾਲੋਂ ਵੀ ਜ਼ਿਆਦਾ ਮਤਲਬ ਫੈਲਦੀ ਜ਼ਿਆਦਾ ਹੈ, ਲੇਕਿਨ ਇਹਦੇ ਨਾਲ ਮੌਤਾਂ ਘੱਟ ਕਿਹਾ ਗਿਆ ਸੀਗਾ। ਲੇਕਿਨ ਜਿੱਥੇ ਤੱਕ ਆਪਾਂ ਨੂੰ ਪੰਜਾਬ ਦੀ ਗੱਲ ਹੈ, ਜੇ ਤੁਸੀਂ ਦੇਖਿਆ ਹੋਵੇ ਤਾਂ ਪੰਜਾਬ ਦਾ ਜਿਹੜਾ ਡੈਥ ਰੇਟ ਹੈ ਉਹ ਪਹਿਲਾ ਸਟ੍ਰੇਨ ਹੋਵੇ ਜਾਂ ਦੂਜਾ ਸਟ੍ਰੇਨ ਹੋਵੇ ਇਹਦੇ 'ਚ ਪੰਜਾਬ ਦਾ ਡੈਥ ਰੇਟ ਜਿਹੜਾ ਹੈਗਾ ਉਹ ਇੰਡੀਆ ਦੇ ਡੈਥ ਦੇ ਨਾਲੋਂ ਆਲਮੋਸਟ ਡਬਲ ਰਿਹਾ ਵਿੱਚ। ਮਲਟੀਪਲ ਫੈਕਟਰਸ ਨੇ ਬੜੀ ਹਾਂਜੀ ਜੀ ਮਾਫ ਕਰਨਾ ਮੈਂ ਰੁਕਣਾ ਚਾਹੂੰਗਾ, ਪਰ ਵਜ੍ਹਾ ਕੀ ਹੈ ਇਹਦੇ ਪਿੱਛੇ ਦੀ ਵਜ੍ਹਾ ਕੀ ਹੈ, ਕਿਉਂ ਇਹ ਲੱਗਦਾ ਕਿ ਪੰਜਾਬ ਦਾ ਜਿਹੜਾ ਡੈਥ ਰੇਟ ਆ ਉਹ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਆ? ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਮੌਤਾਂ ਹੋ ਚੁੱਕੀਆਂ ਲੁਧਿਆਣੇ ਦੇ ਵਿੱਚ। ਇੱਕ ਗੱਲ ਹੋਰ ਪਹਿਲਾਂ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਸਾਡਾ ਮਕਸਦ ਕੋਈ ਇੱਥੇ ਲੋਕਾਂ ਨੂੰ ਡਰਾਉਣ ਦਾ ਨਹੀਂ, ਪਰ ਸਾਵਧਾਨੀ ਜਿਹੜੀ ਆ ਉਹ ਵਰਤਣੀ ਬਹੁਤ ਜ਼ਰੂਰੀ ਆ ਕਿਉਂਕਿ ਜੇਕਰ ਆਪਣਾ ਜੀ ਕੋਈ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਗਿਆ ਔਰ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤਾਂ ਫਿਰ ਆਪਣੇ ਕੋਲੇ ਪਛਤਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਣਾ। ਇਸ ਕਰਕੇ ਪਹਿਲਾਂ ਹੀ ਸਾਵਧਾਨੀਆਂ ਵਰਤ ਲਈਆਂ ਜਾਣ, ਤਾਂ ਕਰਕੇ ਹੀ ਸਾਡਾ ਮਕਸਦ ਹੈ ਕਿ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਉਹਨਾਂ ਤੋਂ ਸਾਰੀਆਂ ਉਹ ਚੀਜ਼ਾਂ ਜਾਣ ਰਹੇ ਹਾਂ ਕਿ ਜਿਸ ਦੇ ਨਾਲ ਸਾਵਧਾਨੀਆਂ ਰੱਖੀਆਂ ਜਾ ਸਕਦੀਆਂ, ਜਿਸ ਦੇ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ। ਜੀ ਡਾਕਟਰ ਸਾਹਿਬ, ਮੇਰਾ ਸਵਾਲ ਇਹੀ ਸੀਗਾ ਕਿ ਪੰਜਾਬ ਦਾ ਡੈਥ ਰੇਟ ਕਿਉਂ ਜ਼ਿਆਦਾ ਬਾਕੀਆਂ ਦੇ ਨਾਲ? ਉਹਦੇ 'ਚ ਆਪਾਂ ਨੂੰ ਇਹ ਮੰਨਣਾ ਪਏਗਾ ਕਿ ਇਹਦੇ 'ਚ ਮਲਟੀਪਲ ਰੀਜ਼ਨਸ ਹੈਗੇ ਨੇ। ਸਭ ਤੋਂ ਵੱਡਾ ਰੀਜ਼ਨ ਜਿਹੜਾ ਹੁਣ ਸਾਰਿਆਂ ਦੇ ਸਾਹਮਣੇ ਆ ਰਿਹਾ ਇੱਕਦਮ ਹੀ, ਉਹ ਹੈਗਾ ਕਿ ਪੰਜਾਬ ਦੀ ਇਨਫਰਾਸਟ੍ਰਕਚਰ ਜਿਹੜੀ ਹੈਗੀ ਹੈ ਸਿਹਤ ਦੀ ਉਹ ਇੰਨੀ ਕੁ ਮਾੜੀ ਹੈ ਕਿ ਜਦੋਂ ਮਰੀਜ਼ ਨੂੰ ਟ੍ਰੀਟ ਕਰਨ ਦੀ ਗੱਲ ਆਉਂਦੀ ਆਪਾਂ ਨਾ ਨੋਰਮਲੀ ਇੱਕ ਸਟੇਜ ਦੇ ਵਿੱਚ ਕੋਈ ਇਵੈਂਟ ਹੁੰਦਾ ਤਾਂ 3 ਫਾਰਮ ਵਿੱਚ ਆਉਂਦਾ। ਪਹਿਲਾਂ ਇਹ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨਾ, ਪ੍ਰੀਵੈਂਟਿਵ ਪ੍ਰਮੋਟਿਵ ਜਿਹਨੂੰ ਆਪਾਂ ਵਰਡ ਯੂਜ਼ ਕਰਦੇ ਹਾਂ, ਜਿਹਦੇ 'ਚ ਪੰਜਾਬ ਵੀ ਕਾਫੀ ਜ਼ਿਆਦਾ ਅੱਗੇ ਹੈ ਔਰ ਇੰਡੀਆ ਵੀ ਹੈ ਕਿਉਂਕਿ ਜਦੋਂ ਪੋਲੀਓ ਦੀ ਕੰਪੇਨ ਚੱਲੀ ਸੀ ਨਾ ਉਹਦੇ 'ਚ ਇੱਕ ਬਹੁਤ ਵਧੀਆ ਸੈਟਅਪ ਬਣ ਚੁੱਕਿਆ ਹੋਇਆ ਸੀ। ਸਾਡਾ ਜਿਹੜਾ ਸਟਾਫ ਹੈ ਨਾ ਜਿਹਨੇ ਲੋਕਾਂ ਨੂੰ ਜਾ ਕੇ ਸਿਖਾਉਣਾ ਹੁੰਦਾ ਹੈ, ਦੱਸਣਾ ਹੁੰਦਾ ਕਿ ਕਰੋਨਾ ਵਰਗੀ ਬਿਮਾਰੀ ਹੈਗੀ ਹੈ, ਉਸ ਤਰ੍ਹਾਂ ਦਾ ਸੈਟਅਪ ਤਾਂ ਬਹੁਤ ਵਧੀਆ। ਉਹਨੂੰ ਅਸੀਂ ਪ੍ਰੀਵੈਂਟਿਵ ਪ੍ਰਮੋਟਿਵ ਕਹਿੰਦੇ ਹਾਂ ਕਿ ਤੁਹਾਨੂੰ ਬਿਮਾਰੀ ਨਾ ਲੱਗੇ। ਉਹ ਸੈਟਅਪ ਤਾਂ ਬਣਿਆ ਹੋਇਆ ਆਪਣੇ ਕੋਲ ਵਧੀਆ, ਲੇਕਿਨ ਮੁਸ਼ਕਿਲ ਆਉਣੀ ਸੀ ਕਿ ਜਦੋਂ ਮਰੀਜ਼ ਬਣ ਕੇ ਉਸਨੇ ਹਸਪਤਾਲ ਦੇ ਵਿੱਚ ਆਉਣਾ ਸੀਗਾ ਉਦੋਂ ਹਸਪਤਾਲਾਂ ਦੀ ਜਿਹੜੀ ਇੰਨੀ ਮਾੜੀ ਹਾਲਤ, ਸ਼ਾਇਦ ਤੁਸੀਂ ਮੀਡੀਆ 'ਚ ਤੁਸੀਂ ਵੀ ਜਿਹੜਾ ਹੈਗਾ ਉਹਦੇ ਨਾਲ ਰਿਲੇਟਡ ਹੋਣ ਦੇ ਨਾਤੇ ਤੁਸੀਂ ਵੀ ਸੁਣਿਆ ਹੋਣਾ ਹੈ ਕਿ ਪੰਜਾਬ ਦੇ ਵਿੱਚ 22 ਡਿਸਟ੍ਰਿਕਟ ਨੇ ਔਰ 22 ਡਿਸਟ੍ਰਿਕਟਸ ਦੇ ਵਿੱਚੋਂ 5 ਜਿਹੜੇ ਵੱਡੇ ਡਿਸਟ੍ਰਿਕਟਸ ਹੈਗੇ ਨੇ ਜਿਨ੍ਹਾਂ 'ਚ 3 ਤਾਂ ਮੈਡੀਕਲ ਕਾਲਜਸ ਵਾਲੇ ਨੇ, ਜਿਵੇਂ 'ਚ ਅੰਮ੍ਰਿਤਸਰ, ਪਟਿਆਲਾ,
ਤੇ ਫਰੀਦਕੋਟ। ਔਰ 2 ਵੱਡੇ ਡਿਸਟ੍ਰਿਕਟ ਜਲੰਧਰ, ਉੱਥੇ ਵੀ ਮੈਡੀਕਲ ਕਾਲਜ ਹੈ, ਪ੍ਰਾਈਵੇਟ ਮੈਡੀਕਲ ਕਾਲਜ ਪਿਮਸ ਦਾ ਨਾਮ ਤੁਸੀਂ ਸੁਣਿਆ ਹੋਣਾ। ਇੱਦਾਂ ਹੀ ਲੁਧਿਆਣੇ ਦੇ ਵਿੱਚ ਵੀ ਮੈਡੀਕਲ ਕਾਲਜ DMC ਐਂਡ CMC ਨੇ ਵਿੱਚ। ਇਹਨਾਂ 5 ਡਿਸਟ੍ਰਿਕਟਸ ਨੂੰ ਛੱਡ ਕੇ ਜਿਹੜੇ ਬਾਕੀ 17 ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ ICU ਨਹੀਂ ਹੈ ਡਿਸਟ੍ਰਿਕਟ ਹਸਪੀਟਲ, ਬਲਕਿ ਗਵਰਨਮੈਂਟ ਦਾ ਕੋਈ ਵੀ ICU ਨਹੀਂ ਹੈ। ਫਿਰ ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਆਪਾਂ ਕਿਵੇਂ ਬਚਾਵਾਂਗੇ ਜਿਹੜੇ ਲੋਕਾਂ ਨੂੰ ਜਿਹੜੀ ਹੈਗੀ ਹੈ। ਔਰ ਪੰਜਾਬ ਦਾ ਹੈਲਥ ਮਿਨਿਸਟਰ ਤੁਸੀਂ ਦੇਖੋ, ਮੋਹਾਲੀ ਨੂੰ ਆਪਾਂ ਇੱਕ ਵਰਲਡ ਕਲਾਸ ਸਿਟੀ ਦੀਆਂ ਗੱਲਾਂ ਕਰਦੇ ਨੇ, ਬੜੇ ਸਾਰੀਆਂ ਸਰਕਾਰਾਂ ਨੇ ਕੀਤੀਆਂ ਨੇ, ਕਿਸੇ ਇੱਕ ਸਰਕਾਰ ਨੇ ਨਹੀਂ। ਔਰ ਮੋਹਾਲੀ ਦਾ ਵੀ ਡਿਸਟ੍ਰਿਕਟ ਹਸਪੀਟਲ ਜਿਹੜਾ ਉਹਦੇ 'ਚ ICU ਨਹੀਂ ਹੈ। ਅਗਰ ਮੋਹਾਲੀ ਦੇ ਡਿਸਟ੍ਰਿਕਟ ਦੇ ਵਿੱਚ ਕੋਈ ਬਿਮਾਰ ਹੁੰਦਾ ਹੈ ਜਿਹਨੂੰ ICU ਦੀ ਜ਼ਰੂਰਤ ਹੁੰਦੀ ਹੈ, ਉਹਨੂੰ ਪਟਿਆਲੇ ਜਾਣਾ ਪਊਗਾ। ਨੀਅਰੈਸਟ ਤੁਸੀਂ ਆਪੇ ਹਿਸਾਬ ਲਾ ਲਓ 70 ਕਿਲੋਮੀਟਰ ਹੈ ਪਟਿਆਲਾ ਜਿਹੜਾ ਹੈਗਾ। ਜੇ ਆਪਾਂ ਸਿਰਫ ਬੱਸ ਸਟੈਂਡ ਤੋਂ ਬੱਸ ਸਟੈਂਡ ਦੀਆਂ ਗੱਲਾਂ ਕਰੀਏ ਤੇ ਆਪਾਂ ਫਿਰ ਇਹ ਕਿਵੇਂ ਸੋਚ ਸਕਦੇ ਹਾਂ ਵੀ ਅਸੀਂ ਮਰੀਜ਼ ਜਿਹੜੇ ਹੈਗੇ ਉਹਨਾਂ ਨੂੰ ਬਚਾਉਂਦੇ ਹੋਵਾਂਗੇ। ਫਿਰ ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਪੰਜਾਬ ਦਾ ਜਿਹੜਾ ਹੈਲਥ ਡਿਪਾਰਟਮੈਂਟ ਦਾ ਸਟਾਫ ਹੈ, ਜਿਹਨੂੰ ਮੋਟੀਵੇਟ ਕਰਕੇ, ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਉਹਨਾਂ ਨੇ ਅੱਗੇ ਲੱਗਣਾ ਸੀਗਾ, ਲੋਕਾਂ ਨੂੰ ਦੱਸਣਾ ਸੀ, ਸਿਖਾਉਣਾ ਸੀਗਾ। ਆ ਹੁਣ ਵੈਕਸੀਨ ਲੱਗ ਰਹੀ ਹੈ ਵਿੱਚ, ਉਹਦੇ 'ਚ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਵਾਲਾ ਸਾਡਾ ਸਟਾਫ ਹੈ, ਅਪਰੋਕਸੀਮੇਟਲੀ ਜਿਹੜਾ ਹੈਗਾ 40 to 50% ਟੋਟਲ ਸਟਾਫ ਦਾ ਹਿੱਸਾ ਹੈ, ਉਹ ਤਾਂ ਸਟ੍ਰਾਈਕ ਤੇ ਬੈਠਾ ਹੋਇਆ ਹੈ। ਔਰ ਉਹ ਇਹ ਗੱਲ ਕਹਿ ਰਿਹਾ ਹੈ ਕਿ ਸਾਡਾ ਕੰਮ ਜਿਹੜਾ ਹੈਗਾ ਉਸ ਨੂੰ ਸਾਡੀਆਂ ਜਿਹੜੀਆਂ ਇਹ ਬੇਟੀਆਂ ਨੇ, ਕਿਉਂਕਿ ਬਹੁਤਾ ਸਾਰਾ ਸਾਡਾ ਜਿਹੜਾ ਫੀਮੇਲ ਸਟਾਫ ਜਿਹੜਾ ਹੈਗਾ ਨਾ, ਉਹ ਤਕਰੀਬਨ 70-80% ਸਟਾਫ ਜਿਹੜਾ ਫੀਮੇਲ ਸਟਾਫ ਹੈ ਹੈਲਥ ਡਿਪਾਰਟਮੈਂਟ ਦਾ, ਜਿਹੜਾ ਖਾਸ ਕਰਕੇ ਜਿਹੜਾ ਫਰੰਟ ਲਾਈਨ ਹੈਗਾ, ਜਿਹਦੇ 'ਚ ਆਸ਼ਾ ਵਰਕਰਸ ਆਉਂਦੇ ਨੇ, ਸਾਡੇ ANMs ਆਉਂਦੇ ਨੇ, ਸਟਾਫ ਨਰਸਿਸ ਹੁੰਦੀਆਂ ਨੇ, ਲੈਬੋਰਟਰੀ ਟੈਕਨੀਸ਼ੀਅਨਸ ਹੁੰਦੇ ਨੇ, ਸਾਡੇ ਹੁਣ CHO ਆ ਗਏ ਵਿੱਚ, ਜਿਹਨੂੰ ਕਮਿਊਨਿਟੀ ਹੈਲਥ ਆਫੀਸਰ ਕਹਿੰਦੇ ਆ, ਤੇ ਉਹਦੇ ਨਾਲ ਥੋੜਾ ਸਟਾਫ ਜਿਹੜਾ ਮੇਲ ਸਟਾਫ ਹੁੰਦਾ, ਉਹਦੇ 'ਚ ਮੇਲ ਵਰਕਰਸ ਹੁੰਦੇ ਨੇ ਵਿੱਚੋਂ। ਸੋ ਇਹ ਸਟਾਫ ਜਿਹੜਾ ਹੈਗਾ ਨਾ, ਇਹ ਡੀਮੋਟੀਵੇਟਡ ਹੋਇਆ ਜਿਹੜਾ ਹੈਗਾ ਬੈਠਾ ਹੋਇਆ। ਔਰ ਪਿੱਛੇ ਜੇ ਇੱਕ ਸਟਾਫ ਨੇ ਤਾਂ ਮਰਨ ਵਰਤ ਵੀ ਰੱਖਿਆ ਹੋਇਆ ਸੀਗਾ। ਇਹਨਾਂ ਦੀ ਬੜੀ ਛੋਟੀ ਜੀ ਮੰਗ ਹੈਗੀ ਹੈ, ਜਿਹੜੀ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਸੀ ਕਿ ਅਸੀਂ ਇੱਕ ਪਾਸੇ ਤਾਂ ਨਾਰਾ ਲਾਉਂਦੇ ਹਾਂ ਬੇਟੀ ਬਚਾਓ ਬੇਟੀ ਪੜ੍ਹਾਓ, ਔਰ ਦੂਜੇ ਪਾਸੇ ਬੇਟੀਆਂ ਜਿਹੜੀਆਂ ਨੇ ਉਹ ਇੱਕ ਡਿਪਾਰਟਮੈਂਟ ਦੀਆਂ 60-70% ਬੇਟੀਆਂ ਜਿਹੜੀਆਂ ਨੇ ਉਹ ਸੜਕਾਂ ਤੇ ਰੁਲਦੀਆਂ ਹੋਣ। ਆਪਾਂ ਕਿਵੇਂ ਸੋਚ ਸਕਦੇ ਹਾਂ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਲੋਕ ਹਿੱਤ 'ਚ ਕੰਮ ਕਰਦੀ ਹੈ ਜਾਂ ਸਮਾਜ ਹਿੱਤ 'ਚ ਕੰਮ ਕਰਦੀ ਹੈ ਜਾਂ ਆਪਣੇ EMPLOYEES ਨੂੰ ਮੋਟੀਵੇਟ ਕਰਕੇ ਰੱਖਦੀ ਹੈ। ਉੱਪਰੋਂ ਦੀ ਤੁਸੀਂ ਦੇਖੋ ਕੀ ਹੋਇਆ ਕਿ ਜਿਹੜਾ ਆਪਣਾ ਹੈਲਥ ਮਿਨਿਸਟਰ ਹੈਗਾ, ਉਹਨਾਂ ਨੇ ਤਾਂ ਸ਼ੁਰੂ 'ਚ ਹੀ ਲਿਖ ਕੇ ਲਾਤਾ ਸੀ ਆਪਣੇ ਘਰ ਦੇ ਬਾਹਰ ਨੋ ਪਬਲਿਕ ਡੀਲਿੰਗ, ਤੇ ਫਿਰ ਆਪਾਂ ਕਿਸ ਤਰ੍ਹਾਂ ਸੋਚ ਸਕਦੇ ਹਾਂ। ਮੇਰੇ ਕੋਲ ਤਾਂ ਵੈਸੇ ਹਾਂ, ਮੈਂ ਇੱਕ ਗੱਲ ਕਹਿ ਰਿਹਾ ਸੀਗਾ ਕਿ ਜਿਹੜੀ ਇਨਫਰਾਸਟ੍ਰਕਚਰ ਸੀਗੀ ਉਹਦੀ ਕਮੀ, ਉੱਪਰੋਂ ਜਿਹੜਾ ਸਟਾਫ ਜਿਹਨੇ ਕੰਮ ਕਰਨਾ ਸੀਗਾ ਉਹਦੀ ਮੋਟੀਵੇਸ਼ਨ ਹੈ ਨਹੀਂ। ਔਰ ਫਿਰ ਉਸ ਤੋਂ ਇਲਾਵਾ ਜਿਹੜਾ ਪੰਜਾਬ ਦਾ ਐਕਚੁਅਲੀ ਜਿਹੜਾ ਥੋੜਾ ਲਾਈਫ ਸਟਾਈਲ ਹੈਗਾ ਨਾ, ਉਹਦੇ 'ਚ ਮੰਨਿਆ ਗਿਆ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਕਰੋਨਾ ਦੇ ਨਾਲ ਜਿਹੜੀ ਕੋਰਮੋਰਬਿਡਿਟੀ ਹੋਵੇ, ਜਿਹਦੇ 'ਚ ਬਲੱਡ ਪ੍ਰੈਸ਼ਰ, ਸ਼ੂਗਰ, ਤੁਹਾਡਾ ਕੈਂਸਰ, ਅਗਰ ਇਹ ਨਾਲ ਹੈਗੀਆਂ ਨੇ ਤਾਂ ਤੁਹਾਡੇ ਡੈਥ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਜਿਹਦੇ 'ਚ ਤੁਸੀਂ ਦੇਖੋ ਕਿ ਬਲੱਡ ਪ੍ਰੈਸ਼ਰ ਦੇ ਵਿੱਚ ਪੰਜਾਬ ਜਿਹੜਾ ਹੈਗਾ ਉਹ ਇੰਡੀਆ 'ਚ ਪਹਿਲੇ ਨੰਬਰ ਤੇ ਹੈ, ਹਾਈ ਬਲੱਡ ਪ੍ਰੈਸ਼ਰ ਦੇ ਵਿੱਚ। ਕੈਂਸਰ ਦੇ ਵਿੱਚ ਵੀ ਪਹਿਲੇ ਨੰਬਰ ਤੇ ਹੈ, ਸ਼ੂਗਰ ਦੇ ਵਿੱਚ ਨੰਬਰ 2 ਤੇ ਹੈ ਇੰਡੀਆ ਦੇ ਵਿੱਚ। ਤੇ ਇਹ ਫਿਰ ਇਹ ਕੁਝ ਨਾ ਜਿਹੜੇ ਮਲਟੀਪਲ ਫੈਕਟਰਸ ਜਿਹੜੇ ਹੈਗੇ ਆ ਇਕੱਠੇ ਹੋ ਜਾਂਦੇ ਸੀਗੇ, ਜਿਹਦੇ ਕਰਕੇ ਇਹ ਡੈਥ ਜਿਹੜੀ ਹੈਗੀ ਆ ਇਹ ਜ਼ਿਆਦਾ ਹੋਣ ਦੇ ਚਾਂਸਸ ਵੈਸੇ ਵੱਧ ਜਾਂਦੇ ਸੀ। ਪਰ ਸਭ ਤੋਂ ਵੱਡਾ ਫੈਕਟਰ ਜਿਹੜਾ ਹੈਗਾ ਉਹਦੇ 'ਚ ਇਹ ਲੈਕ ਆਫ ਇਨਫਰਾਸਟ੍ਰਕਚਰ, ਜਿਹੜੀ ਮੈਂ ਤੁਹਾਨੂੰ ਰਿਕਾਰਡ ਦੱਸਿਆ ਹੁੰਦੀ ਕਿਹੜੀ, ਤੇ ਜਿਹੜਾ ਸਟਾਫ ਹੈ ਉਹ ਮੋਟੀਵੇਟਡ ਨਹੀਂ ਹੈ ਇਸ ਕੰਮ ਵਾਸਤੇ ਕਿ ਅਸੀਂ ਜਿਹੜਾ ਹੈਗਾ ਉਹ ਇਸ ਮਹਾਮਾਰੀ ਦੇ ਵਿੱਚ, ਭਾਵੇਂ ਉਹਨਾਂ ਨੇ ਪਹਿਲਾਂ ਬਹੁਤ ਜ਼ਿਆਦਾ ਕੰਮ ਕੀਤਾ ਲੇਕਿਨ ਉਹ ਡੀਮੋਟੀਵੇਟ ਹੋ ਚੁੱਕਿਆ ਹੁਣ ਵਿੱਚ। ਉਹ ਵਾਲਾ ਇਨੀਸ਼ੀਏਟਿਵ ਵੀ ਹੈ ਜਿਹੜਾ ਸਟਾਫ ਦੇ ਵਿੱਚ ਹੋਣਾ ਚਾਹੀਦਾ। ਸੋ ਇਹ ਇਸ ਤਰ੍ਹਾਂ ਦੇ ਨਾ ਮਲਟੀਪਲ ਫੈਕਟਰਸ ਨੇ ਪੰਜਾਬ ਦੇ ਵਿੱਚ, ਜਿਹਦੇ ਕਰਕੇ ਡੈਥ ਰੇਟ ਜਿਹੜਾ ਹੈਗਾ ਪੰਜਾਬ ਦਾ ਜ਼ਿਆਦਾ ਆਇਆ। ਔਰ ਉਸ ਤੋਂ ਇਲਾਵਾ ਜਿਹੜਾ ਸਾਡੇ ਨਾ ਪਿੱਛੇ ਸੈਂਟਰ ਗਵਰਨਮੈਂਟ ਦੀ ਟੀਮ ਵੀ ਆਈ ਸੀ ਨਵੰਬਰ ਦਸੰਬਰ ਦੇ ਵਿੱਚ, ਉਦੋਂ ਵੀ ਇਹ ਗੱਲ ਪਾਈ ਗਈ ਸੀ ਕਿ ਪੰਜਾਬ ਦੇ ਵਿੱਚ ਨਾ ਅਫਵਾਹਾਂ ਬਹੁਤ ਫੈਲੀਆਂ, ਜਿਹੜੀਆਂ ਤੁਸੀਂ ਸੁਣਿਆ ਹੋਊਗਾ ਵੀ ਡਾਕਟਰਾਂ ਨੂੰ ਪੈਸੇ ਮਿਲਦੇ ਆ ਜੀ, ਅੰਗ ਕੱਢ ਲੈਂਦੇ ਆ ਜੀ, ਇਹ ਜਾਣ ਕੇ ਮਾਰ ਦਿੰਦੇ ਆ ਜੀ। ਆ ਹੁਣ ਵੀ ਲੇਟੈਸਟ ਵੀ ਮੈਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਕਈ ਲੋਕ ਜਿਹੜੇ ਹੈਗੇ ਨੇ, ਮੇਰਾ ਆਪਣਾ ਸੋਸ਼ਲ ਨੈਟਵਰਕ ਵੀ ਕਾਫੀ ਹੈ, ਡਾਕਟਰ ਸਾਹਿਬ ਜੇ ਮਰੀਜ਼ ਨੂੰ ਆਪਾਂ ਸਰਕਾਰੀ ਹਸਪਤਾਲ ਲੈ ਗਏ ਜੀ ਉਹ ਤਾਂ ਮਾਰ ਕੇ ਬਾਹਰ ਕੱਢਦੇ ਨੇ। ਇਹ ਇੱਦਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਇਹਨਾਂ ਨੇ ਵੀ ਨੁਕਸਾਨ ਕੀਤਾ ਕਿ ਪੇਸ਼ੈਂਟ ਜਿਹੜਾ ਸੀਗਾ ਨਾ ਉਹ ਲੇਟ ਹਸਪਤਾਲ 'ਚ ਜਾਂਦਾ ਸੀ। ਜਦੋਂ ਉਹ ਲੇਟ ਹਸਪਤਾਲ ਦੇ ਵਿੱਚ ਜਾਏਗਾ, ਜਿੰਨਾ ਉਹ ਲੇਟ ਜਾਏਗਾ ਉਨਾ ਹੀ ਉਹਦਾ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਜ਼ਿਆਦਾ ਹੋਏਗਾ। ਉਸ ਤੋਂ ਇਲਾਵਾ ਵੀ ਜਿੰਦਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਜਿਹਦੇ 'ਚ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਬਿਲਕੁਲ ਨਾਕਾਮ ਹੈਗੀ ਹੈ, ਕਿਉਂਕਿ ਉਹਦੇ 'ਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਂਦੇ ਸੀਗੇ, ਨਾ ਤਾਂ ਉਹਨਾਂ 'ਤੇ ਐਕਸ਼ਨ ਕੀਤਾ ਔਰ ਨਾ ਹੀ ਉਹ ਜਿਹੜੇ ਦੇਸੀ ਦਵਾਈਆਂ ਦੇਣ ਵਾਲੇ ਹੈਗੇ ਨਾ, ਆਪਣਾ ਜਿਹਨਾਂ ਨੂੰ ਆਪਾਂ ਝੋਲਾ ਸ਼ਾਪ ਵੀ ਕਹਿ ਦਿੰਦੇ ਹਾਂ ਵਿੱਚ, ਜਾਂ ਆਪਣਾ ਕੈਂਸਰ ਦਾ ਇਲਾਜ ਆਪਣੇ ਘਰ ਹੀ ਬੈਠੇ ਹੋਏ ਕਰੀ ਜਾਂਦੇ ਨੇ। ਔਰ ਇਸ ਤਰ੍ਹਾਂ ਦੀਆਂ ਹਾਲਾਤ ਵੀ ਸਾਡੀ ਜਿਹੜੀਆਂ ਕਈ ਸਾਰੀਆਂ NGO ਚੱਲਦੀਆਂ ਨੇ ਮੇਰੇ ਨਾਲ, ਹੋਰ ਮੇਰੇ ਜਿਹੜੇ ਸਾਥੀ ਹੈਗੇ ਨੇ, ਉਹਨਾਂ ਨੇ ਵੀ ਗਵਰਨਮੈਂਟ ਨੂੰ ਰਿਟਨ ਸ਼ਿਕਾਇਤਾਂ ਕੀਤੀਆਂ। ਅਸੀਂ ਸਾਰਿਆਂ ਨੇ ਰਲ ਕੇ ਸ਼ਿਕਾਇਤਾਂ ਕੀਤੀਆਂ, ਲੇਕਿਨ ਗਵਰਨਮੈਂਟ ਉਸ ਦੇ ਉੱਤੇ ਟਸ ਤੋਂ ਮਸ ਨਹੀਂ ਹੋਈ। ਜਿਵੇਂ ਆਪਾਂ ਕਹਿੰਦੇ ਹਾਂ ਵੀ ਜੇ ਆਪਾਂ ਕੋਈ ਗਲਤ ਗੱਲ ਹੋ ਰਹੀ ਹੈ ਉਸ ਨੂੰ ਰੋਕ ਹੀ ਨਹੀਂ ਰਹੇ, ਤੇ ਜਿਹੜੀ ਠੀਕ ਗੱਲ ਹੋ ਰਹੀ ਹੁੰਦੀ ਹੈ ਨਾ ਉਹਦਾ ਅਸਰ ਘਟ ਜਾਂਦਾ ਫਿਰ ਕੰਪੈਟਿਟਿਵਲੀ ਵਿੱਚ ਜਿਹੜਾ ਹੈਗਾ। ਇਹ ਬਹੁਤ ਇੰਪੋਰਟੈਂਟ ਗੱਲ ਸੀਗੀ ਜਿਹੜੀ ਪਿਛਲੇ
ਜਿਹੜੀ ਆਪਣੀ ਸੈਂਟਰ ਗਵਰਨਮੈਂਟ ਦੀ ਟੀਮ ਆਈ ਸੀ ਜਦੋਂ ਵੀ ਉਦੋਂ ਵੀ ਅਸੈਸ ਕਰਨ ਵਾਸਤੇ ਆਈ ਸੀ ਕਿ ਇਹ ਮੌਤ ਦੀ ਦਰ ਕਿਉਂ ਪੰਜਾਬ ਵਿੱਚ ਕਿਉਂ ਜ਼ਿਆਦਾ ਹੈਗੀ ਹੈ। ਤੇ ਇਹ ਦਿਸ ਵਾਸ ਵਨ ਆਫ ਦਾ ਫੈਕਟਰ ਕਿ ਅਫਵਾਹਾਂ ਬਹੁਤ ਫੈਲੀਆਂ ਔਰ ਸਰਕਾਰ ਜਿਹੜੀ ਹੈਗੀ ਆ ਉਹ ਚੁੱਪ ਕਰਕੇ ਬੈਠੀ ਹੈ। ਆਈ ਐਮ ਵੈਰੀ ਸੌਰੀ ਕਿ ਅੱਜ ਜੋ ਜਿਸ ਢੰਗ ਦੇ ਨਾਲ ਪੰਜਾਬ ਦੇ ਹੈਲਥ ਮਿਨਿਸਟਰ ਨੇ ਇਸ ਮਹਾਮਾਰੀ ਦੇ ਵਿੱਚ ਕੰਮ ਕੀਤਾ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਜਿਹੜਾ ਹੈਗਾ ਉਸ ਨੂੰ ਆਪਾਂ ਕੋਈ ਵਧੀਆ ਸਟੇਟ ਕਹਿ ਕੇ ਇਹ ਗੱਲ ਕਹਾਂਗੇ ਕਿ ਉੱਥੇ ਦੇ ਜਿਹੜਾ ਹੈਲਥ ਮਿਨਿਸਟਰ ਹੈ ਉਹ ਇੱਕ ਵਧੀਆ ਸਟੇਟ ਨੂੰ ਵਧੀਆ ਢੰਗ ਦੇ ਨਾਲ ਚਲਾ ਰਿਹਾ ਹੈ। ਬਿਲਕੁਲ ਡਾਕਟਰ ਸਾਹਿਬ, ਹਾਂ ਆਪਾਂ ਇਹਦੇ 'ਤੇ ਵੀ ਆਵਾਂਗੇ ਕਿ ਹਸਪਤਾਲਾਂ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ। ਆਕਸੀਜਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਾਮੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਕੇਂਦਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਹਾਂ ਸਾਡੇ ਵੱਲੋਂ ਆਕਸੀਜਨ ਦੀ ਜਿਹੜੀ ਆ ਉਹ ਪੂਰਤੀ ਕਰ ਦਿੱਤੀ ਗਈ ਹੈ, ਆਕਸੀਜਨ ਦੀ ਕਮੀ ਨਹੀਂ ਹੈ, ਪਰ ਅੱਗੇ ਜਾ ਕੇ ਕਮੀਆਂ ਜਿਹੜੀਆਂ ਨੇ ਉਹ ਪੇਸ਼ ਆ ਰਹੀਆਂ ਨੇ ਕਈ ਥਾਵਾਂ ਦੇ ਉੱਤੇ, ਕਈ ਸੂਬਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਬੰਧ ਨਹੀਂ ਕੀਤੇ ਗਏ। ਉਸ 'ਤੇ ਆਵਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਡੈਥ ਰੇਟ ਜ਼ਿਆਦਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਿਹਤ ਸਿਸਟਮ ਜਿਹੜਾ ਆਪਣਾ ਉਹ ਉਸ ਤਰ੍ਹਾਂ ਦਾ ਨਹੀਂ ਹੈ, ਜਾਂ ਫਿਰ ਆਪਣਾ ਕਹਿ ਲਓ ਕਿ ਆਪਾਂ ਖਾਣ ਪੀਣ ਦੇ ਧਿਆਨ ਉਹਨਾਂ ਨਹੀਂ ਰੱਖਦੇ। ਨਾਲੇ ਤਾਂ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਅਮੀਦਾ ਜਿਹੜਾ ਉਹ ਸਭ ਤੋਂ ਵਧੀਆ ਹੁੰਦਾ ਕਿਉਂਕਿ ਮਿਹਨਤ ਵੀ ਕਰਦੇ ਆ ਔਰ ਨਾਲ ਦੀ ਨਾਲ ਖੁਰਾਕਾਂ ਵੀ ਇਹਨਾਂ ਦੀ ਵਧੀਆ ਹੁੰਦੀਆਂ। ਫਿਰ ਉਹ ਰੀਜ਼ਨ ਜਿਹੜਾ ਉਹ ਕਿਉਂ ਨਹੀਂ ਕਾਊਂਟ ਹੁੰਦਾ? ਨਹੀਂ, ਉਹ ਦੂਸਰੇ ਪਾਸੇ ਚਲਾ ਗਿਆ। ਉਹਦੇ 'ਚ ਦੇਖਣ ਵਾਲੀ ਗੱਲ ਹੈ ਕਿ ਅਸੀਂ ਨਾ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਗੱਲ ਕਹੀ ਇਹਨੂੰ ਆਪਾਂ ਨਾ ਲਾਈਫ ਸਟਾਈਲ ਡਿਜ਼ੀਜ਼ਸ ਕਹਿੰਦੇ ਆ, ਜਿਹੜੀਆਂ ਜਿਹਦੇ ਬਲੱਡ ਪ੍ਰੈਸ਼ਰ, ਸ਼ੂਗਰ, ਮੈਂਟਲ ਹੈਲਥ, ਤੁਹਾਡੇ ਕੈਂਸਰ, ਇਹ ਲਾਈਫ ਸਟਾਈਲ ਡਿਜ਼ੀਜ਼ ਹੈਗੀਆਂ ਨੇ। ਕਿਉਂਕਿ ਆਪਣਾ ਜਿਹੜਾ ਲਾਈਫ ਸਟਾਈਲ ਹੈਗਾ ਨਾ ਉਹ ਦੇਖਣ ਨੂੰ ਤਾਂ ਰਿਚ ਲੱਗਦਾ ਹੈ ਲੇਕਿਨ ਸੇਫ ਨਹੀਂ ਹੈ ਉਹ ਨਾ ਵਿੱਚ ਦੇਖਣ ਵਾਲੇ। ਜਿਵੇਂ ਹੁਣ ਆਪਾਂ ਪੰਜਾਬ ਵਿੱਚ ਇਹ ਗੱਲ ਤਾਂ ਬੜਾ ਖੁਸ਼ ਹੋ ਕੇ ਕਹਿੰਦੇ ਆ ਵੀ ਅਸੀਂ ਪਰੌਂਠੇ ਖਾਂਦੇ ਆ ਜੀ, ਚੰਗੇ ਲੱਗਦੇ ਨੇ ਤੁਹਾਨੂੰ ਵੀ, ਮੈਨੂੰ ਲੱਗਦਾ ਮੈਨੂੰ ਤਾਂ ਬਹੁਤ ਚੰਗੇ ਲੱਗਦੇ ਨੇ, ਸ਼ਾਇਦ ਤੁਹਾਨੂੰ ਵੀ ਚੰਗੇ ਲੱਗਦੇ ਹੋਣਗੇ, ਬਲਕਿ ਸਾਰੇ ਪੰਜਾਬੀਆਂ ਨੂੰ ਚੰਗੇ ਲੱਗਦੇ ਨੇ। ਲੇਕਿਨ ਪ੍ਰੋਬਲਮ ਇਹ ਹੈਗੀ ਹੈ ਕਿ ਉਹ ਪਰੌਂਠੇ ਖਾਣੇ ਵੀ ਚੰਗੇ ਲੱਗਦੇ ਨੇ, ਇੱਕ ਰਿਚ ਡਾਈਟ ਵੀ ਲੱਗਦੀ ਹੈ, ਲੇਕਿਨ ਉਹ ਤੁਹਾਡਾ ਨੁਕਸਾਨ ਤਾਂ ਕਰਦੀ ਹੈ ਨਾ ਦੂਜੇ ਪਾਸੇ ਜਿਹੜਾ ਹੈਗਾ ਲਿਆ ਕੇ ਤੁਹਾਡਾ ਜਿਹੜਾ ਹੈਗਾ ਇਹ ਹਾਈ ਬਲੱਡ ਪ੍ਰੈਸ਼ਰ ਦੀ, ਜਿਸ ਤਰ੍ਹਾਂ ਮੈंने ਗੱਲ ਕੀਤੀ ਹੈ। ਔਰ ਉਸ ਤੋਂ ਇਲਾਵਾ ਨਾ ਇੱਕ ਅੱਜ ਜਿਹੜਾ ਹੁਣ ਜਿੱਥੇ ਪੰਜਾਬ ਦਾ ਕਿਸਾਨ ਹੋਰ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਉਹ ਹੈ ਕਿ ਭਾਵੇਂ ਉਹ ਕਾਲੇ ਕਾਨੂੰਨ ਨੇ ਜਿਹੜੇ ਸੈਂਟਰ ਗਵਰਨਮੈਂਟ ਨੇ ਪਾਸ ਕੀਤੇ ਨੇ, ਜਿਹਦੇ ਕਿਸਾਨ ਜਿਹੜੀ ਹੈਗੇ ਨੇ ਉਹ ਪੂਰਾ ਅੰਦੋਲਨ ਕਰ ਰਹੇ ਨੇ, ਉੱਥੇ ਜਿਹੜੇ ਹੈਗੇ ਨੇ 6 ਮਹੀਨੇ ਹੋ ਗਏ ਧਰਨੇ ਲੱਗੇ ਨੂੰ। ਲੇਕਿਨ ਉਹਦਾ ਦੂਸਰਾ ਪਾਰਟ ਜਤਿੰਦਰ ਜੀ ਆਪਾਂ ਨੂੰ ਸਮਝਣਾ ਪਏਗਾ ਕਿ ਪੰਜਾਬ ਦੀ ਜਿਹੜੀ ਖੇਤੀ ਹੋ ਰਹੀ ਹੈ ਉਹ ਛੋਟੇ ਕਿਸਾਨ ਨੇ ਉਹ ਡਿਵਰਸੀਫਿਕੇਸ਼ਨ ਕਰ ਨਹੀਂ ਪਾ ਰਹੇ ਔਰ ਪਾਣੀ ਬਹੁਤ ਗੰਦਾ ਹੋ ਚੁੱਕਿਆ ਹੈ। ਕੈਂਸਰ ਦਾ ਬਹੁਤ ਵੱਡਾ ਕਾਰਨ ਜਿਹੜਾ ਹੈਗਾ ਉਹ ਇਹ ਜਿਹੜੀ ਆਪਾਂ ਇਨਸੈਕਟੀਸਾਈਡ ਤੇ ਪੈਸਟੀਸਾਈਡ ਜਿਹੜੇ ਯੂਜ਼ ਕਰ ਰਹੇ ਹਾਂ ਇਹਦੇ ਤੇ ਅਜੇ ਤੱਕ ਆਪਾਂ ਨੂੰ ਮੰਨਣ ਨੂੰ ਤਿਆਰ ਨਹੀਂ ਲੋਕ। ਲੇਕਿਨ ਮੈਨੂੰ ਯਾਦ ਹੈ ਕਿ ਮੈਂ ਐਸਐਮਓ ਸੀਗਾ ਬੂਥਗੜ੍ਹ ਇੱਥੇ, ਤਾਂ ਇੱਕ ਵਾਰੀ ਮੇਰੇ ਵੱਲੋਂ ਇੱਕ ਨਿਊਜ਼ ਲੱਗੀ ਕਿ ਇਹ ਜਿਹੜੀ ਤੁਹਾਡੇ ਬੀਕਾਨੇਰ ਨੂੰ ਟ੍ਰੇਨ ਜਾਂਦੀ ਹੈ, ਜੇ ਤੁਹਾਨੂੰ ਯਾਦ ਹੋਵੇ, ਤੇ ਬਠਿੰਡੇ ਤੋਂ ਜਿਹੜੀ ਟ੍ਰੇਨ ਜਾਂਦੀ ਹੈ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਆ, ਕਿ ਇਹ ਰੁਕ ਸਕਦੀ ਹੈ। ਤਾਂ ਕਿਸੇ ਦੋਸਤ ਨੇ ਕਿਹਾ ਡਾਕਟਰ ਮਲਤਾਨੀ ਸ਼ਾਇਦ ਹੁਣ ਟ੍ਰੇਨਾਂ ਰੋਕਣ ਲੱਗ ਗਏ। ਮੇਰਾ ਅਸਲ 'ਚ ਕਹਿਣ ਦਾ ਮਤਲਬ ਸੀ ਕਿ ਜੇ ਲੋਕ ਆਪਣੀ ਖੇਤੀ ਦੇ ਬਾਰੇ ਦੁਬਾਰਾ ਸੋਚ ਲੈਣ ਵਿੱਚ, ਜਿਹੜਾ ਇਹ ਪਾਣੀ ਇੰਨਾ ਜ਼ਿਆਦਾ ਗੰਦਾ ਹੋਇਆ ਹੈ ਔਰ ਇਹਦੇ 'ਚ ਇਨਸੈਕਟੀਸਾਈਡ ਤੇ ਪੈਸਟੀਸਾਈਡ ਜਿਹੜੇ ਹੈਗੇ ਨੇ ਆਪਾਂ ਝਾੜ ਲੈਣ ਵਾਸਤੇ ਜ਼ਿਆਦਾ ਪਾ ਰਹੇ ਹਾਂ ਵਿੱਚੋਂ, ਇਹਦੇ ਤੇ ਜਿਹੜੀ ਹੈਗੀ ਹੈ ਇੱਕ ਲਿਮਿਟ ਰੱਖ ਕੇ, ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਉਸ ਪਾਸੇ ਨੂੰ ਸੋਚਣ ਤੇ ਸ਼ਾਇਦ ਇਹ ਜਿਹੜੀ ਹੈਗੀ ਹੈ ਕੈਂਸਰ ਵਾਲਾ ਜਿਹੜਾ ਹੈਗਾ ਪੰਜਾਬ ਦਾ ਬਹੁਤ ਵੱਡਾ ਹੁਣ ਦੀ ਘੜੀ ਮੈਂ ਕਿਹਾ ਕਿ ਪੰਜਾਬ ਜਿਹੜਾ ਉਹ ਕੈਂਸਰ 'ਚ ਨੰਬਰ 1 ਹੈ, ਉਹਦੇ 'ਚੋਂ ਘੱਟ ਸਕਦਾ ਵਿੱਚੋਂ। ਸੋ ਇਹ ਕਾਰਨ ਨੇ ਵਿੱਚ ਜਿਹਦੇ ਕਰਕੇ ਡੈਥ ਰੇਟ ਵੱਧ ਰਿਹਾ। ਜਿਹੜਾ ਆਪਾਂ ਰਿਚ ਜਿਹੜੀ ਹੈਗੀ ਹੈ ਨਾ ਲਾਈਫ ਸਟਾਈਲ ਦੀ ਗੱਲ ਤਾਂ ਕਰਦੇ ਹਾਂ, ਅੱਛਾ ਲੱਗਦਾ ਕਹਿਣ ਨੂੰ, ਸੋਹਣੇ ਕੱਪੜੇ ਪਾਏ ਹੋਣ, ਤੁਸੀਂ ਘਿਓ ਵੀ ਖਾਂਦੇ ਹੋ, ਤੁਸੀਂ ਲੱਸੀ ਮੱਖਣ ਵੀ ਜਿਹੜਾ ਹੈਗਾ ਖਾਂਦੇ ਹੋ, ਅੱਛਾ ਲੱਗਦਾ। ਲੇਕਿਨ ਉਸ ਨੂੰ ਲਿਮਿਟ ਤੋਂ ਆਪਾਂ ਜਦੋਂ ਬਾਹਰ ਚਲੇ ਗਏ, ਜਿਸ ਤਰ੍ਹਾਂ ਮੈਂ ਇਨਸੈਕਟੀਸਾਈਡ ਪੈਸਟੀਸਾਈਡ ਦੀ ਗੱਲ ਕੀਤੀ ਹੈ ਨਾ, ਹਰੀ ਕ੍ਰਾਂਤੀ ਜਿਹੜੀ ਹੈਗਾ ਆਈ ਸੀ ਉਹ ਪੰਜਾਬ ਨੇ ਲੈ ਕੇ ਆਇਆ ਸੀ ਨਾ ਵਿੱਚ, ਜਿਹੜਾ ਹੈਗਾ 60 ਦੇ ਵਿੱਚ ਸ਼ੁਰੂ ਹੋਇਆ। ਲੇਕਿਨ ਉਹ ਪੰਜਾਬ ਦਾ ਜਿਹੜਾ ਧਰਤੀ ਸੀਗੀ ਉਹ ਵੀ ਤਾਂ ਫਿਰ ਨਿੰਬੂ ਦੀ ਤਰ੍ਹਾਂ ਨਿਚੋੜੀ ਗਈ ਨਾ ਵਿੱਚ, ਜਿਹੜੀ ਅੱਜ ਜੀ ਉਹ ਨੁਕਸਾਨ ਹੁਣ ਕਰ ਰਿਹਾ, ਉਹ ਨੁਕਸਾਨ ਕਰ ਰਿਹਾ। ਤੇ ਕਿਸਾਨ ਜਿਹੜਾ ਹੈਗਾ ਉਹ ਉਹਦੇ 'ਚ ਫਸਿਆ ਹੋਇਆ ਹੁਣ ਬੇਸਿਕਲੀ ਵਿੱਚ, ਜਿਹੜਾ ਹੈਗਾ ਛੋਟੀ ਖੇਤੀ ਕਰਕੇ ਵੀ ਫਸ ਗਿਆ ਤੇ ਮਾੜੀ ਖੇਤੀ ਕਰਕੇ ਵੀ ਫਸ ਗਿਆ ਵਿੱਚ। ਪੰਜਾਬ ਦੇ ਜੇਕਰ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਤਾਂ ਕੀ ਹਾਲਾਤ ਨੇ, ਕਿਉਂਕਿ ਤੁਸੀਂ ਇਸ ਸਿਸਟਮ ਦੇ ਵਿੱਚ ਰਹੇ ਹੋ ਔਰ ਚੰਗੀ ਤਰ੍ਹਾਂ ਤੁਸੀਂ ਸਿਸਟਮ ਨੂੰ ਨੇੜੇ ਹੋ ਕੇ ਦੇਖਿਆ ਵੀ ਆ, ਪ੍ਰਬੰਧ ਵੀ ਤੁਹਾਡੇ ਕੋਲੇ ਹੁੰਦੇ ਸੀ ਕਿ ਕਿਸ ਤਰੀਕੇ ਦੇ ਨਾਲ ਕਰਨੇ ਆ। ਅੱਜ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰੀਏ ਜਾਂ ਫਿਰ ਸਰਕਾਰੀ ਹਸਪਤਾਲਾਂ ਦੀ, ਕੀ ਵਾਕਿਆ ਹੀ ਉਹਨਾਂ ਦੇ ਵਿੱਚ ਆਕਸੀਜਨ ਦੀ ਕਮੀ ਹੈ? ਕਿਉਂਕਿ ਸਰਕਾਰ ਤਾਂ ਇੱਕ ਪਾਸੇ ਪਹਿਲਾਂ ਇਹ ਕਹਿੰਦੀ ਸੀ ਕਿ ਨਹੀਂ, ਉੱਥੇ ਆਕਸੀਜਨ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ। ਲੁਧਿਆਣਾ ਜਿੱਥੇ ਆਕਸੀਜਨ ਤਿਆਰ ਕੀਤੀ ਜਾ ਰਹੀ ਹੈ, ਅਸੀਂ ਤਾਂ ਉੱਥੇ ਵੀ ਪੁਲਿਸ ਤੈਨਾਤ ਕਰ ਦਿੱਤੀ, ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਜਿੱਥੇ ਲੋੜ ਹੈ ਉਸ ਜਗ੍ਹਾ 'ਤੇ ਹੀ ਬਸ ਆਕਸੀਜਨ ਪਹੁੰਚੇਗੀ, ਉਸ ਤੋਂ ਇਲਾਵਾ ਹੋਰ ਕਿਤੇ ਨਹੀਂ ਪਹੁੰਚੇਗੀ। ਅੱਜ ਪਰ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਆ ਰਹੀਆਂ ਕਿ ਆਕਸੀਜਨ ਨਹੀਂ ਮਿਲ ਰਹੀ, ICU ਦੇ ਵਿੱਚ ਭਰਤੀ ਨਹੀਂ ਕੀਤਾ ਜਾ ਰਿਹਾ, ਬੈੱਡ ਨਹੀਂ ਦਿੱਤੇ ਜਾ ਰਹੇ, ਹੋਰ ਵੀ ਕਈ ਤਰ੍ਹਾਂ ਦੀਆਂ ਖਾਮੀਆਂ ਜਿਹੜੀਆਂ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੇ ਹਸਪਤਾਲਾਂ ਨੂੰ ਅੱਜ ਦੀ ਹਾਲਾਤਾਂ ਦੇ ਮੁਤਾਬਕ? ਦੇਖੋ, ਮੈਂ ਇੱਕ ਗੱਲ 100% ਤੁਹਾਨੂੰ ਕਲੀਅਰ ਕਰਦਾ। ਮੈਂ ਪਹਿਲੀ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਪ੍ਰੀਵੈਂਟਿਵ ਪ੍ਰਮੋਟਿਵ ਹੈਲਥ ਦੀ ਗੱਲ ਕਰਨੀ ਹੈ ਉਹ ਬਹੁਤ ਵਧੀਆ ਚੱਲ ਰਿਹਾ ਹੈ।
ਜਦੋਂ ਆਪਾਂ ਟ੍ਰੀਟਮੈਂਟ ਦੀ ਗੱਲ ਆਣੀ ਹੈ, ਪੰਜਾਬ ਦਾ ਹੈਲਥ ਡਿਪਾਰਟਮੈਂਟ ਆਲਮੋਸਟ ਨਿਲ ਹੈ ਹੁਣ ਦੀ ਘੜੀ। ਇਹ ਹਸਪਤਾਲਾਂ ਦੀਆਂ ਗੱਲ ਕਰਦੇ ਨੇ, ਮੈਂ ਇੱਕੋ ਗੱਲ ਕਹਿੰਦਾ ਨਾ ਕਿ ਇਹ ਹਸਪਤਾਲ ਨਹੀਂ ਹੈ, ਇੱਟਾਂ ਦੀਆਂ ਦੀਵਾਰਾਂ ਨੇ ਤੇ ਵਿੱਚ ਇਹਨਾਂ ਦੀ ਬੇਈਮਾਨੀ ਦੇ ਕੰਗਾਲ ਖੜੇ ਨੇ ਵਿੱਚ ਜਿਹੜੇ ਹੈਗੇ ਨੇ। ਮੈਂ 33 ਸਾਲ ਨੌਕਰੀ ਕੀਤੀ ਹੈ, 25 ਕੁ ਵਾਰੀ ਮੇਰੀ ਬਦਲੀ ਵੀ ਕੀਤੀ ਹੈ ਇਹਨਾਂ ਨੇ। ਮੈਂ ਪੰਜਾਬ ਦੇ ਕਈ ਸਾਰੇ ਡਿਸਟ੍ਰਿਕਟਸ ਦੇਖੇ ਨੇ ਔਰ ਥੱਲੇ ਤੇ ਮੈਡੀਕਲ ਅਫਸਰ ਤੋਂ ਲੈ ਕੇ SMO ਔਰ ਸਿਵਲ ਸਰਜਨ ਮੈਂ ਰਿਟਾਇਰ ਹੋਇਆ, ਸਾਰੇ ਲੈਵਲ ਤੇ ਮੈंने ਨੌਕਰੀ ਵੀ ਕੀਤੀ ਹੈ, ਸਟੇਟ ਲੈਵਲ ਤੇ ਨੌਕਰੀ ਵੀ ਕੀਤੀ ਹੈ। ਇਹਦੇ 'ਚ ਜਤਿੰਦਰ ਜੀ ਇਹਨਾਂ ਲੋਕਾਂ ਦਾ ਇੰਨਾ ਮਾੜਾ ਹਾਲ ਹੈ ਕਿ ਲੋਕਾਂ ਨੂੰ ਦਵਾਈਆਂ ਦੀ ਜਗ੍ਹਾ ਤੇ ਇੱਟਾਂ ਖਵਾਉਂਦੇ ਰਹੇ ਇਹ ਲੋਕ। ਅਸੀਂ ਦਵਾਈ ਮੰਗਦੇ ਸੀ ਤੇ ਕੁਰਸੀਆਂ ਭੇਜ ਦਿੰਦੇ ਸੀ, ਦਵਾਈ ਮੰਗਦੇ ਸੀ ਤੇ ਚਾਦਰਾਂ ਭੇਜ ਦਿੰਦੇ ਸੀ, ਜਦ ਦਵਾਈ ਮੰਗਦੇ ਸੀ ਤੇ ਟੇਬਲ ਭੇਜ ਦਿੰਦੇ ਸੀਗੇ, ਦਵਾਈ ਮੰਗਦੇ ਸੀ ਤੇ ਮਸ਼ੀਨਾਂ ਭੇਜਦੇ। ਇਹਨਾਂ ਨੇ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਕੀਤੀ ਹੈ ਨਾ ਵੈਂਟੀਲੇਟਰਸ ਦੀ ਜਾਂ ਆਕਸੀਜਨ ਦੀ ਘੱਟ ਦੀ, ਅਜੇ ਤੱਕ ਆਪਾਂ ਗੱਲ ਕਰ ਰਹੇ ਸੀਗੇ ਵਿੱਚ। ਵੈਂਟੀਲੇਟਰਸ ਇਹਨਾਂ ਨੇ ਸੈਂਟਰ ਗਵਰਨਮੈਂਟ ਨੇ ਵੀ ਇਹਨਾਂ ਨੂੰ ਦਿੱਤੇ, 250 ਵੈਂਟੀਲੇਟਰ ਦਿੱਤੇ, ਲੇਕਿਨ ਇਹਨਾਂ ਨੂੰ ਚਲਾਉਣ ਵਾਸਤੇ 2.5 ਟੋਟਰ ਨਹੀਂ ਹੈ ਇਹਨਾਂ ਦੇ ਕੋਲ। ਪਿਛਲੇ ਹਫਤੇ ਇਹਨਾਂ ਨੇ, ਕਿਉਂਕਿ ਜਿਹੜੇ ਵੈਂਟੀਲੇਟਰ ਹੈਗੇ ਉਹਨਾਂ ਨੂੰ ਚਲਾਉਣ ਵਾਸਤੇ ਨਾ ਇੱਕ ਸਪੈਸ਼ਲ ਸਟਾਫ ਚਾਹੀਦਾ ਹੁੰਦਾ ਹੈ, ਸਪੈਸ਼ਲ ਡਾਕਟਰ ਜਿਹੜੇ ਐਨਐਸਥੀਸੀਆ ਵਾਲੇ ਜਿਹਨਾਂ ਨੂੰ ਆਪਾਂ ਬੇਹੋਸ਼ੀ ਵਾਲੇ ਡਾਕਟਰਸ ਕਹਿੰਦੇ ਆ ਵਿੱਚ ਜਿਹੜੇ ਹੈਗੇ ਨੇ, ਉਹਨਾਂ ਦੀ ਅਜੇ ਪਰਸੋਂ ਦਾ ਪੋਸਟਾਂ ਕੱਢਦੇ ਪਏ ਸੀ ਤੇ ਪਰਸੋਂ ਹੀ ਚੌਥੇ ਇਹਨਾਂ ਨੇ ਜਿਹੜਾ ਹੈਗਾ ਸਟਾਫ ਨਰਸਾਂ ਦੀ 1 ਸਾਲ ਮਤਲਬ ਚੁੱਪ ਕਰਕੇ ਆਰਾਮ ਨਾਲ ਬੈਠੇ ਰਹੇ। ਇਹਨਾਂ ਨੇ ਕੋਈ ਹਸਪੀਟਲ ਇਸ ਤਰ੍ਹਾਂ ਦਾ ਤਿਆਰ ਨਹੀਂ ਕੀਤਾ ਜਿਹਦੇ 'ਚ ਆਪਾਂ ਕੋਈ ਕੋਵਿਡ ਦੀ ਗੱਲ ਕਰਦੇ। ਅੱਜ ਮੈਂ ਹੁਣੇ ਥੋੜੀ ਦੇਰ ਪਹਿਲਾਂ ਜਿਹੜੀ ਹੈਗੀ ਨਾ, ਅੱਜ ਸ਼ਾਇਦ ਆਪਣੇ ਇੰਡੀਅਨ ਗਵਰਨਮੈਂਟ ਦੀ ਵੀ ਕੈਬਨਿਟ ਦੀ ਮੀਟਿੰਗ ਸੀ ਤੇ ਮੈਂ ਸੁਣ ਰਿਹਾ ਸੀ ਉਹਨਾਂ ਦੀ ਕੈਬਨਿਟ ਦੀ ਮੀਟਿੰਗ ਦੀ ਬਰੀਫਿੰਗ। ਹੁਣ ਕਹਿਣ ਲੱਗੇ ਆ ਕਿ ਅਸੀਂ ਕੋਵਿਡ ਦਾ ਹਸਪੀਟਲ ਬਣਾਵਾਂਗੇ ਤੇ ਪਿਛਲਾ 1.25 ਸਾਲ ਕਿੱਥੇ ਸੀਗੇ ਅਸੀਂ ਜਿਹੜੇ ਹੈਗੇ ਆਪਾਂ ਕੋਵਿਡ ਦਾ ਹਸਪੀਟਲ ਬਣਾਏ ਨਹੀਂ। ਫਿਰ ਉਸ ਤੋਂ ਇਲਾਵਾ ਚਲੋ ਮੈਂ ਕਹਿੰਦਾ ਹਸਪੀਟਲ ਤੁਸੀਂ 100 ਬਹਾਨੇ ਲਾ ਲਓਗੇ ਜੀ, ਸਾਡੇ ਕੋਲ ਪੈਸੇ ਨਹੀਂ ਜੀ, ਆਹ ਨਹੀਂ ਹੈ, ਤੁਸੀਂ ਕੋਈ ਡੈਡੀਕੇਟਡ ਸਟਾਫ ਹੀ ਬਣਾ ਲੈਂਦੇ ਜਿਹੜਾ ਕੋਵਿਡ ਵਾਲੇ ਕੇਸਿਸ ਨੂੰ ਟ੍ਰੀਟ ਕਰ ਲਿਆ ਕਰਦਾ। ਅੱਜ ਤੁਸੀਂ ਦੇਖਿਆ ਹਸਪੀਟਲ 'ਚ ਕਿੰਨੀ ਮਾੜੀ ਹਾਲਤ ਹੁੰਦੀ ਹੈ ਵਿੱਚ ਜਿਹੜੀ ਹੈਗੀ ਆ, ਜਾਂ ਖਾਸ ਕਰਕੇ ਜਦੋਂ ਹੁਣ ਆ ਕੇਸਿਸ ਵਧੇ ਨੇ ਔਰ ਆਪਾਂ ਨੂੰ ਆਕਸੀਜਨ ਲਾਉਣ ਦੀ ਜ਼ਰੂਰਤ ਪੈ ਰਹੀ ਹੈ ਜਾਂ ਵੈਂਟੀਲੇਟਰ। ਡਾਕਟਰ ਸਾਹਿਬ ਬਿਲਕੁਲ ਮੈਂ 1 ਮਿੰਟ ਰੋਕਣਾ ਚਾਹੂੰਗਾ ਤੁਹਾਨੂੰ, ਮੈਨੂੰ ਨਾ ਵਿਸਥਾਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸਿਓ ਕਿ ਕਰੋਨਾ ਮਹਾਮਾਰੀ ਪਹਿਲਾਂ ਆਈ, ਉਸ ਤੋਂ ਬਾਅਦ ਉਹਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਦਵਾਈ ਬਣਾਉਣ ਦੀ, ਵੈਕਸੀਨ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਵੀ ਕੀਤੀ ਗਈ, ਚਲੋ ਵੈਕਸੀਨ ਬਣ ਵੀ ਗਈ, ਪਰ ਉਦੋਂ ਚਲੋ ਬਿਮਾਰੀ ਪਹਿਲੀ ਵਾਰ ਆਈ ਸੀਗੀ, ਸਮਝ ਨਹੀਂ ਆਇਆ, ਦਿੱਕਤਾਂ ਕਈ ਪੇਸ਼ ਆਈਆਂ, ਪਰ ਉਸ ਤੋਂ ਬਾਅਦ ਸਮਾਂ ਸੀਗਾ ਕਿ ਉਸ ਦਾ ਹੱਲ ਕੀਤਾ ਜਾਏ। ਜੇਕਰ ਇਸ ਤਰ੍ਹਾਂ ਬਿਮਾਰੀ ਦੁਬਾਰਾ ਭਾਰਤ ਦੇ ਵਿੱਚ ਪਰਤਦੀ ਹੈ, ਮਾਮਲੇ ਵੱਧਦੇ ਆ, ਤਾਂ ਉਸ ਦਾ ਹੱਲ ਕੀਤਾ ਜਾਏ। ਕੀ ਲੱਗਦਾ ਸੀਗਾ ਕਿ ਜਿਹੜੀ ਕੇਂਦਰ ਸਰਕਾਰ ਹੈ ਜਾਂ ਫਿਰ ਪੰਜਾਬ ਸਰਕਾਰ, ਇਹਨਾਂ ਨੂੰ ਇਸ ਸਮੇਂ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਸੀ ਤਾਂ ਜੋ ਅੱਜ ਵਾਲੀ ਸਥਿਤੀ ਨਾ ਬਣਦੀ, ਅੱਜ ਜਿੰਨੀਆਂ ਮੌਤਾਂ ਹੋ ਰਹੀਆਂ ਜਾਂ ਜਿੰਨੇ ਮਾਮਲੇ ਸਾਹਮਣੇ ਆ ਰਹੇ ਆ ਉਹ ਨਾ ਆਉਂਦੇ? ਕੁਝ ਪੁਆਇੰਟ ਦੱਸ ਦਿਓ। ਜਿਤੇਂਦਰ ਜੀ, ਉਹਦੇ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਇਹ ਹਰ ਇੱਕ ਬੰਦੇ ਨੂੰ ਅੱਜ ਦੀ ਡੇਟ ਦੇ ਵਿੱਚ ਯਾਦ ਹੈ, ਉਹਦੇ ਕੰਨ ਵੀ ਗੂੰਜਦੇ ਹੋਣਗੇ ਕਿ ਬਾਰ-ਬਾਰ ਇਹ ਗੱਲ ਕਹੀ ਗਈ ਸੀ ਕਿ ਸੈਕੰਡ ਵੇਵ ਆਏਗੀ ਔਰ ਉਹ ਜ਼ਿਆਦਾ ਸੀਰੀਅਸ ਹੋਏਗੀ। ਇਹ ਗੱਲ ਤਾਂ ਸੌਖੀ ਸੀ ਨਾ, ਇਹ ਤਾਂ ਕਹੀ ਗਈ ਹੈ ਨਾ, ਹਰ ਮੀਡੀਆ ਨੇ ਇਹ ਗੱਲ ਕਹੀ ਹੈ, ਹਰ ਸਟੇਜ ਤੇ ਇਹ ਗੱਲ ਹੁੰਦੀ ਰਹੀ ਵਿੱਚ, ਹਰ ਸਾਇੰਟਿਸਟ ਨੇ ਇਹ ਗੱਲ ਕਹੀ ਹੈ, ਡਾਕਟਰਸ ਨੇ ਵੀ ਗੱਲ ਕਹੀ ਸੀ। ਪਰ ਉਹਦਾ ਜਵਾਬ ਜਿਹੜਾ ਹੈਗਾ ਉਹ ਤਾਂ ਹੁਣ ਸਰਕਾਰ ਨੇ ਦੇਣਾ ਸੀਗਾ ਕਿ ਜਦੋਂ ਇਹ ਗੱਲ ਸਾਰਿਆਂ ਦੇ ਸਾਹਮਣੇ ਆਉਂਦੀ ਸੀ ਕਿ ਇਹ ਦੂਸਰੀ ਵੇਵ ਆਏਗੀ ਤੇ ਇਹ ਵੇਵ ਜਿਹੜੀ ਹੈਗੀ ਹੈ ਇਹ ਜ਼ਿਆਦਾ ਖਤਰਨਾਕ ਹੋਏਗੀ, ਫਿਰ ਸਰਕਾਰ ਨੇ ਜਿਨ੍ਹਾਂ ਕਰਕੇ ਇਹ ਬਿਮਾਰੀ ਫੈਲਦੀ ਸੀ, ਜਿਹਦੇ 'ਚ ਖਾਸ ਕਰਕੇ ਕਿਹਾ ਗਿਆ ਸੀ ਕਿ ਲੋਕੀ ਜ਼ਿਆਦਾ ਇਕੱਠੇ ਨਾ ਹੋਣ, ਔਰ ਇਹ ਸਰਕਾਰਾਂ ਤੇ ਆਪ ਰੈਲੀਆਂ ਕਰਦੀਆਂ ਰਹੀਆਂ, ਧਰਨੇ ਕਰਦੀਆਂ ਰਹੀਆਂ। ਮੈਂ ਸ਼ੁਰੂ 'ਚ ਇੱਕ ਨਾ ਗੱਲ ਕਹੀ ਸੀ, ਪਿਛਲੇ ਸਾਲ ਹੀ ਕਹਿਤੀ ਸੀ ਕਿ 2 ਤਰ੍ਹਾਂ ਦੇ ਲੋਕ ਨੇ ਜਿਹੜੇ ਸਾਨੂੰ ਮਾਰਨਗੇ। ਉਹ ਇੱਕ ਹੈਗੇ ਆ ਸਿਆਸੀ ਲੋਕ ਔਰ ਇੱਕ ਲੋਕ ਹੈਗੇ ਆ ਇੱਕ ਲੋਕ ਹੈਗੇ ਨੇ ਧਾਰਮਿਕ ਲੋਕ। ਔਰ ਅੱਜ ਇਹ ਗੱਲ ਪ੍ਰੂਫ ਹੋ ਗਈ ਹੈ ਕਿ ਦੋਨੇ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਇਹ ਆਪਣਾ ਨੁਕਸਾਨ ਕੀਤਾ ਹੈ। ਰੱਜ ਕੇ ਲੋਕਾਂ ਨੇ ਆਪਣੇ ਜੋ ਧਾਰਮਿਕ ਤਿਉਹਾਰ ਜਿਹੜੇ ਹੈਗੇ ਨੇ ਉਹ ਮਨਾਏ ਨੇ। ਕਿ ਇਹ 2 ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨੇ, ਇਹਨਾਂ ਨੇ ਕੋਈ ਵੀ ਕਿਸੇ ਕਿਸਮ ਦਾ ਆਪਣੇ ਲੈਵਲ ਦੇ ਉੱਤੇ ਲਿਮਿਟ ਨਹੀਂ ਰੱਖੀ ਆਪਣੀ ਕਿ ਅਸੀਂ ਜਿਹੜਾ ਹੈਗਾ ਇਹ ਬਿਮਾਰੀ ਦਾ ਜਿਹੜਾ ਹੈਗਾ ਇਸ ਤੋਂ ਕਿਸੇ ਕਿਸਮ ਦਾ ਆਪਾਂ ਬਚਾਅ ਕਰ ਸਕੀਏ। ਉਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡੀ ਗੱਲ ਆਉਂਦੀ ਸੀ ਕਿ ਸਟਾਫ, ਜਿਵੇਂ ਪਹਿਲਾਂ ਇੰਨਾ ਡੈਡੀਕੇਟਡ ਸਟਾਫ ਨਹੀਂ ਸੀਗਾ ਜਿਹੜਾ ਕੋਵਿਡ ਦੀਆਂ ਸਾਰੀਆਂ ਗੱਲਾਂ ਨੂੰ ਸਮਝਦਾ ਹੋਵੇ, ਹੈ ਨਾ, ਲੇਕਿਨ ਇਹਨਾਂ ਨੇ ਉਸ ਤਰ੍ਹਾਂ ਦਾ ਸਟਾਫ ਵੀ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਸਟਾਫ ਜਿਹੜਾ ਹੈਗਾ ਉਸ ਨੂੰ ਮੋਟੀਵੇਟ ਨਹੀਂ ਕੀਤਾ ਕਿ ਉਹ ਸਟਾਫ ਜਿਹੜਾ ਹੈਗਾ ਉਹ ਥੋੜਾ ਮੋਟੀਵੇਟ ਹੋ ਜਾਵੇ, ਉਹਨਾਂ ਨੂੰ ਸਪੈਸ਼ਲ ਤੌਰ ਤੇ ਕੋਈ ਟ੍ਰੇਨਿੰਗ ਸਪੈਸ਼ਲ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ। ਸਟਾਫ ਦਾ ਜਿਹੜਾ ਰੱਖਿਆ ਸੀਗਾ ਉਹ ਵੀ ਬਾਹਰ ਕੱਢ ਦਿੱਤਾ, ਸਟਾਫ ਜਿਹੜਾ ਹੈਗਾ ਸੀਗਾ ਜਿਹੜਾ ਟੈਂਪਰੇਰੀ ਨੇ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ 2-3 ਮਹੀਨੇ ਬਾਅਦ ਕੱਢ ਦਿੱਤਾ। ਹੁਣ ਜੀ ਕੇਸਿਸ ਘਟ ਗਏ ਨੇ, ਉਹ ਵਿਚਾਰੇ ਸੜਕ ਦੇ ਕਿਨਾਰੇ ਬੈਠੇ ਰਹੇ। ਲੇਕਿਨ ਅੱਜ ਜਿਹੜਾ ਹੈਗਾ ਜਿੱਥੇ ਸਿਚੁਏਸ਼ਨ ਹੁਣ ਇਹ ਲਿਆ ਕੇ ਖੜੀ ਕਰ ਦਿੱਤੀ ਹੈ ਕਿ ਜਦੋਂ ਕੇਸ ਕਿਤੇ ਜਾਂਦੇ ਨੇ ਉਦੋਂ ਡਾਕਟਰ ਲੱਭਦੇ ਫਿਰਦੇ ਆ ਜੀ, ਸਟਾਫ ਲੱਭਦੇ ਫਿਰਦੇ ਆ, ਇਕਵਿਪਮੈਂਟ ਲੱਭਦੇ ਫਿਰਦੇ ਆ। ਇਹ ਆਕਸੀਜਨ ਦੀ ਗੱਲ ਹੋ ਰਹੀ ਹੈ, ਇਹ ਲੱਭ ਰਹੇ ਆ। 1.25 ਸਾਲ ਦੇ ਵਿੱਚ ਕੀਤਾ ਕੀ ਹੈ ਕਿ ਇੱਕ ਆਕਸੀਜਨ ਸਿਲੰਡਰ ਤਿਆਰ ਨਹੀਂ ਕਰ ਪਾਏ ਕੋਈ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਤੇ। ਹੁਣ ਜੋ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈਗਾ ਵੀ ਅਸੀਂ 551 ਜਿਹੜੇ ਸੈਂਟਰ ਬਣਾ ਦੇਵਾਂਗੇ ਹਰ ਡਿਸਟ੍ਰਿਕਟ ਦੇ ਵਿੱਚ, ਤੁਹਾਡਾ ਇੱਕ ਜਿਹੜਾ ਹੈਗਾ ਉਹ ਆਕਸੀਜਨ ਬਣਾਉਣ ਵਾਲਾ
ਅਸੀਂ ਕਾਰਖਾਨਾ ਲਾ ਦਿਆਂਗੇ ਤੇ ਸਵਾ ਸਾਲ ਆਪਾਂ ਕੀ ਕਰਦੇ ਰਹੇ ਵਿੱਚ। ਹਾਂਜੀ, ਸੋ ਇਸ ਕਰਕੇ ਸੀਗਾ ਕਿ ਇਹ ਜੀ ਸਮਝਣ ਵਾਲੀ ਗੱਲ ਹੈ ਕਿ ਸਭ ਤੋਂ ਪਹਿਲਾਂ ਹੁੰਦਾ ਤੁਹਾਡਾ ਇਨਫਰਾਸਟ੍ਰਕਚਰ, ਉਹ ਤਿਆਰ ਨਹੀਂ ਕੀਤਾ, ਫਿਰ ਹੁੰਦਾ ਉਹਦੇ 'ਚ ਇਕਵਿਪਮੈਂਟ, ਉਹ ਤਿਆਰ ਨਹੀਂ ਕੀਤਾ, ਫਿਰ ਇਕਵਿਪਮੈਂਟ ਨੂੰ ਚਲਾਉਣ ਵਾਲਾ ਸਟਾਫ ਹੁੰਦਾ, ਉਹ ਤਿਆਰ ਨਹੀਂ ਕੀਤਾ, ਤੇ ਆਪਾਂ ਡੀਲ ਕਿਹਨੂੰ ਕਰ ਰਹੇ ਸੀਗੇ? ਆਪਾਂ ਤਾਂ ਡੀਲ ਕਰ ਰਹੇ ਸੀਗੇ ਕਿ ਸਾਡੀ ਜਿਹੜੀਆਂ ਰੈਲੀਆਂ ਹੋਣੀਆਂ ਚਾਹੀਦੀਆਂ ਨੇ, ਸਾਡੀ ਜਿਹੜੀ ਹੈਗੀ ਹੈ ਉਹ ਜਿਹੜੀ ਕਾਲਾਬਾਜ਼ਾਰੀ ਸੀਗੀ ਉਹ ਚਲਦੀ ਰਹੇ, ਔਰ ਲੋਕਾਂ ਨੇ ਰੱਜ ਕੇ ਕਾਲਾਬਾਜ਼ਾਰੀ ਕੀਤੀ ਹੈ। ਅੱਜ ਤੁਸੀਂ ਆਪਾਂ ਆਕਸੀਜਨ ਦੀ ਗੱਲ ਕਰ ਰਹੇ ਹਾਂ, ਤੁਸੀਂ ਦੇਖੋ ਆਕਸੀਜਨ ਸਿਲੰਡਰ ਜਿਹੜਾ ਹੈਗਾ ਉਹ 25-30 ਹਜ਼ਾਰ ਰੁਪਏ ਜ਼ਿਆਦਾ ਸਿਲੰਡਰ ਇੱਕ ਸਿਲੰਡਰ ਮਿਲ ਰਿਹਾ। ਔਰ ਸਭ ਤੋਂ ਵੱਡੀ ਗੱਲ ਉਹਦੇ 'ਚ ਇਹ ਹੈਗੀ ਹੈ ਕਿ ਜਿੰਨੀ ਆਕਸੀਜਨ ਹੈਗੀ ਹੈ ਉਸ ਤੋਂ ਇਲਾਵਾ ਵੀ ਲੋਕਾਂ ਨੇ ਆਪਣੇ ਆਪਣੇ ਘਰ ਸਿਲੰਡਰ ਰੱਖ ਰਹੇ। ਮੈਂ ਹੁਣੇ ਆ ਜਿਹੜੀ ਪ੍ਰੈਸ ਬਰੀਫਿੰਗ ਸੈਂਟਰ ਗਵਰਨਮੈਂਟ ਦੀ ਮੈਂ ਦੁਬਾਰਾ ਐਡ ਅਪ ਕਰਾਂਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਾਂ ਆਡਿਟ ਕਰਾਂਗੇ ਉਹਦਾ, ਮਤਲਬ ਸਰਕਾਰ ਨੂੰ ਪਤਾ ਹੁੰਦਾ ਵੀ ਆਪਣੇ ਕੋਲ ਕਿੰਨੇ ਸਿਲੰਡਰ ਜਿਹੜੇ ਹੈਗੇ ਨੇ ਪ੍ਰੋਡਿਊਸ ਹੋ ਰਹੇ ਨੇ, ਕਿੰਨੀ ਕੁ ਦੀ ਆਪਾਂ ਆਥੋਰਾਈਜੇਸ਼ਨ ਦਿੱਤੀ ਹੋਈ ਹੈ। ਲੋਕੀ ਤਾਂ ਆਪਣੇ ਆਪਣੇ ਘਰ ਬੈਠ ਕੇ ਸਿਲੰਡਰ ਲੈ ਕੇ ਬੈਠ ਕੇ ਜਿਹੜੀ ਹੈਗੀ ਹੈ ਜਿਹਦੇ ਕੋਲ, ਤੇ ਫਿਰ ਦਾ ਮਤਲਬ ਜਿਹੜਾ ਨੀਡੀ ਹੈਗਾ ਬੰਦਾ ਉਹਦੇ ਕੋਲ ਤਾਂ ਘੱਟ ਹੀ ਜਾਣੇ ਸੀ। ਆ ਪਿੱਛੇ ਜਿਹੜਾ ਹੈਗਾ ਪਿਛਲੇ ਹਫਤੇ ਜਦੋਂ ਇਹ ਜ਼ਿਆਦਾ ਰੌਲਾ ਪਿਆ, ਨੋਇਡਾ ਦੇ ਵਿੱਚ 3 ਦਿਨ ਪਹਿਲਾਂ 200 ਬੈੱਡ ਖਾਲੀ ਕਰਾਏ ਉਹਨਾਂ ਨੇ, ਉਹ ਲੋਕ ਮੱਲ ਕੇ ਬੈਠੇ ਸੀ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਸੀਗੀ। ਔਰ ਆਪਾਂ ਨੂੰ ਜਦੋਂ ਇਹ ਮਹਾਮਾਰੀ ਆ ਗਈ ਹੈ, ਆਪਾਂ ਨੂੰ ਨਾ ਜਿਵੇਂ ਸਾਇੰਟੀਫਿਕ ਢੰਗ ਦੇ ਨਾਲ ਡੀਲ ਕਰਨਾ ਚਾਹੀਦਾ ਸੀ ਕਿ ਕਿਹੜਾ ਬੰਦਾ ਜਿਹੜਾ ਹੈਗਾ ਉਹਨੂੰ ਕਿੰਨੀ ਐਮਰਜੈਂਸੀ ਦੀ ਜ਼ਰੂਰਤ ਹੈਗੀ ਹੈ, ਕਿ ਉਹਨੂੰ ਆਕਸੀਜਨ ਦੀ ਜ਼ਰੂਰਤ ਹੈ, ਕਿ ਉਹਦੇ ਪੈਸਿਆਂ ਦੀ ਜਿਹੜੀ ਹੈਗੀ ਹੈ ਨਾਲ ਆਖੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਨਾ ਵਿੱਚ, ਉਹਦੇ 'ਚ ਹੋਇਆ ਕੀ ਹੈ ਕਿ ਆਪਣੇ ਕੋਲ ਜਿਹੜਾ ਗਵਰਨਮੈਂਟ ਦਾ ਸੈਟਅਪ ਹੈ ਉਹ ਆਲਮੋਸਟ ਜ਼ੀਰੋ ਹੋਣ ਕਰਕੇ ਜਾਂ ਫੇਲ ਹੋਣ ਕਰਕੇ ਫਿਰ ਜਿਹੜੇ ਪ੍ਰਾਈਵੇਟ ਵਾਲੇ ਆ ਫਲਰਿਸ਼ ਹੋ ਰਹੇ ਆ, ਕਿਉਂਕਿ ਪ੍ਰਾਈਵੇਟ ਵਾਲਿਆਂ ਨੇ ਤਾਂ ਆਟੋਮੈਟਿਕਲੀ ਹੋ ਜਾਣਾ ਸੀਗਾ, ਉਹਨਾਂ ਦੇ ਕੋਲ ਇਹ ਸੈਟਅਪ ਬਣਿਆ ਸੀਗਾ, ਉਹ ਯੂਜ਼ ਕਰ ਰਹੇ ਨੇ। ਅੱਜ ਇੱਕ ਦਿਨ ਦੇ ਵਿੱਚ ਜਤਿੰਦਰ ਜੀ ਤੁਸੀਂ ਦੇਖੋ 40-40 50-50 ਹਜ਼ਾਰ ਰੁਪਇਆ ਪਰ ਡੇ ਦੇ ਹਿਸਾਬ ਨਾਲ ਵੈਂਟੀਲੇਟਰ ਦੀ ਜਿਹੜੇ ਹੈਗੇ ਪ੍ਰਾਈਵੇਟ ਹਸਪੀਟਲ ਲੈਂਦੇ ਨੇ। ਆਪਾਂ ਫਿਰ ਕਿਵੇਂ ਟ੍ਰੀਟ ਕਰ ਪਾਵਾਂਗੇ? ਆਪਾਂ ਇੱਕ ਆਮ ਆਦਮੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਕਿਵੇਂ ਟ੍ਰੀਟਮੈਂਟ ਲੈ ਪਾਏਗਾ? ਮੈਂ ਅੱਗੇ ਕਿਹਾ ਸੀ, ਮੈਂ ਕਿਹਾ ਇਹ ਐਕਚੁਅਲੀ ਅਮੀਰਾਂ ਦੀ ਬਿਮਾਰੀ ਹੈ ਜਿਹੜੀ ਜਹਾਜ਼ ਤੇ ਚੜ੍ਹ ਕੇ ਆਈ ਹੈ, ਹੁਣ ਗਰੀਬਾਂ ਨੂੰ ਮਾਰੇਗੀ। ਗਰੀਬ ਬੰਦਾ ਦੇ ਇਲਾਜ ਹੀ ਨਹੀਂ ਕਰਵਾ ਪਾ ਰਿਹਾ, ਤੁਸੀਂ ਦੇਖੋ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਇਹ ਵੱਡੀ ਗੱਲ ਹੈ ਕਿ ਗਰੀਬ ਬੰਦੇ ਦੇ ਅੱਜ ਬੱਸ ਦੀ ਗੱਲ ਰਹਿ ਨਹੀਂ ਗਈ, ਕਿਉਂਕਿ ਇੱਕ ਦੋ ਉਦਾਹਰਨਾਂ ਜਿਹੜੀਆਂ, ਹਾਂ ਤੁਸੀਂ ਗੱਲ ਪੂਰੀ ਕਰ ਲਓ ਫਿਰ ਮੈਂ ਵੀ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਅੱਜ ਜਿਹੜੇ ਕਰੋਨਾ ਦੇ ਨਾਲ ਡੈਥਸ ਹੋ ਰਹੀਆਂ ਨੇ, ਇਹ ਬੇਸਿਕਲੀ ਕਰੋਨਾ ਕਰਕੇ ਡੈਥਸ ਨਹੀਂ ਹੋ ਰਹੀਆਂ, ਇਹ ਗਵਰਨਮੈਂਟ ਦੀ ਨਾਨ ਪਲੈਨਿੰਗ ਕਰਕੇ ਡੈਥਸ ਹੋ ਰਹੀਆਂ ਨੇ। ਔਰ ਗਵਰਨਮੈਂਟ ਜਿਹੜੀਆਂ ਹੈਗੀਆਂ ਨੇ ਉਹ ਸੈਂਟਰ ਗਵਰਨਮੈਂਟ ਹੋਣ ਚਾਹੇ ਸਟੇਟ ਗਵਰਨਮੈਂਟ, 100% ਜ਼ਿੰਮੇਵਾਰ ਨੇ ਇਸ ਕੰਮ ਵਾਸਤੇ। ਬਿਲਕੁਲ, ਤੁਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਦੱਸ ਦਿੱਤੀਆਂ ਕਿ ਸਿਸਟਮ ਦੇ ਵਿੱਚ ਕੀ ਬਦਲਾਅ ਕੀਤਾ ਜਾ ਸਕਦਾ ਸੀ, ਕਿਉਂਕਿ ਪਹਿਲਾਂ ਆਪਾਂ ਕਹਿ ਸਕਦੇ ਕਿ ਸਾਨੂੰ ਸਮਾਂ ਨਹੀਂ ਮਿਲਿਆ, ਪਰ ਹੁਣ ਸਮਾਂ ਜ਼ਰੂਰ ਸੀਗਾ, ਵਿੱਚ ਕਾਫੀ ਮਹੀਨੇ ਜਿਹੜੇ ਮਿਲ ਗਏ, ਇਸ ਦੇ ਇਲਾਜ ਲੱਭਿਆ ਜਾ ਸਕਦਾ ਸੀ, ਇਸ ਦਾ ਹੱਲ ਲੱਭਿਆ ਜਾ ਸਕਦਾ ਸੀ ਕਿ ਜੇਕਰ ਦੁਬਾਰਾ ਵੇਵ ਆਉਂਦੀ ਆ ਤਾਂ ਲੋਕਾਂ ਨੂੰ ਆਪਾਂ ਕਿਸ ਤਰ੍ਹਾਂ ਬਚਾ ਸਕਦੇ ਹਾਂ। ਹੁਣ ਜੇਕਰ ਆਪਾਂ ਗੱਲ ਕਰੀਏ ਜਿਹੜੀ ਵੈਕਸੀਨ ਤਿਆਰ ਕੀਤੀ ਗਈ ਹੈ, ਹੁਣ ਦੇਸ਼ ਦੇ ਵਿੱਚ 2 ਥਾਵਾਂ 'ਤੇ ਵੈਕਸੀਨ ਤਿਆਰ ਹੋ ਰਹੀ ਹੈ। ਜੇਕਰ ਮੈਂ ਗਲਤ ਹੋਵਾਂ ਤਾਂ ਤੁਸੀਂ ਇਸ ਬਾਰੇ ਦੱਸ ਦਿਓ। ਕੋਵਾ ਵੈਕਸੀਨ ਤੇ ਕੋਵੀਸ਼ੀਲਡ 2 ਵੈਕਸੀਨ ਦੀ ਗੱਲ ਕੀਤੀ ਜਾਂਦੀ ਹੈ। ਇੱਕ ਸੀਰਮ ਇੰਸਟੀਚਿਊਟ ਦੇ ਵਿੱਚ ਤਿਆਰ ਹੋ ਰਹੀ ਹੈ, ਦੂਸਰੀ ਭਾਰਤ ਬਾਇਓਟੈਕ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ। ਤਾਂ ਇਹਨਾਂ ਦੇ ਵਿੱਚ ਇਹ ਦੱਸ ਦਿਓ ਕਿ ਫ਼ਰਕ ਕੀ ਹੈ, ਕਿਉਂਕਿ 45 ਸਾਲ ਤੋਂ ਵੱਧ ਵਾਲਿਆਂ ਦੇ ਵੈਕਸੀਨ ਜਿਹੜੀ ਉਹ ਲੱਗ ਰਹੀ ਹੈ, ਕਈ ਘੱਟ ਉਮਰ ਵਾਲੇ ਵੀ ਲਵਾ ਰਹੇ ਆ, ਜੇਕਰ ਉਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਆ ਜਾਂ ਫਰੰਟ ਲਾਈਨ 'ਤੇ ਲੜਨ ਵਾਲੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਵੀ ਉਹ ਵੈਕਸੀਨ ਜਿਹੜੀ ਲੱਗ ਗਈ ਹੈ। ਇਹਨਾਂ ਦੋਵਾਂ ਦੇ ਵਿੱਚ ਕੋਈ ਫ਼ਰਕ ਹੈਗਾ? ਜੇ ਫ਼ਰਕ ਹੈਗਾ ਤਾਂ ਫ਼ਰਕ ਕੀ ਹੈ, ਔਰ ਕਿਹੜੇ ਵਿਅਕਤੀ ਨੂੰ ਕਿਹੜੀ ਵੈਕਸੀਨ ਲਵਾਉਣੀ ਚਾਹੀਦੀ ਹੈ ਜਾਂ ਲਵਾਉਣ ਤੋਂ ਬਾਅਦ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ? ਜਤਿੰਦਰ ਜੀ, ਅਸਲ 'ਚ ਨਾ ਵੈਕਸੀਨ ਨੂੰ ਲੈ ਕੇ ਸਾਰੇ ਹੀ ਵਰਲਡ ਓਵਰ ਜਿਹੜਾ ਹੈਗਾ ਉਹ ਕੰਪੈਰੇਟਿਵਲੀ ਕੰਫਿਊਜ਼ਡ ਹੈ, ਔਰ ਵੈਕਸੀਨ ਦੇ ਬਾਰੇ ਕੋਈ ਇੱਕ ਮਤ ਨਹੀਂ ਹੈ, ਨਾ ਸਾਇੰਟਿਸਟ ਦਾ ਇੱਕ ਮਤ ਹੈਗਾ, ਨਾ ਉਹਦੇ 'ਚ ਡਾਕਟਰਸ ਦਾ ਇੱਕ ਮਤ ਹੈਗਾ। ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਸ ਬਾਰੇ ਕੋਈ ਵੀ ਬੰਦਾ ਗੱਲ ਨਹੀਂ ਕਰਦਾ ਉਹ ਹੈਗਾ ਕਿ ਵੈਕਸੀਨ ਜਦੋਂ ਲੱਗ ਜਾਏਗੀ ਉਹ ਕਿੰਨੀ ਦੇਰ ਬੋਡੀ ਦੇ ਉੱਤੇ ਦਾ ਇਫੈਕਟ ਜਿਹੜਾ ਹੈਗਾ ਉਹ ਰਹੇਗਾ। ਕਿਉਂਕਿ ਅਸੀਂ ਇਹ ਗੱਲ ਤਾਂ ਹਮੇਸ਼ਾ ਕਹਿੰਦੇ ਹਾਂ ਨਾ, ਕੋਈ ਚੀਜ਼ ਆਪਾਂ ਖਰੀਦਦੇ ਹਾਂ, ਬਣਾਉਂਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਇੰਨੀ ਕੁ ਚੀਜ਼ ਇੰਨੇ ਕੁ ਦਿਨਾਂ ਵਾਸਤੇ ਬਣਾਈ ਹੈ, ਵਿੱਚ ਜਿਹੜੀ ਹੈਗੀ ਹੈ। ਘਰ ਵੀ ਬਣਾਉਂਦੇ ਹਾਂ ਤਾਂ ਉਹ ਵੀ ਅਸੀਂ ਕਹਿੰਦੇ ਹਾਂ ਵੀ ਇੰਨੇ ਕੁ ਦਿਨਾਂ ਵਾਸਤੇ ਬਣਾਇਆ ਸਾਡਾ ਘਰ ਜਿਹੜਾ ਹੈਗਾ, ਗਰੰਟੀ ਜਾਂ ਵਾਰੰਟੀ ਦਿੱਤੀ ਜਾਂਦੀ ਹੁੰਦੀ ਹੈ। ਲੇਕਿਨ ਇਹਦੇ 'ਚ ਸਭ ਤੋਂ ਵੱਡੀ ਮਾੜੀ ਗੱਲ ਇਹ ਹੈਗੀ ਹੈ ਕਿ ਕੋਈ ਵੀ ਸਾਇੰਟਿਸਟ, ਕੋਈ ਵੀ ਡਾਕਟਰ ਜਿਹੜਾ ਹੈਗਾ ਨਾ, ਜਾਂ ਕੋਈ ਵੀ ਜਿਹੜੀ ਇੰਸਟੀਟਿਊਸ਼ਨ ਜਿਹਨੇ ਬਣਾਈਆਂ ਨੇ, ਉਹ ਵੀ ਇਸ ਗੱਲ ਨੂੰ ਉਹਦੀ ਗਰੰਟੀ ਦੇਣ ਨੂੰ ਤਿਆਰ ਨਹੀਂ ਵੀ ਇਹ ਜਿਹੜੀ ਵੈਕਸੀਨ ਆਪਾਂ ਲਗਾਵਾਂਗੇ ਕਿੰਨੇ ਕੁ ਦਿਨ ਇਹਦਾ ਬੋਡੀ ਦੇ ਉੱਤੇ ਅਸਰ ਰਹੇਗਾ। ਦੂਸਰਾ ਇਹਦਾ ਪਾਰਟ ਜਿਹੜਾ ਸੀਗਾ ਨਾ, ਇਹ ਡਿਬੇਟੇਬਲ ਇਸ ਕਰਕੇ ਹੋ ਗਈ ਕਿ ਇੱਕ ਤਾਂ ਪਹਿਲਾਂ ਤੁਸੀਂ ਸਵਾਲ ਪੁੱਛਿਆ ਵੀ ਇਹਨਾਂ 'ਚ ਫਰਕ ਕੀ ਹੈ। ਇਹਨਾਂ ਤਕਰੀਬਨ ਦੋਨੇ ਇੱਕੋ ਵਰਗੀਆਂ ਵੈਕਸੀਨਸ ਨੇ। ਜਿਹੜੀ ਖਾਸ ਕਰਕੇ ਜਿਹੜੀ ਕੋਵੈਕਸੀਨ ਹੈਗੀ ਆ, ਇਹਦੇ 'ਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੀ ਬਿਮਾਰੀ ਦੇ ਕਾਰਨ ਹੁੰਦੇ, ਜਿਸ ਤਰ੍ਹਾਂ ਵਾਇਰਸ ਹੈਗੇ ਨਾ, ਉਹਨੂੰ ਅਧਮਰੀਜੀ ਕਰਕੇ ਇਨੋਕੂਲੇਟ ਕਰਨੇ ਆਪਾਂ, ਉਹ ਬੋਡੀ ਦੇ ਵਿੱਚ ਆਪਾਂ ਪਾ ਦਿੰਦੇ ਤਾਂ ਬੋਡੀ ਨੂੰ ਕਹਿੰਦੇ ਤਿਆਰ ਕਰ ਵਿੱਚ ਜਿਹੜਾ ਹੈਗਾ ਸਿਸਟਮ, ਡਿਫੈਂਸ ਸਿਸਟਮ, ਜਿਹਨੂੰ ਆਪਾਂ ਐਂਟੀਬੋਡੀਜ਼ ਕਹਿੰਦੇ ਆ। ਦੂਸਰੇ ਪਾਸੇ ਜਿਹਦੇ 'ਚ ਕੋਵਾਸ਼ੀਲਡ ਹੈਗੀ ਹੈ, ਉਹਦੇ 'ਚ ਇਹ ਸੀਗਾ ਕਿ ਚਿੰਪੈਂਜੀਜ਼ ਤੋਂ ਕੁਛ ਆਪਾਂ ਲੈ ਕੇ ਜਿਹੜਾ ਮਟੀਰੀਅਲ ਵਾਇਰਸ ਜਿਹੜੀ ਹੈਗੀ ਆ ਉਹਨੂੰ ਆਪਣੇ ਢੰਗ ਨਾਲ ਥੋੜ੍ਹਾ ਮੋਡੀਫਾਈ ਕਰਕੇ ਤਾਂ ਫਿਰ ਆਪਾਂ ਬੋਡੀ 'ਚ ਪਾਇਆ ਵਿੱਚ ਜਿਹੜੀ ਹੈਗੀ ਹੈ ਨਾ। ਸੋ ਥੋੜ੍ਹਾ ਜਿਹਾ ਫਰਕ ਹੈ ਦੋਨਾਂ ਦੇ ਵਿੱਚ ਜਿਹੜੀ ਹੈਗੀ ਹੈ।
ਤੇ ਉਹਦੇ 'ਚ ਇਹੀ ਗੱਲ ਮੰਨੀ ਗਈ ਕਿ ਜਿਹੜੀ ਕੋਵਾਸ਼ੀਲਡ ਹੈਗੀ ਹੈ ਇਹ ਸ਼ਾਇਦ ਕੁਛ ਵਿੱਚ ਜਿਹੜੇ ਹੈਗੇ ਨੇ, ਜਿਵੇਂ ਕੋਈ ਸਾਇੰਟੀਫਿਕ ਜਰਨਲ ਆਉਂਦੇ ਨੇ ਜਿਹਦੇ 'ਚ ਜਿੰਨੀ ਕੁ ਮੇਰੀ ਨੌਲੇਜ ਕੰਮ ਕਰਦੀ ਆ, ਉਹਦੇ 'ਚ ਇਹ ਵੀ ਗੱਲ ਆਈ ਹੈ ਕਿ ਇਹ ਜਿਹੜਾ ਕੋਵਿਸ਼ੀਲਡ ਹੈਗੀ ਹੈ ਜਿਹੜੀ ਪੰਜਾਬ ਵਿੱਚ ਵੈਸੇ ਜ਼ਿਆਦਾ ਲੱਗ ਰਹੀ ਹੈ, ਵੀ ਇਹ ਸ਼ਾਇਦ ਜਿਹੜਾ ਇਹ ਡਬਲ ਮਿਊਟੈਂਟ ਆਇਆ ਜਿਹੜਾ ਪੰਜਾਬ ਦੇ ਵਿੱਚ ਹੈਗਾ ਵੀ ਹੈ, ਇਹਦੇ ਅਗੇਂਸਟ ਪੂਰੀ ਤਰ੍ਹਾਂ ਐਕਟ ਕਰ ਪਾਏਗੀ ਕਿ ਨਹੀਂ ਕਰ ਪਾਏਗੀ, ਇਹ ਵੀ ਇੱਕ ਪ੍ਰੋਬਲਮ ਹੈਗੀ ਹੈ। ਇਹ ਤਾਂ ਵੈਸੇ ਸਾਰੀਆਂ ਵੈਕਸੀਨ ਦੇ ਬਾਰੇ 'ਚ ਆਇਆ ਹੈ ਕਿ ਜਦੋਂ ਤੁਹਾਡੀ ਮਿਊਟੇਸ਼ਨ ਹੋ ਚੁੱਕੀ ਹੈ, ਜਿਹੜਾ ਮਿਊਟੈਂਟ ਜਿਹੜਾ ਵੇਰੀਐਂਟ ਆਇਆ ਹੈ, ਉਹਦੇ ਉੱਤੇ ਇਹ ਵਾਇਰਸ ਜਿਹੜੀ ਕਿੰਨੀ ਕੁ ਇਫੈਕਟਿਵ ਹੋਏਗੀ। ਇੱਕ ਪਾਰਟ ਤਾਂ ਇਹ ਆਇਆ ਵਿੱਚ। ਦੂਸਰਾ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਹੈ ਤਾਂ ਦੋਵੇਂ ਤਕਰੀਬਨ ਬਰਾਬਰ ਨੇ। ਇੱਕ ਤੀਸਰੀ ਜਿਹੜੀ ਵੈਕਸੀਨ ਜਿਹੜੀ ਫਾਈਜ਼ਰ ਵਾਲਿਆਂ ਨੇ ਮੈਸੇਂਜਰ ਆਰਐਨਏ ਨਾਲ ਕਰਨੀ ਸੀ, ਉਹ ਨਵੀਂ ਟੈਕਨੀਕ ਹੈਗੀ ਹੈ, ਉਹ ਡਿਫਰੈਂਟ ਟੈਕਨੀਕ ਹੈ। ਬਿਲਕੁਲ, ਮੈਂ ਉਹਦੇ ਤੇ ਵੀ ਸਵਾਲ ਤੁਹਾਨੂੰ ਪੁੱਛਣਾ ਸੀਗਾ ਕਿ ਉਹਦੇ ਵਿੱਚ ਕੁਝ ਫਰਕ ਹੈ, ਜਿਵੇਂ USA ਵਰਗਾ ਦੇਸ਼ਾਂ ਦੇ ਵਿੱਚ ਜਾਂ ਹੋਰਨਾਂ ਥਾਵਾਂ ਤੇ ਹੋ ਰਹੀ ਹੈ, ਉਹ ਡਿਫਰੈਂਟ ਹੈਗੀ ਹੈ ਨਵੀਂ ਟੈਕਨੀਕ। ਕੁਆਲਿਟੀ ਦੇ ਵਿੱਚ ਫਰਕ ਹੈ ਕੁਝ? ਉਹ ਡਿਫਰੈਂਟ, ਉਹ ਹੈ ਹੀ ਡਿਫਰੈਂਟ ਹੈਗੀ ਹੈ ਵਿੱਚ ਜਿਹੜੀ ਹੈਗੀ ਹੈ। ਇਹ ਤਾਂ ਜਿਵੇਂ ਆਪਾਂ ਕਹਿੰਦੇ ਨਾ ਵਾਇਰਸ ਜਿਹੜੀ ਹੈਗੀ ਆ, ਆਪਾਂ ਵਾਇਰਸ ਹੀ ਹੈਗੀ ਹੈ ਤਾਂ ਉਹਨੂੰ ਅਧਮੋਈ ਕਰਕੇ ਆਪਾਂ ਬੋਡੀ ਦੇ ਵਿੱਚ ਪਾਤਾ ਤੇ ਬੋਡੀ ਨੂੰ ਕਿਹਾ ਕਿ ਤੈਨੂੰ, ਜਿਵੇਂ ਆਪਾਂ ਹੋਮੋਪੈਥਿਕ ਦੀ ਦਵਾਈ ਨਹੀਂ ਆਪਾਂ ਕਰਦੇ ਹੁੰਦੇ ਕਿ ਉਹ ਹੋਮੋਪੈਥਿਕ ਜਦੋਂ ਦਵਾਈ ਦਿੰਦੇ ਆ, ਉਹ ਕਹਿੰਦੇ ਜੇ ਅਸੀਂ ਦਵਾਈ ਦੇ ਕੰਨ, ਬਿਮਾਰੀ ਦੇ ਕੰਨ ਤੁਹਾਡੇ ਸਰੀਰ 'ਚ ਪਾਤੇ ਨੇ, ਥੋੜੀ ਜਿਹੀ ਲੈ ਲਓ, ਫਿਰ ਬਿਮਾਰੀ ਆਪਣੇ ਆਪ ਰਿਐਕਟ ਕਰੇਗੀ। ਐਕਚੁਅਲੀ ਵੈਕਸੀਨ ਜਿਹੜੀ ਹੈਗੀਆਂ ਨੇ ਉਹ ਤਕਰੀਬਨ ਇਸ ਤਰ੍ਹਾਂ ਐਕਟ ਕਰਦੀਆਂ ਨੇ, ਪਰ ਇਹ ਜਿਹੜੀ ਨਵੀਂ ਥਿਊਰੀ ਜਿਹੜੀ ਫਾਈਜ਼ਰ ਵਾਲੀ ਹੈਗੀ ਹੈ ਮੈਸੇਂਜਰ ਆਰਐਨਏ ਵਾਲੀ, ਉਹ ਇੱਕ ਜੈਨੇਟਿਕ ਮਟੀਰੀਅਲ ਜਿਹੜਾ ਹੈਗਾ ਬੋਡੀ ਦੇ ਵਿੱਚ, ਉਹ ਤੁਹਾਨੂੰ ਕਹੇਗਾ ਕਿ ਸਿਸਟਮ ਨੂੰ ਤਿਆਰ ਕਰੋ ਜਾਂ ਉਹਨੂੰ ਸਿਗਨਲ ਦੇਗਾ ਵਿੱਚ। ਸੋ ਇਹ ਡਿਫਰੈਂਟ ਹੈਗੀ ਹੈ ਕੰਪੈਰੇਟਿਵਲੀ ਦੂਸਰਿਆਂ ਦੇ ਨਾਲੋਂ ਵਿੱਚ ਜਿਹੜੀ ਹੈਗੀ ਹੈ। ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੀਆਂ ਵੈਕਸੀਨ ਜਦੋਂ ਜਿਹੜੀ ਲੱਗਦੀ ਹੈ, ਉਹ ਵੈਕਸੀਨ ਬੋਡੀ ਦੇ ਵਿੱਚ ਜਿਹੜੀਆਂ ਐਂਟੀਬਾਡੀਜ਼ ਤਿਆਰ ਕਰਦੀ ਹੈ, ਇੱਕ ਤਾਂ ਇਹ ਸੀਗਾ ਕਿ ਉਹ ਮਿਊਟੈਂਟ ਦੇ ਅਗੇਂਸਟ ਸਾਰੀਆਂ ਕਰ ਪਾਉਣਗੀਆਂ ਕਿ ਨਹੀਂ ਕਰ ਪਾਉਣਗੀਆਂ, ਕਿਉਂਕਿ ਉਹਦੇ 'ਚ ਨਾ ਇੱਕ ਵਰਡ ਯੂਜ਼ ਹੋਇਆ ਹੈ ਇਮਿਊਨ ਐਸਕੇਪ। ਜਿਵੇਂ ਆਪਾਂ ਕਹਿੰਦੇ ਨਾ ਕਿ ਇੱਕ ਜਦੋਂ ਆਪਾਂ ਵੈਕਸੀਨ ਬਣਾਈ ਸੀ ਉਦੋਂ ਤਾਂ ਵੇਰੀਐਂਟ ਹੈ ਨਹੀਂ ਸੀ। ਦੇਖੋ ਇਹ ਸਾਇੰਟੀਫਿਕ ਲੌਜੀਕਲ ਜੀ ਗੱਲ ਹੈ ਵਿੱਚ, ਅਜੇ ਕਿਉਂਕਿ ਪ੍ਰੂਫ ਨਹੀਂ ਹੈਗੇ, ਲੇਕਿਨ ਇਹ ਗੱਲਾਂ ਜ਼ਰੂਰ ਆਉਂਦੀਆਂ ਨੇ। ਉਹਦੇ 'ਚ ਸੀ ਕਿ ਇੱਕ ਦੇ ਅਗੇਂਸਟ ਆਪਾਂ ਬਣਾ ਲਈ ਸੀ, ਉਹਦੇ ਅਗੇਂਸਟ ਤਾਂ ਤੁਹਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਐਂਟੀਬਾਡੀਜ਼ ਬਣਨ ਲੱਗ ਗਈਆਂ, ਮੰਨ ਲਿਆ ਹੈ ਨਾ ਜੀ। ਤੁਸੀਂ ਜਦੋਂ ਵੈਕਸੀਨ ਬਾਈ ਤਿਆਰ ਕਰ ਲਈ, ਲੇਕਿਨ ਜਿਹੜਾ ਮਿਊਟੈਂਟ ਜਿਹੜਾ ਆਇਆ, ਉਹ ਮਿਊਟੈਂਟ ਜਿਹੜਾ ਹੈਗਾ ਉਹ ਕਿਤੇ ਇਹ ਤਾਂ ਨਹੀਂ ਕਿ ਇਹਦੇ ਤੋਂ ਬਾਹਰ ਨਿਕਲ ਜਾਏਗਾ ਉਹ, ਤੇ ਫਿਰ ਉਹ ਜ਼ਿਆਦਾ ਜਿਵੇਂ ਕਹਿੰਦੇ ਹੜੱਪਣ ਜ਼ਿਆਦਾ ਮਚਾਏਗਾ ਵਿੱਚੋਂ, ਜ਼ਿਆਦਾ ਐਕਟਿਵ ਹੋ ਜਾਏਗਾ ਵਿੱਚੋਂ, ਕਿ ਜਿਹੜਾ ਇੱਕ ਪਿਆ ਹੋਇਆ ਉਸ ਨੂੰ ਤੁਸੀਂ ਉਹ, ਜਿਵੇਂ ਪੰਜਾਬ ਦੇ ਵਿੱਚ ਤੇ ਆ ਗਿਆ ਕਿ ਸੈਕਿੰਡ ਆ ਗਿਆ ਮਿਊਟੈਂਟ ਹੀ ਆ ਗਿਆ, ਕੇਸਿਸ ਵੀ ਜ਼ਿਆਦਾ ਉਹ ਹੈਗੇ ਨੇ। ਆਪਣੀ ਵੈਕਸੀਨ ਪਹਿਲੇ ਦੇ ਅਗੇਂਸਟ ਜ਼ਿਆਦਾ ਐਕਟ ਕਰਦੀ ਹੈ ਤੇ ਦੂਜੇ ਵਾਲਾ ਫ੍ਰੀ ਹੋ ਗਿਆ, ਫਿਰ ਉੱਥੋਂ ਜਿਹੜਾ ਹੈਗਾ ਉਹ ਕਿਤੇ ਤੁਹਾਡਾ ਦੂਜਾ ਨੁਕਸਾਨ ਤਾਂ ਨਹੀਂ ਕਰੇਗਾ, ਵੱਧ ਨੁਕਸਾਨ ਤਾਂ ਨਹੀਂ ਕਰੇਗਾ। ਇਹਨਾਂ ਗੱਲਾਂ ਬਾਰੇ ਬਹੁਤੀ ਵਾਰੀ ਜਿਹੜੇ ਹੈਗੇ ਨੇ ਉਹ ਆਮ ਡਾਕਟਰ ਬੋਲਦੇ ਨਹੀਂ ਹੈ, ਔਰ ਆਮ ਗੱਲ ਜਿਹੜੀ ਹੈਗੀ ਹੈ ਉਹ ਮੀਡੀਆ ਵੀ ਜ਼ਿਆਦਾ ਹਾਈਲਾਈਟ ਨਹੀਂ ਕਰਦਾ। ਸੋ ਇਸ ਕਰਕੇ ਨਾ ਇਹ ਥੋੜਾ ਕਨਫਿਊਜ਼ਨ ਹੈ, ਕਨਫਰਮਡ ਗੱਲਾਂ ਨਹੀਂ ਹੈਗੀਆਂ, ਕਨਫਿਊਜ਼ ਗੱਲਾਂ ਹੈਗੀਆਂ ਨੇ। ਮੋਟੇ ਜਿਹੇ ਤੌਰ ਤੇ ਆਪਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਮੋਟੇ ਜਿਹੇ ਤੌਰ ਤੇ ਸਮਝਾਇਆ ਵੀ ਇੱਕ ਬੰਦੇ ਨੂੰ ਤਾਂ ਆਪਾਂ ਘੇਰ ਲਿਆ, ਲੇਕਿਨ ਜਿਸ ਬੰਦੇ ਬਾਰੇ ਆਪਾਂ ਕੋਈ ਅਜੇ ਤੱਕ ਤਿਆਰ ਹੀ ਨਹੀਂ ਸੀ ਕੀਤਾ, ਉਹ ਤਾਂ ਫਿਰ ਜ਼ਿਆਦਾ ਰੌਲਾ ਪਾਊਗਾ ਨਾ ਵਿੱਚ ਜਿਹੜੀ ਹੈਗੀ ਹੈ। ਸੋ ਇਸ ਤਰ੍ਹਾਂ ਦੀ ਇਹ ਵੀ ਇੱਕ ਥਿਊਰੀ ਹੈਗੀ ਹੈ, ਇਹ ਇੱਕ ਗੱਲ ਜਿਹੜੀ ਹੈਗੀ ਹੈ, ਇਹ ਸਾਇੰਟੀਫਿਕ ਗੱਲਾਂ ਹੈਗੀਆਂ ਨੇ। ਸੋ ਇਹ ਇੱਕ ਹਾਂਜੀ ਜਿਹੜੀ ਇਹ ਵੈਕਸੀਨ ਹੈ, ਇਹ ਇੱਕ ਤਰ੍ਹਾਂ ਦਾ ਬੂਸਟਰ ਇਹਨੂੰ ਕਹਿੰਦੇ ਆ, ਕਿਉਂਕਿ ਕਈ ਲੋਕ ਇਹ ਮੰਨਦੇ ਆ ਕਿ ਜਿਸ ਤਰ੍ਹਾਂ ਮੰਨ ਲਓ ਇਹ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਨੂੰ ਬੁਖਾਰ ਆ ਗਿਆ, ਇਹਦਾ ਮਤਲਬ ਇਹ ਹੈ ਕਿ ਉਹਦਾ ਇਮਿਊਨ ਸਿਸਟਮ ਕਮਜ਼ੋਰ ਸੀਗਾ। ਇਮਿਊਨ ਸਿਸਟਮ ਜਿਹੜਾ ਨਹੀਂ ਉਹਦਾ ਇਮਿਊਨ ਸਿਸਟਮ ਠੀਕ ਸੀਗਾ, ਪਰ ਜਿਹੜਾ ਕਮਜ਼ੋਰ ਸੀਗਾ ਉਹਨੂੰ ਬੁਖਾਰ ਨਹੀਂ ਹੁੰਦਾ, ਕਿਉਂਕਿ ਉਹਦੇ ਜਿਹੜੀ ਕਮੀ ਸੀਗੀ ਇੱਕ ਡੋਜ਼ ਨੇ ਉਹ ਪੂਰੀ ਕਰ ਦਿੱਤੀ। ਉਸ ਤੋਂ ਬਾਅਦ ਜਦੋਂ ਦੁਬਾਰਾ ਡੋਜ਼ ਲੱਗੇਗੀ ਤਾਂ ਉਸ ਤੋਂ ਬਾਅਦ ਹੋ ਸਕਦਾ ਕਿ ਬੁਖਾਰ ਜਿਹੜਾ ਉਹਨੂੰ ਆ ਜਾਏ। ਇਸ ਤਰ੍ਹਾਂ ਦੀ ਵੀ ਕੋਈ ਧਾਰਨਾ ਹੈ? ਇਸ ਤਰ੍ਹਾਂ ਨੂੰ ਕੋਈ 100% ਗੱਲ ਜਿਹੜੀ ਹੈਗੀ ਇਸ ਤਰ੍ਹਾਂ ਨਹੀਂ ਹੁੰਦੀ, ਪਰ ਅਸੀਂ ਨਾਰਮਲੀ ਮੰਨ ਕੇ ਚੱਲਦੇ ਹਾਂ ਕਿ ਬੋਡੀ ਦੇ ਵਿੱਚ ਬੁਖਾਰ ਉਦੋਂ ਆਉਂਦਾ ਜਦੋਂ ਬੋਡੀ ਦੇ ਵਿੱਚ ਨਾ ਕੋਈ ਚੀਜ਼, ਫੋਰਨ ਚੀਜ਼ ਐਂਟਰ ਕਰਦੀ ਹੈ ਵਿੱਚ, ਬੋਡੀ ਰਿਐਕਟ ਕਰਦੀ ਹੈ ਉਸ ਨੂੰ। ਜਦੋਂ ਰਿਐਕਟ ਕਰਦੀ ਹੈ ਤਾਂ ਉਦੋਂ ਉਹ ਬੁਖਾਰ ਜਿਹੜਾ ਹੁੰਦਾ ਹੈ। ਤੇ ਕਈ ਵਾਰੀ ਤਾਂ ਰਿਐਕਟ ਕਰਕੇ ਆਪਾਂ ਆਪਣੇ ਸਿਸਟਮ ਨੂੰ ਤਿਆਰ ਵੀ ਕਰਦੇ ਹਾਂ, ਤੇ ਕਈ ਵਾਰੀ ਆਪਾਂ ਲੜਾਈ ਜੀ ਵੀ ਪਾ ਕੇ ਬੈਠ ਜਾਂਦੇ ਹਾਂ, ਪੰਜਾਬੀ ਸਿੱਧੇ ਤੌਰ ਤੇ ਜੇ ਆਪਾਂ ਸਮਝਣਾ ਵੀ ਹੋਵੇ। ਸੋ ਹਰ ਵਾਰੀ ਬੁਖਾਰ ਹੋਇਆ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਬੋਡੀ ਬਹੁਤ ਚੰਗੀ ਤਰ੍ਹਾਂ ਰਿਐਕਟ ਕਰ ਰਹੀ ਹੈ, ਕਈ ਵਾਰੀ ਉਹ ਰਿਵਰਸ 'ਚ ਵੀ ਰਿਐਕਟ ਕਰ ਰਹੀ ਹੁੰਦੀ ਹੈ ਵਿੱਚ। ਦੋਨੇ ਚੀਜ਼ਾਂ ਹੋ ਸਕਦੀਆਂ ਨੇ ਵਿੱਚ। ਸੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਬੁਖਾਰ ਹੋਇਆ ਤੇ ਤੁਸੀਂ ਬਹੁਤ ਜ਼ਿਆਦਾ ਚੰਗੇ ਹੈਗੇ ਹੋ, ਜੇ ਬੁਖਾਰ ਨਹੀਂ ਹੋਇਆ ਤਾਂ ਤੁਸੀਂ ਕੋਈ ਬਹੁਤ ਜ਼ਿਆਦਾ ਮਾੜੇ ਹੈਗੇ ਹੋ, ਇਸ ਤਰ੍ਹਾਂ ਨਹੀਂ ਹੈ। ਉਹ ਬੋਡੀ ਦਾ ਅੰਦਰ ਜਿਹੜਾ ਸਿਸਟਮ ਜਿਹੜਾ ਹੈਗਾ ਉਹ ਆਪਣੇ ਇੱਕ ਸੈੱਟ ਸਿਸਟਮ ਦੇ ਵਿੱਚ ਚੱਲਣਾ ਹੈ। ਮੈਂ ਜਿਹੜੀ ਆਪਾਂ ਵੈਕਸੀਨ ਤੇ ਜਦੋਂ ਗੱਲ ਕਰ ਰਹੇ ਸੀਗੇ ਕਿ ਬੋਡੀ ਦੇ ਵਿੱਚ ਐਂਟਰ ਕਰਕੇ ਉਸਨੇ ਜਿਹੜੀਆਂ ਐਂਟੀਬਾਡੀਜ਼ ਬਣਾਈਆਂ ਨੇ, ਇੱਕ ਪਹਿਲੀ ਗੱਲ ਤੇ ਹੈਗਾ ਕਿ ਉਹ ਬਣਾਉਂਦੀ ਕਿੰਨੀ ਕੁ ਹੈ, ਠੀਕ ਹੈ ਜੀ। ਨੰਬਰ 2 ਉਹ ਹੈਗਾ ਵੀ ਉਹ ਰਹਿੰਦੀ ਕਿੰਨੀ ਦੇਰ ਅੰਦਰ। ਇਹ ਦੋਵੇਂ ਗੱਲਾਂ ਬਹੁਤ ਇੰਪੋਰਟੈਂਟ ਨੇ। ਔਰ ਤੁਸੀਂ ਦੇਖੋ ਕਿ ਜਦੋਂ ਇਹਦੀ ਆਥੋਰਾਈਜੇਸ਼ਨ ਹੋਈ ਹੈ, ਇਹਦੇ 'ਚ 2 ਵਰਡ ਜਿਹੜੇ ਹੈਗੇ ਆ ਉਹਨਾਂ ਵਰਡਸ ਦੇ ਨਾਲ ਮੇਰੀ ਕੋਈ ਜ਼ਿਆਦਾ ਸਹਿਮਤੀ ਨਹੀਂ ਹੈ। ਇੱਕ ਤਾਂ ਇਹ ਹੋਇਆ ਕਿ ਇਹ ਐਮਰਜੈਂਸੀ ਜਿਹੜਾ ਆਥੋਰਾਈਜੇਸ਼ਨ ਦਿੱਤੀ ਗਈ ਹੈ। ਵੈਕਸੀਨ ਜਿਹੜੀ ਹੈਗੀ ਆ ਉਹਦੀ ਐਮਰਜੈਂਸੀ ਆਥੋਰਾਈਜੇਸ਼ਨ ਦਾ ਕੀ ਮਤਲਬ ਨਿਕਲਦਾ ਸੀਗਾ?
ਨੰਬਰ 2 ਇਹ ਹੋਇਆ ਸੀਗਾ ਕਿ ਜਿਹੜਾ ਤੁਸੀਂ ਵੀ ਸਵਾਲ ਪੁੱਛਿਆ ਸੀਗਾ ਕਿ 45 ਸਾਲ ਤੋਂ ਵੱਧ ਵਾਸਤੇ ਵਰਤਿਆ, ਇਹਨਾਂ ਨੇ ਕਿਹਾ ਕਿ ਅਸੀਂ ਇੱਕ ਸਪੈਸੀਫਿਕ ਗਰੁੱਪ ਵਾਸਤੇ ਜਿਹੜਾ ਹੈਗਾ ਵਰਤਾਂਗੇ, ਕਿਉਂਕਿ ਦੂਸਰੇ ਗਰੁੱਪਸ ਵਾਸਤੇ ਇਹਨਾਂ ਦੇ ਟ੍ਰਾਇਲ ਹੀ ਨਹੀਂ ਸੀ ਹੋਏ। ਜਿਵੇਂ ਅੱਜ ਆਪਾਂ 18 ਸਾਲ ਤੋਂ ਘੱਟ ਨੂੰ ਤਾਂ ਬਿਲਕੁਲ ਹੀ ਨਹੀਂ ਨਾ ਕਹਿ ਰਹੇ ਅਜੇ ਤੱਕ, ਕਿਉਂਕਿ ਟ੍ਰਾਇਲ ਹੀ ਨਹੀਂ ਹੋਏ ਉਸ ਤੇ। ਪ੍ਰੈਗਨੈਂਟ ਮਦਰਸ ਜਿਹੜੇ ਹੈਗੇ ਉਸ ਤੇ ਟ੍ਰਾਇਲ ਨਹੀਂ ਹੋਏ, ਜਿਹੜੀਆਂ ਮਦਰਸ ਬੱਚੇ ਨੂੰ ਜਨਮ ਦੇ ਚੁੱਕੀਆਂ ਨੇ, ਲੈਕਟੇਟਿੰਗ ਮਦਰਸ ਨੂੰ ਆਪਾਂ ਕਹਿੰਦੇ ਉਸ ਤੇ ਟ੍ਰਾਇਲ ਨਹੀਂ ਹੋਏ। ਸੋ ਇਹਦਾ ਮਤਲਬ ਇਹ ਨਾ ਇਹਨੂੰ ਮੈਂ ਐਕਚੁਅਲੀ ਵਰਡ ਯੂਜ਼ ਕਰਦਾ ਨਾ ਕੱਚੀ ਪੱਕੀ ਵੈਕਸੀਨ ਜਿਹੜੀ ਹੈਗੀ ਹੈ। ਮੈਂ ਆਈ ਐਮ ਸੌਰੀ, ਲੇਕਿਨ ਮੈਂ ਇਹ ਵਰਡਸ ਯੂਜ਼ ਕਰਦਾ ਹੁੰਦਾ ਕਿ ਇਹਦੇ ਵਿੱਚ ਬਿਜ਼ਨਸ ਰੇਸ ਦੇਖਣ ਨੂੰ ਜ਼ਿਆਦਾ ਲੱਗਦੀ ਹੈ, ਤੇ ਜਿਹੜੇ ਲੌਜੀਕਲੀ ਹੋ ਕੇ ਸਾਰੀ ਗੱਲ ਅਗਰ ਸਮਝੀ ਜਾਂ ਸਮਝਾਉਣੀ ਹੋਵੇ ਇਹ ਸ਼ਾਇਦ ਔਖੀ ਹੈ ਕਿ ਇਹ ਇੱਦਾਂ ਕਿਉਂ ਕੀਤਾ ਇਹਨਾਂ ਲੋਕਾਂ ਨੇ ਵਿੱਚ ਜਿਹੜੀ ਹੈਗੀ ਹੈ। ਔਰ ਤੁਸੀਂ ਦੇਖੋ ਕਿ ਜਿਸ ਦਿਨ ਵੈਕਸੀਨ ਦੀ ਆਥੋਰਾਈਜੇਸ਼ਨ ਹੋਈ ਹੈ ਉਸ ਤੋਂ ਅਗਲੇ ਦਿਨ ਤਾਂ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਸੀ। ਇਹਦਾ ਮਤਲਬ ਵੈਕਸੀਨ ਜਿਹੜੀ ਹੈਗੀ ਆ ਉਹ ਪਹਿਲਾਂ ਤਿਆਰ ਹੋ ਚੁੱਕੀ ਸੀ ਤੇ ਉਹਦੀ ਆਥੋਰਾਈਜੇਸ਼ਨ ਬਾਅਦ ਚ ਹੋਈ ਹੈ, ਇਹਦੇ ਇਹ ਮਤਲਬ ਨਿਕਲਦਾ। ਸੋ ਇਹ ਨਾ ਥੋੜ੍ਹੀਆਂ ਕਨਫਿਊਜ਼ਨ ਵਾਲੀਆਂ ਗੱਲਾਂ ਨੇ, ਬਟ ਇਹ ਹੈਗਾ ਕਿ ਵੈਕਸੀਨਸ ਆਪਾਂ ਦੂਸਰਾ ਪਾਰਟ ਮੈਂ ਗੱਲ ਕਹਾਂਗਾ ਕਿ ਵੈਕਸੀਨਸ ਵੱਡੀਆਂ ਬਿਮਾਰੀਆਂ ਦੇ ਵਿੱਚ ਸਕਸੈਸਫੁਲ ਹੋਈਆਂ ਨੇ। ਔਰ ਤੁਸੀਂ ਦੇਖੋ ਪੋਲੀਓ ਵਰਗੀ ਬਿਮਾਰੀ ਖਤਮ ਹੋਈ ਹੈ, ਚੇਚਕ ਵਰਗੀ ਬਿਮਾਰੀ ਜਿਹੜੀ ਸਮਾਲ ਪਾਕਸ ਹੁੰਦੀ ਸੀ ਉਹ ਖਤਮ ਹੋਈ ਹੈ, ਟੀਵੀ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਖਤਮ ਹੋਣ ਕਿਨਾਰੇ ਹੈ, ਮੀਜ਼ਲ ਜਿਹੜਾ ਖਸਰਾ ਵਾਲਾ ਹੈਗਾ, ਰੁਬੈਲਾ ਆਪਾਂ ਕਹਿੰਦੇ ਆ, ਇਹ ਬਿਮਾਰੀਆਂ ਖਤਮ ਹੋਣ ਕਾਰਨ ਟੈਟਨਸ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਬਹੁਤ ਹੀ ਘੱਟ ਲੋਕਾਂ ਨੂੰ ਹੁੰਦੀ ਹੈ ਵਿੱਚੋਂ। ਸੋ ਇਹ ਵੈਕਸੀਨ ਦਾ ਹੀ ਹਿੱਸਾ ਸੀਗਾ ਕਿ ਜਿਨ੍ਹਾਂ ਨੇ ਕੀਤੀਆਂ, ਲੇਕਿਨ ਉਹਨਾਂ ਨੇ ਸਾਰਾ ਪ੍ਰੋਟੋਕੋਲ ਫੋਲੋ ਕੀਤਾ ਸੀ। ਇਹਨਾਂ ਨੇ ਨਾ ਪ੍ਰੋਟੋਕੋਲ ਬਹੁਤਾ ਪੂਰੀ ਤਰ੍ਹਾਂ ਫੋਲੋ ਨਹੀਂ ਕੀਤਾ। ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਇਹ ਸਰਕਾਰ ਦੀ ਰਲੀ ਮਰਜ਼ੀ ਨਾਲ ਹੋ ਰਿਹਾ ਹੈ ਕਿ ਇਹ ਜਿਹੜੀ ਇੰਡਸਟਰੀ ਹੈਗੀ ਹੈ ਉਹ ਸਾਰੇ ਪ੍ਰੋਟੋਕੋਲ ਨੂੰ 1 ਸਾਲ ਦੇ ਵਿੱਚ ਕਿਵੇਂ ਐਕਸਪਲੇਨ ਕਰੇਗੀ, ਕਿਉਂਕਿ ਇਹ ਵੈਕਸੀਨਸ ਜਿਹੜੀਆਂ ਹੈਗੀਆਂ ਬਣਾਉਣ 'ਤੇ ਬਹੁਤ ਲੰਬਾ ਟਾਈਮ ਲੱਗਦਾ ਵਿੱਚ। ਤੁਸੀਂ ਪਿੱਛੇ ਜੇ ਸੁਣਿਆ ਨਾ ਜਿਹੜੀ ਰਸ਼ੀਅਨ ਵਾਲੀ ਜਿਹੜੀ ਇਹ ਆ ਵੀ ਰਹੀ ਹੈ ਸਪੁਤਨਿਕ V, ਔਰ ਇਹਦੇ 'ਚ ਗੱਲ ਕਹੀ ਗਈ ਸੈਕੰਡ ਤੇ ਥਰਡ ਟ੍ਰਾਇਲ ਜਿਹੜੀ ਸਟੇਜ ਜਿਹੜੀ ਹੈਗੀ ਆ ਉਹ ਇਕੱਠੀ ਕਰ ਲਈ ਗਈ। ਇਕੱਠੀ ਕਰਨ ਦਾ ਮਤਲਬ ਵੀ ਇਹੀ ਨਿਕਲਦਾ ਐਕਚੁਅਲੀ ਨਾ ਇਹ 1 2 3 4 ਸਟੇਜਸ ਹੁੰਦੀਆਂ ਨੇ, ਔਰ ਇਹਨਾਂ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਲੈਸ ਦੈਨ 100 ਜਦੋਂ ਆਪਾਂ ਕਹਿੰਦੇ ਆ ਵੀ ਆਪਾਂ ਵਲੰਟੀਅਰਸ ਲੈਂਦੇ ਆ ਉਦੋਂ ਉਸ ਨੂੰ ਫਸਟ ਸਟੇਜ ਕਹਿੰਦੇ ਆ। ਫਿਰ ਸੈਕੰਡ ਸਟੇਜ ਹੁੰਦੀ ਲੈਸ ਦੈਨ 1000, ਥਰਡ ਸਟੇਜ ਹੁੰਦੀ ਹੈ ਮੋਰ ਦੈਨ ਥਾਊਜ਼ੈਂਡਸ, ਫੋਰਥ ਸਟੇਜ ਹੁੰਦੀ ਹੈ ਕਿ ਜਦੋਂ ਉਹਨੂੰ ਆਪਾਂ ਬਲ ਕੇ ਚਲਾਉਂਦੇ ਆ ਉਦੋਂ ਉਹਦੀ ਐਫੀਕੇਸੀ ਕਿੰਨੀ ਨਿਕਲਦੀ ਹੈ। ਅੱਜ ਮੇਰੇ ਹਿਸਾਬ ਨਾਲ ਇਹ ਜ਼ਿਆਦਾ ਨਾ ਫੋਰਥ ਸਟੇਜ ਦੀਆਂ ਵੀ ਜ਼ਿਆਦਾ ਗੱਲਾਂ ਨਹੀਂ ਕਰਦੇ ਵਿੱਚੋਂ ਕਿ ਕਿੰਨੀ ਐਫੀਕੇਸੀ ਹੈ, ਕਿੰਨੇ ਕੁ ਉਹਦੇ ਐਡਵਰਸ ਇਫੈਕਟਸ ਆ ਰਹੇ ਆ ਵਿੱਚੋਂ, ਤੇ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਵਿੱਚ ਜਿਹੜੀ ਹੈਗੀ ਆ ਉਹਨੂੰ ਲੁਕ ਛਪਾ ਕੇ ਕਰਦੇ ਨੇ। ਜਦੋਂ ਆਪਾਂ ਡੈਥਸ ਦੀ ਗੱਲ ਕੀਤੀ ਸੀ ਨਾ, ਜਿਵੇਂ ਮੈਂ ਇੱਕ ਵਰਡ ਯੂਜ਼ ਕੀਤਾ ਸੀਗਾ, ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਬਹੁਤ ਜ਼ਿਆਦਾ ਡੈਥਸ ਹੋ ਰਹੀਆਂ ਨੇ, ਮੈਂ ਕਿਹਾ ਸ਼ਾਇਦ ਮੈਨੂੰ ਤੇ ਵੀ ਡਾਊਟ ਹੈਗਾ ਕਿ ਡਾਟਾ ਵੀ ਮੈਨੀਪੂਲੇਟ ਕਰਦੇ ਨੇ, ਕਿਉਂਕਿ ਟੈਸਟ ਨੂੰ ਤਾਂ ਇਹ ਮੈਨੀਪੂਲੇਟ ਕਰਦੇ ਆ ਬਹੁਤ ਜ਼ਿਆਦਾ, ਵਧਾਉਂਦੇ ਘਟਾਉਂਦੇ ਆ। ਬਿਲਕੁਲ ਡਾਕਟਰ ਸਾਹਿਬ, ਥਾਂ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਸ਼ਮਸ਼ਾਨ ਘਾਟ ਦੇ ਬਾਹਰ ਜਿਹੜੀਆਂ ਨੇ ਉਹ ਲਾਈਨਾਂ ਲੱਗੀਆਂ ਹੋਈਆਂ ਨੇ, ਵਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਪਹਿਲਾਂ ਇਹ ਕਹਿੰਦੇ ਸੀ ਕਿ ਨਹੀਂ ਭਾਈ ਮੌਤਾਂ ਤਾਂ ਜਿਹੜੀਆਂ ਉਹ ਪਹਿਲਾਂ ਵੀ ਹੁੰਦੀਆਂ ਸੀਗੀਆਂ, ਪਰ ਇਸ ਤਰ੍ਹਾਂ ਆਪਾਂ ਬਹੁਤ ਘੱਟ ਵੇਖਦੇ ਸੀ ਕਿ ਕਿਸੇ ਸ਼ਮਸ਼ਾਨ ਘਾਟ ਦੇ ਵਿੱਚ ਵਾਰੀ ਨਹੀਂ ਆ ਰਹੀ, ਜਾਂ ਫਿਰ ਇਸ ਤਰ੍ਹਾਂ ਲੋਕ ਜਿਹੜੇ ਨੇ ਉਹ ਮ੍ਰਿਤਕ ਦੇਹਾਂ ਨੂੰ ਬਾਹਰ ਤੱਕ ਲਾਈਨਾਂ ਦੇ ਵਿੱਚ ਲੈ ਕੇ ਬੈਠੇ ਹੋਏ ਆ। ਪਰ ਅੱਜ ਹਾਲਾਤ ਜਿਹੜੇ ਨੇ ਉਹ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਤਾਂ ਉਸ ਨੂੰ ਵੇਖ ਕੇ ਕਿਹਾ ਜਾ ਸਕਦਾ ਕਿ ਮੌਤਾਂ ਦੀ ਗਿਣਤੀ ਜਿਹੜੀ ਵੱਧ ਰਹੀ ਹੈ, ਦਰ ਵੱਧ ਰਹੀ ਹੈ। ਜੇਕਰ ਆਪਾਂ ਇਸ ਵੈਕਸੀਨ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਵੀ ਕੁਝ ਹੈ ਕਿ ਸ਼ੂਗਰ ਵਾਲੇ ਮਰੀਜ਼ ਜਿਹੜੇ ਹੋਣ ਜਾਂ ਫਿਰ ਹੋਰ ਜਿਹੜੇ ਬਿਮਾਰੀ ਵਾਲੇ ਮਰੀਜ਼ ਆ ਉਹਨਾਂ ਨੇ ਨਹੀਂ ਲਵਾਉਣੀ, ਜਾਂ ਫਿਰ ਲਵਾ ਸਕਦੇ ਨੇ ਪਰ ਆਪਣੇ ਰਿਸਕ ਦੇ ਉੱਤੇ? ਹਾਂਜੀ, ਇਹਦੇ 'ਚ ਇਸ ਤਰ੍ਹਾਂ ਹੈਗਾ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਿ ਫੋਰਥ ਸਟੇਜ ਦੇ ਵਿੱਚ ਆਉਣਾ ਸੀਗਾ ਕਿ ਇਹਦੇ ਐਡਵਰਸ ਇਫੈਕਟਸ ਜਿਹੜੇ ਹੈਗੇ ਨੇ ਉਹ ਕੀ ਆਉਂਦੇ ਆ ਵਿੱਚ। ਇੱਕ ਤਾਂ ਉਹਦੇ ਬਾਰੇ ਜ਼ਿਆਦਾ ਡਿਟੇਲਿੰਗ ਨਹੀਂ ਕਰਦੇ ਇਹ ਲੋਕ ਜਿਹੜੇ ਹੈਗੇ ਨੇ ਨਾ। ਮੈਂ ਇਹ ਗੱਲ ਕਹਾਂਗਾ ਕਿ ਇਹ ਤਾਂ ਹੈਲਥ ਡਿਪਾਰਟਮੈਂਟ ਹੀ ਹੈ ਜਿਹੜਾ ਫਿਰ ਉਹਨੂੰ ਬੇਈਮਾਨ ਕਹਾਂਗੇ ਕਿ ਉਹ ਪੂਰੀ ਤਰ੍ਹਾਂ ਦੱਸ ਨਹੀਂ ਰਿਹਾ ਜਾਂ ਜਿੰਨੇ ਸਟੈਟਿਕਸ ਹੁੰਦੇ ਨੇ ਉਹਨਾਂ ਗੱਲਾਂ ਨੂੰ ਕਲੀਅਰ ਨਹੀਂ ਕਰ ਰਿਹਾ। ਪਰ ਇਹਦੇ 'ਚ ਇਹ ਗੱਲ ਸੀਗੀ ਕਿ ਕੋਮੋਰਬਿਡਿਟੀ ਵਾਲੇ ਲਗਵਾ ਸਕਦੇ ਆ, ਲੇਕਿਨ ਅਗਰ ਕੋਈ ਬਹੁਤ ਸੀਰੀਅਸ ਚੀਜ਼ ਜਿਹਦੇ 'ਚ ਖਾਸ ਕਰਕੇ ਉਹਨਾਂ ਨੂੰ ਬਲੱਡ ਨਾਲ ਰਿਲੇਟਡ ਕੋਈ ਪ੍ਰੋਬਲਮਸ ਆਈਆਂ ਹੋਈਆਂ ਨੇ, ਜਿਹਦੇ 'ਚ ਆਪਾਂ ਬਲੱਡ ਕਲੋਟਿੰਗ ਦੀ ਗੱਲ ਕਰ ਰਹੇ ਹਾਂ। ਤੁਸੀਂ ਸੁਣਿਆ ਨਾ ਪਿੱਛੇ ਕਿ ਬਲੱਡ ਕਲੋਟਿੰਗ ਜਿਹੜੀ ਹੈਗੀ ਆ ਉਹ ਵੀ ਇੱਕ ਸਾਈਡ ਇਫੈਕਟ ਆਇਆ ਇਹ ਜਿਹੜੀ ਵੈਕਸੀਨ ਹੈਗੀ ਆ ਉਸ ਦਾ, ਜਿਹਦੇ ਕਰਕੇ ਤੁਹਾਡੇ ਹਾਰਟ ਦਾ ਅਟੈਕ ਹੋਣਾ ਜਾਂ ਬ੍ਰੇਨ ਅਟੈਕ ਦੀ ਆਪਾਂ ਜਦੋਂ ਗੱਲ ਕਰਦੇ ਹਾਂ। ਸੋ ਉਹਦੇ ਬਾਰੇ ਥੋੜ੍ਹਾ ਜਿਹਾ ਪੇਸ਼ੈਂਟ ਨੂੰ ਇਹ ਆਪਣੀ ਹਿਸਟਰੀ ਜਿਹੜੀ ਹੈਗੀ ਆ ਉਹ ਦੱਸਣੀ ਪਏਗੀ ਵਿੱਚ ਜਿਹੜੀ ਹੈਗੀ ਹੈ। ਪਰ ਮੋਰ ਔਰ ਲੈਸ ਜਿਹੜਾ ਆਪਾਂ ਇਹ ਗੱਲ ਕਹਾਂਗੇ ਕਿ ਇਹ ਜਿਹੜੀਆਂ ਬਲੱਡ ਪ੍ਰੈਸ਼ਰ ਸ਼ੂਗਰ ਵਾਲੀਆਂ ਹੈਗੇ ਮਰੀਜ਼ ਇਹ ਵੈਕਸੀਨ ਲਗਵਾ ਸਕਦੇ ਆ ਬਾਈ ਚਾਇਸ ਕਿ ਉਹਨਾਂ ਨੇ ਵਲੰਟਰਲੀ ਜਿਹੜਾ ਹੈਗਾ ਉਹ ਲਗਵਾਉਣਾ ਚਾਹੁੰਦੇ ਆ। ਸਾਈਡ ਇਫੈਕਟ ਤਾਂ ਫਿਰ ਥੋੜਾ ਜਿਹਾ ਉਸ ਨੂੰ ਸੋਚਣਾ ਪਏਗਾ। ਡਾਕਟਰ ਸਾਹਿਬ, ਤੁਸੀਂ ਹਿਸਟਰੀ ਦੀ ਗੱਲ ਕਹੀ ਆ, ਪਰ ਹੁਣ ਤਾਂ ਪਿੰਡਾਂ ਦੇ ਜਿਹੜੇ ਡਿਸਪੈਂਸਰੀਆਂ ਨੇ ਉਹਨਾਂ ਦੇ ਵਿੱਚ ਵੈਕਸੀਨ ਲੱਗ ਰਹੀ ਹੈ, ਜਾਂ ਹੋਰ ਲੋਕਲ ਕਈ ਥਾਵਾਂ ਦੇ ਉੱਤੇ ਤਾਂ ਇੱਥੇ ਖਰੜ ਦੇ ਵਿੱਚ ਅਸੀਂ ਵੇਖਿਆ ਕਿ ਇੱਥੇ ਇੱਕ ਸੁਸਾਇਟੀ ਦੇ ਵਿੱਚ ਹਾਲ ਦੇ ਵਿੱਚ ਉੱਥੇ ਆਏ ਸੀਗੇ, ਹੁਣ ਉਹ ਨਹੀਂ ਪਤਾ ਕਿਹੜੇ ਹਸਪੀਟਲ ਤੋਂ ਆਏ ਕਿਹੜੇ ਨਹੀਂ ਆਏ, ਉੱਥੇ ਵੀ ਲੋਕ ਲਗਵਾਉਣ ਦੇ ਲਈ ਜਾ ਰਹੇ ਆ। ਪਰ ਇੰਨੀ ਡਿਟੇਲ ਦੇ ਵਿੱਚ ਨਾ ਤਾਂ ਕੋਈ ਪੁੱਛਦਾ ਔਰ ਨਾ ਹੀ ਕੋਈ ਦੱਸਦਾ ਕਿ ਭਾਈ ਮੇਰੇ ਆਹ ਪ੍ਰੋਬਲਮ ਸੀਗੀ ਇਸ ਤੋਂ ਪਹਿਲਾਂ, ਜਾਂ ਸ਼ੂਗਰ ਦੀ ਕੋਈ ਪ੍ਰੋਬਲਮ ਸੀ
ਅਸੀਂ ਥੋੜਾ ਬਹੁਤ ਪੁੱਛਦੇ ਆ ਪਰ ਉਹਦੇ ਵਿੱਚ ਗੱਲ ਕਲੀਅਰ ਨਹੀਂ ਨਾ ਹੁੰਦੀ। ਤੁਸੀਂ ਦੇਖਿਆ ਹੋਣਾ ਜਤਿੰਦਰ ਜੀ, ਜਦੋਂ ਇਹਨਾਂ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਵੈਕਸੀਨ ਲਾਉਣ ਦੀ, ਇਹਨਾਂ ਨੇ ਇਹ ਗੱਲ ਕਹੀ ਸੀ ਕਿ ਵੈਕਸੀਨ ਲੱਗਣ ਤੋਂ ਬਾਅਦ ਅੱਧਾ ਘੰਟਾ ਘੱਟੋ ਘੱਟ ਤੁਹਾਨੂੰ ਉੱਥੇ ਬੈਠਣਾ ਪਊਗਾ, ਕਹੀ ਸੀ ਨਾ? ਬਿਲਕੁਲ ਹੈ ਨਾ ਜੀ। ਤੇ ਹੁਣ ਕਿੱਥੇ ਗਿਆ ਇਹਨਾਂ ਦਾ ਜਿਹੜਾ ਅੱਧਾ ਘੰਟਾ? ਹੁਣ ਤਾਂ ਹੁਣ ਤਾਂ 10 ਮਿੰਟ ਕਹਿੰਦੇ ਆ। 10 ਮਿੰਟ ਵੀ ਕਿੱਥੇ, ਹੁਣ ਤਾਂ ਜਿਵੇਂ ਕਹਿੰਦੇ ਰੇੜੀ ਲੈ ਕੇ ਤੁਰੇ ਫਿਰਦੇ ਆ ਵੀ ਵੈਕਸੀਨ ਲਵਾ ਲਓ ਜੀ, ਵੈਕਸੀਨ ਲਵਾ ਲਓ, ਧੱਕੇ ਨਾਲ ਫੜ ਕੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਟੈਸਟ ਜਦੋਂ ਕਰਦੇ ਆ, ਪਹਿਲਾਂ ਕਿੰਨਾ ਵੱਡੇ ਵੱਡੇ ਗਲਵਸ ਪਾਏ ਹੁੰਦੇ ਸੀ, ਇੰਨੇ ਬਾਂਹ ਤੱਕ, ਫਿਰ ਅੱਗੇ ਉਹਨਾਂ ਨੇ ਸ਼ੀਸ਼ੇ ਵਾਲੀਆਂ ਲਾਈਆਂ ਹੋਈਆਂ ਸੀਗੀਆਂ ਸਾਰੀਆਂ, ਉਦੋਂ ਉਹਦੇ ਨਾਲ ਟੈਸਟ ਕਰਦੇ ਸੀ। ਅੱਜ ਕੱਲ੍ਹ ਤਾਂ ਫੜ ਕੇ ਉੱਥੋਂ ਜਿਹੜਾ ਹੈਗਾ ਪੁਲਿਸ ਨਾਲ ਹੁੰਦੀ ਹੈ। ਜੇ ਕੋਈ ਰੇੜੀ ਦੇ ਅੰਬ ਖਰੀਦ ਰਿਹਾ ਉਹਦੇ ਵੀ ਟੈਸਟ ਕਰਨ ਲੱਗ ਜਾਂਦੇ ਨੇ, ਕੋਈ ਕਾਰ 'ਚ ਬੈਠਾ ਹੋਇਆ ਉਹਦੇ ਟੈਸਟ ਕਰਨ ਲੱਗ ਜਾਂਦੇ ਨੇ, ਕੋਈ ਕਦੀ ਕਹਿੰਦੇ ਜੇ ਤੁਰੇ ਜਾਂਦੇ ਤਾਂ ਟੈਸਟ ਕਰਾਂਗੇ। ਇਹਨਾਂ ਲੋਕਾਂ ਨੇ ਕੋਈ ਵੀ ਇੱਦਾਂ ਦੀ, ਜੇ ਇਹਨੂੰ ਫਿਰ ਸਾਰੇ ਨੂੰ ਆਪਾਂ ਸਮ ਅਪ ਕਰੀਏ ਨਾ, ਤਾਂ ਸਾਨੂੰ ਇੱਦਾਂ ਲੱਗਦਾ, ਮੈਨੂੰ ਵੀ ਐਜ ਏ ਮੈਡੀਕਲ ਮੈਨ, ਕਿਉਂਕਿ ਮੈंने ਇਸ ਟੌਪਿਕ ਦੇ ਉੱਤੇ ਬਹੁਤ ਕੁਝ ਬੋਲਿਆ ਪਿਛਲੀ ਵਾਰ, ਮੇਰੇ ਹਿਸਾਬ ਨਾਲ ਸੈਂਕੜੇ ਇੰਟਰਵਿਊਜ਼ ਜਿਹੜੀਆਂ ਹੈਗੀਆਂ ਹੋਈਆਂ ਨੇ ਲੋਕਾਂ ਦੇ ਨਾਲ, ਮੇਰੀ ਡਿਸਕਸ਼ਨਸ ਮੀਡੀਆ ਤੇ ਵੀ ਬਹੁਤ, ਤੇ ਲੋਕਲ ਲੈਵਲ ਤੇ ਵੀ ਬਹੁਤ ਡਿਸਕਸ਼ਨਸ ਹੋਈਆਂ ਨੇ। ਪਰ ਨਾ ਤਾਂ ਕਰੋਨਾ ਚੇਂਜ ਹੋਇਆ, ਨਾ ਹੀ ਤੁਹਾਡੀ ਕੋਈ ਇਨਫਰਾਸਟ੍ਰਕਚਰ ਚੇਂਜ ਹੋਈ, ਨਾ ਹੀ ਤੁਹਾਡੀ ਦਵਾਈ ਚੇਂਜ ਹੋਈ, ਤਾਂ ਤੁਸੀਂ ਫਿਰ ਨਵੇਂ ਪਖੰਡਬਾਜ਼ੀ ਕਿਉਂ ਕਰਦੇ ਹੋ? ਤੁਸੀਂ ਦੇਖੋ ਕਿ ਆਪਣਾ ਜਤਿੰਦਰ ਜੀ, ਦੇਖੋ ਕਿ ਕਾਰ ਦੇ ਵਿੱਚ 2 ਜਾਂ 1 ਬੰਦਾ ਬੈਠਾ ਵੀ ਉਹਦਾ ਚਲਾਨ ਕਰ ਦਿੰਦੇ ਆ। ਜਦੋਂ ਆਪ ਲੱਖਾਂ ਦੇ ਹਿਸਾਬ ਨਾਲ ਰੈਲੀਆਂ ਕਰਦੇ ਆ, ਉਦੋਂ ਤਾਂ ਕਿਸੇ ਦਾ ਕੋਈ ਚਲਾਨ ਨਹੀਂ ਹੋਇਆ, ਇਨਕਲੂਡਿੰਗ ਦਾ ਪ੍ਰਾਈਮ ਮਿਨਿਸਟਰ, ਇਨਕਲੂਡਿੰਗ ਦਾ ਚੀਫ ਮਿਨਿਸਟਰਸ। ਐ ਫਿਰਦੇ ਆ ਵਿੱਚ ਜਿਹੜੇ ਹੈਗੇ ਆ, ਜਿਵੇਂ ਬਾਗ ਵਿੱਚ ਘੁੰਮਦੇ ਹੁੰਦੇ ਆ। ਔਰ ਆਮ ਬੰਦਾ ਜਿਹੜਾ ਹੈਗਾ, ਜੇ ਉਹ ਕਾਰ 'ਚ ਬੈਠਾ ਹੋਇਆ ਇਕੱਲਾ, ਜਾਂ ਹਸਬੈਂਡ ਵਾਈਫ ਬੈਠਾ ਹੋਵੇ, ਜਾਂ ਪਰਿਵਾਰ ਬੈਠਾ ਹੋਵੇ, ਉਹਦੇ ਚਲਾਨ ਕਰ ਦਿੰਦੇ ਆ ਵਿੱਚ ਜਿਹੜੀ ਹੈਗੀ ਆ। ਸੋ ਇਹਨਾਂ ਦੀ ਕੋਈ ਵੀ ਕੋਹੈਰੈਂਟ ਪਾਲਿਸੀ ਨਹੀਂ ਰਹੀ। ਅੱਜ ਤੁਸੀਂ ਦੇਖੋ ਰਾਤ ਵਾਲੇ ਕਰਫਿਊ ਦੀ ਗੱਲ ਤੁਸੀਂ ਦੇਖ ਲਓ, ਐਕਟੀਵਿਟੀ ਤੇ ਸਾਰੀ ਦੀ ਸਾਰੀ ਦਿਨੇ ਹੁੰਦੀ ਹੈ, ਰਾਤ ਨੂੰ ਤੁਸੀਂ ਲਾ ਕੇ ਕਰਫਿਊ ਤੁਸੀਂ ਕੀ ਕਰੋਗੇ? ਸਾਡਾ ਤਾਂ ਹੈਲਥ ਮਿਨਿਸਟਰ ਜਿਹੜਾ ਹੈਗਾ ਨਾ, ਉਹ ਜਿਹੜੀ ਸੋਡੀਅਮ ਹਾਈਪੋਕਲੋਰਾਈਡ ਜਿਹਦਾ ਸਪਰੇਅ ਦੀ ਗੱਲ ਕਰਦੇ ਸੀ ਆਪਾਂ, ਉਹ ਕਰਦਾ ਫਿਰਦਾ ਸੀ, ਲੋਕਾਂ ਨੇ ਡਰੋਨ ਬਣਾ ਕੇ ਲੋਕਾਂ ਦੇ ਸਿਰਾਂ 'ਚ ਪਾਉਂਦਾ ਸੀਗਾ, ਜਦੋਂ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸੋਡੀਅਮ ਹਾਈਪੋਕਲੋਰਾਈਡ ਹੈ ਕੀ ਚੀਜ਼ ਹੈ, ਕਿੱਥੇ ਆਪਾਂ ਯੂਜ਼ ਕਰਨਾ। ਉਹਨੂੰ ਆਪਾਂ ਹਸਪੀਟਲ ਵਾਸਤੇ ਯੂਜ਼ ਕਰਦੇ ਹੁੰਦੇ ਸੀਗੇ, ਉਹ ਵੀ ਉੱਥੇ ਪਾਉਂਦੇ ਸੀਗੇ ਜਿੱਥੇ ਕੋਈ ਬੋਡੀ ਦੀਆਂ ਸਕ੍ਰੀਸ਼ਨਸ ਗਿਰ ਜਾਂਦੀਆਂ ਸੀ ਨਾ, ਉਹਦੇ ਉੱਤੇ ਸੋਡੀਅਮ ਹਾਈਪੋਕਲੋਰਾਈਡ ਜਿਹੜਾ ਬਲੀਚਿੰਗ ਪਾਊਡਰ ਹੁੰਦਾ, ਉਹ ਆਪਾਂ ਯੂਜ਼ ਕਰਦੇ ਸੀ ਉਹਦੇ 'ਚ। ਲੇਕਿਨ ਇਹਨਾਂ ਨੇ ਲੋਕਾਂ ਦੇ ਸਿਰਾਂ 'ਚ ਪਾਇਆ, ਸੜਕਾਂ 'ਤੇ ਸਪਰੇਅ ਕਰਦੇ ਹੁੰਦੇ ਸੀਗੇ, ਠੀਕ ਹੈ। ਸੋ ਇਹਨਾਂ ਲੋਕਾਂ ਦੀ ਕੋਈ ਵੀ ਕੋਹੈਰੈਂਟ ਪਾਲਿਸੀ ਨਹੀਂ ਰਹੀ, ਔਰ ਨਾ ਹੀ ਇਹਨਾਂ ਨੇ ਕੁਝ ਸਾਇੰਟੀਫਿਕ ਢੰਗ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਜ ਵੀ ਇਹ ਸਾਰੀਆਂ ਜਿੰਨੀਆਂ ਜੋ ਕੁਝ ਪਹਿਲਾਂ ਸੀਗਾ, ਉਹ ਸਾਰਿਆਂ ਨੂੰ ਚੇਂਜ ਕਰਕੇ ਹੁਣ ਜਿਹੜਾ ਹੈਗਾ ਉਸ ਨੂੰ ਇਸ ਢੰਗ ਦੇ ਨਾਲ ਪ੍ਰੈਜ਼ੈਂਟ ਕਰਕੇ, ਕਿ ਜਿਵੇਂ ਲੋਕਾਂ ਨੂੰ ਕੰਫਿਊਜ਼ ਕਰਤਾ। ਅੱਜ ਕਰੋਨਾ ਨੇ ਕੰਫਿਊਜ਼ ਨਹੀਂ ਕੀਤਾ, ਜਿਹੜੀ ਸਰਕਾਰਾਂ ਦੀਆਂ ਪਾਲਿਸੀਆਂ ਨੇ ਉਹਨਾਂ ਨੇ ਕੰਫਿਊਜ਼ ਕਰਤਾ। ਉੱਤੇ ਤੁਸੀਂ ਦੇਖਿਆ ਕਿ ਇਹਨਾਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ, ਕਰੋਨਾ ਦੇ ਕੇਸਿਸ ਵੱਧ ਗਏ ਪੰਜਾਬ ਵਿੱਚ। ਪਹਿਲਾਂ ਵੀ ਮੈਂ ਕਿਹਾ ਕਿ ਰੇਟ ਜਿਹੜਾ ਇੰਡੀਆ ਦੇ ਨਾਲੋਂ ਡਬਲ ਰੇਟ ਸੀਗਾ, ਤੇ ਪੰਜਾਬ ਦੇ ਤਾਂ ਇਹ ਜਿਹੜੇ ਹੈਗੇ ਆ ਬੰਦੇ, ਉਹਨਾਂ ਨੂੰ ਤਾਂ ਇਹ ਕਰੋਨਾ ਵਾਰੀਅਰ ਕਹਿ ਕੇ ਤੇ ਉਹਨਾਂ ਨੂੰ ਅਵਾਰਡ ਵੀ ਕਰ ਚੁੱਕੇ ਆ। 26 ਜਨਵਰੀ ਨੂੰ, 15 ਅਗਸਤ ਨੂੰ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਐਡਵਾਈਜ਼ਰ, ਹੈਲਥ ਐਡਵਾਈਜ਼ਰ ਹੈਗਾ, ਉਹਨੂੰ 26 ਜਨਵਰੀ ਨੂੰ ਅਵਾਰਡ ਵੀ ਦੇ ਚੁੱਕੇ ਆ। ਕਿਸ ਗੱਲ ਦਾ ਅਵਾਰਡ ਦਿੱਤਾ ਸੀ? ਕਿ ਪੰਜਾਬ ਦੇ ਵਿੱਚ ਡਬਲ ਡੈਥ ਰੇਟ ਹੈ, ਇਸ ਗੱਲ ਦਾ ਅਵਾਰਡ ਦਿੱਤਾ ਸੀ ਇਹਨਾਂ ਲੋਕਾਂ ਨੇ। ਸੋ ਇਸ ਤਰ੍ਹਾਂ ਦੀਆਂ ਬੇਈਮਾਨ ਲੋਕ ਨੇ ਇਹ। ਆਪਣਾ ਜਤਿੰਦਰ ਜੀ, ਤੁਸੀਂ ਵੀ ਤੁਹਾਡਾ ਜਿਹੜਾ ਹੈਗਾ ਇਹ ਸੈਟਅਪ ਇੱਥੇ ਮੋਹਾਲੀ ਖਰੜ ਦੇ ਵਿੱਚ ਜਿਹੜਾ ਹੈਗਾ, ਕਿਸ ਢੰਗ ਦੇ ਨਾਲ ਲੋਕ ਜਿਹੜੇ ਹੈਗੇ ਨੇ ਉਹ ਤਰਾ ਕਰਦੇ ਪਏ ਨੇ ਹੈਲਥ ਮਿਨਿਸਟਰ ਦੇ ਬਾਰੇ 'ਚ, ਔਰ ਲੋਕੀ ਸੜਕਾਂ 'ਤੇ ਬੈਠੇ। ਕੁਰਾਲੀ ਤੁਸੀਂ ਦੇਖਿਆ CSE ਹੈਗੀ ਹੈ, ਲੋਕ ਬਾਹਰ 1.5 ਮਹੀਨਾ ਹੋ ਗਿਆ, 2 ਮਹੀਨੇ ਲਾ ਕੇ ਬੈਠੇ ਆ ਧਰਨਾ ਜਿਹੜਾ ਹੈਗਾ। ਉੱਥੇ ਕੋਈ ਸਰਵਿਸਿਜ਼ ਨਹੀਂ ਦਿੱਤੀਆਂ, ਇੱਥੇ ਕਹਿੰਦੇ ਜੀ ਮੈਂ ਨਵਾਂ ਮੈਡੀਕਲ ਕਾਲਜ ਬਣਾ ਰਿਹਾ, ਉੱਥੇ ਉਹ ਜਿਹੜਾ ਬਣਿਆ ਹੋਇਆ ਉਹਨੂੰ ਤਾਂ ਪਾਲ ਲਓ, ਨਵੇਂ ਜੰਮਣ ਦਾ ਕੀ ਫਾਇਦਾ, ਤੈਨੂੰ ਕਿਉਂ ਹੋਣ ਲੱਗਿਆ ਵਿੱਚ? ਬਿਲਕੁਲ ਡਾਕਟਰ ਸਾਹਿਬ, ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ, ਨੀਅਤ ਤੇ ਨੀਤੀ 'ਚ ਬੜਾ ਫਰਕ ਹੈ। ਸਰਹੱਦੀ ਬੈਲਟ ਦੇ ਵਿੱਚ ਤੁਸੀਂ ਵੀ ਰਹੇ ਹੋ, ਉੱਧਰ ਦੇ ਹਾਲਾਤ ਵੀ ਆਪਾਂ ਵੇਖੀ ਆ। ਉੱਥੇ ਚਿੱਟੇ ਹਾਥੀ ਜਿਹੜੇ ਨੇ ਉਹ ਹਸਪੀਟਲ ਬਣਾ ਦਿੱਤੇ ਗਏ, ਪਰ ਉਹਨਾਂ ਦੇ ਵਿੱਚ ਡਾਕਟਰ ਹੀ ਹੈ ਨਹੀਂ ਗੇ ਉਹਦੇ। ਜਤਿੰਦਰ ਜੀ, ਚਿੱਟੇ ਹਾਥੀ ਇਕੱਲੇ ਨਹੀਂ ਹੈਗੇ, ਉਹਨਾਂ ਦੇ ਚਿੱਟੇ ਹਾਥੀਆਂ ਦੇ ਬੱਚੇ ਵੀ ਹੈਗੇ ਆ। ਇਹਨਾਂ ਨੇ ਬੱਚੇ ਵੀ ਹੈ, ਬਿਲਕੁਲ। ਇਹਨਾਂ ਨੇ 1800 ਬਿਲਡਿੰਗਸ ਨੇ ਇਹਨਾਂ ਦੇ ਕੋਲ, ਜਿਹੜੀਆਂ ਇਹਨਾਂ ਨੇ ਹਰ ਛੋਟੀ ਤੋਂ ਛੋਟੀ ਡਿਸਪੈਂਸਰੀ ਤੇ ਵੱਡੀ ਵੱਡੀ ਅੱਜ ਤੁਸੀਂ ਇੱਧਰ ਕਦੀ ਲਾਲੜੂ ਗਏ ਹੋਗੇ, ਡੇਰਾ ਬਸ ਚੰਡੀਗੜ੍ਹ ਅੰਬਾਲਾ ਰੋਡ ਦੇ ਉੱਤੇ ਲਾਲੜੂ, ਉੱਥੇ ਨਾ 25 ਵਿਸ਼ਿਆਂ ਦਾ ਹਸਪਤਾਲ ਜਿਹੜਾ ਹੈਗਾ ਉਹ 1994 ਚ ਬਣ ਗਿਆ ਸੀਗਾ, ਜਿਹਨੂੰ ਅਸੀਂ ਡੋਨੇਸ਼ਨ ਤੇ ਮੈਂ ਚਲਾਉਂਦਾ ਰਿਹਾ। ਤੇ ਉਹਦੇ ਨਾਲ ਹੀ 2013 ਦੇ ਵਿੱਚ ਨਾ ਇੱਕ 30 ਵਿਸ਼ਿਆਂ ਦਾ ਹਸਪਤਾਲ ਉਸੇ ਕੰਧ ਨਾਲ ਜੋੜ ਕੇ ਬਣਾਤਾ, ਤੇ ਉਹ ਵੀ ਬਣਾ ਕੇ, ਤੇ ਉਹਦੇ ਨਾਲ ਵੀ ਉਹਦੇ 'ਚ ਵੀ ਇੱਕ ਚਿੱਟੇ ਹਾਥੀ ਦਾ ਜਿਹੜਾ ਹੈਗਾ ਬੱਚਾ ਖੜਾ ਨਾਲ, ਜਿਹੜਾ ਉਹ 8 ਵਜੇ 10 ਦੇ ਕਮਰੇ ਆ, ਜਿਹਦੇ 'ਚ ਲਿਖਿਆ ਹੋਇਆ ਫ੍ਰੀ ਡਾਇਗਨੋਸਟਿਕ, ਮੁਫਤ ਦਵਾਈਆਂ ਤੇ ਮੁਫਤ ਟੈਸਟ। ਉਹਦੇ 'ਚ ਕਾਂ ਨੱਚਦੇ ਨੇ ਹੁਣ ਜਿਹੜੇ ਉਹ 8 ਵਜੇ 10 ਵਾਲੇ ਜਿਹੜੇ ਬਣੇ। 1800 ਦੇ ਕਰੀਬ ਬਿਲਡਿੰਗਸ ਨੇ। ਕਿਸੇ ਵੱਡੇ ਤੋਂ ਵੱਡੇ ਹਸਪਤਾਲ, ਕਿਸੇ ਛੋਟੇ ਤੋਂ ਛੋਟੇ ਹਸਪਤਾਲ ਚਲੇ ਜਾਓ, ਭਾਵੇਂ ਉਹਦੇ 100 ਕਮਰਾ ਹੋਵੇ, ਚਾਹੇ 200 ਕਮਰਾ ਹੋਵੇ, ਚਾਹੇ 1000 ਕਮਰਾ ਹੋਵੇ, ਉਹ ਜ਼ਰੂਰ ਦਿਖਾਈ ਦੇਗਾ ਤੁਹਾਨੂੰ। ਇਹ ਹਾਲਾਤ ਨੇ। ਬਿਲਕੁਲ ਕਮਰੇ ਜ਼ਰੂਰ ਦਿਖਾਈ ਦਿੰਦੇ ਆ, ਪਰ ਡਾਕਟਰ ਕਈ ਵਾਰ ਉੱਥੇ ਨਹੀਂ ਦਿਖਾਈ ਦਿੰਦੇ, ਨਾ ਹੀ ਸਟਾਫ ਦਿਖਾਈ ਦਿੰਦਾ, ਤੇ ਨਾ ਹੀ ਮਸ਼ੀਨਾਂ ਜਿਹੜੀਆਂ ਨੇ ਲੋੜ ਵਾਸਤੇ ਉਹ ਦਿਖਾਈ ਦਿੰਦੀਆਂ। ਡਾਕਟਰ ਸਾਹਿਬ, ਇੱਕ ਵੱਡੀ ਚੁਣੌਤੀ ਜਿਹੜੀ ਇਹ ਵੀ ਸਾਹਮਣੇ ਆ ਰਹੀ ਹੈ, ਕਈ ਥਾਵਾਂ ਦੇ ਉੱਤੇ ਉਹ ਲੋਕ ਫੜੇ ਗਏ
ਜਿਹੜੇ ਕਿ ਨਕਲੀ ਵੈਕਸੀਨ ਲੈ ਕੇ ਫਿਰਦੇ ਸੀਗੇ ਉਹਨਾਂ ਦਾ ਹੱਲ ਕਿਵੇਂ ਹੋਊਗਾ? ਉਹ ਵੀ ਤਾਂ ਸਿੱਧੇ ਤੌਰ ਤੇ ਲੋਕਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਮੌਤ ਦਰ ਵਧਾਉਣ ਦੇ ਲਈ ਉਹ ਤਾਂ ਤੁਰੇ ਹੀ ਫਿਰਦੇ ਆ, ਸ਼ਰੇਆਮ ਤੁਰੇ ਫਿਰਦੇ ਨਹੀਂ, ਮੈਂ ਤਾਂ ਤੁਹਾਨੂੰ ਪਹਿਲਾਂ ਇੱਕ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਜਿਹੜੇ ਲੋਕ ਗਲਤ ਕੰਮ ਨਹੀਂ ਕਰਦੇ, ਜਿਨ੍ਹਾਂ ਨੂੰ ਮੈਂ ਤੁਹਾਨੂੰ ਕਿਹਾ ਕਿ ਔਨ ਰਿਕਾਰਡ ਅਸੀਂ ਸ਼ਿਕਾਇਤ ਕੀਤੀ ਕਿ ਫਲਾਣੀ ਜਗ੍ਹਾ ਤੇ ਆ ਸੰਗਰੂਰ ਦੇ ਵਿੱਚ ਨੇ ਇੱਕ ਠਸਕਾ ਪਿੰਡ ਹੈ, ਉੱਥੇ ਗੁਰਦੁਆਰੇ ਦਾ ਭਾਈ ਜਿਹੜਾ ਹੈਗਾ ਉਹੀ ਕਰੋਨਾ ਦੀ ਦਵਾਈ ਜਿਹੜੀ ਹੈਗੀ ਉਹ ਦੇਈ ਜਾਂਦਾ ਸੀਗਾ, ਬਾਅਦ ਚ ਉੱਥੋਂ ਭੱਜ ਗਿਆ, ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਕੀਤਾ। ਇੱਕ ਜੇ ਤੁਸੀਂ ਸੁਣਿਆ ਹੋਣਾ ਨੀਟੂ ਛਤਰਾਂ ਵਾਲਾ, ਸੁਣਿਆ ਹੋਣਾ ਜਲੰਧਰ ਵਾਲਾ, ਉਹ ਵਿਚਾਰਾ ਸਾਡੀ ਸ਼ਿਕਾਇਤ ਤੇ ਨਾ ਉਹ ਇਕੱਲਾ ਗਰੀਬ ਜਿਹਾ ਕਾਬੂ ਆ ਗਿਆ ਵਿੱਚ। ਜੀ ਮੈਂ ਤਾਂ ਸਗੋਂ ਉਦੋਂ ਵੀ ਸਵਾਲ ਖੜੇ ਹੋਏ ਕਿ ਬਾਬੇ ਰਾਮਦੇਵ ਨੇ ਵੀ ਤਾਂ ਇੱਕ ਵਾਰ ਕਹਿ ਦਿੱਤਾ ਸੀ ਕਿ ਅਸੀਂ ਵੀ ਵੈਕਸੀਨ ਜਿਹੜੀ ਉਹ ਜਿਹੜਾ ਹੈਗਾ ਕਿ ਬਾਬਾ ਰਾਮਦੇਵ ਜਿਹੜਾ ਇਮਿਊਨਿਟੀ ਬੂਸਟਰ ਦੇ ਨਾਂ ਦੇ ਉੱਤੇ ਦਵਾਈ ਕਹਿ ਕੇ ਕਰੋਨਾ ਨੂੰ ਵੇਚ ਗਿਆ, ਜਿਹੜੇ ਹੈਗੇ ਨੇ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ। ਅਸੀਂ ਕਈ ਸਾਰੇ ਥਾਵਾਂ ਦੇ ਉੱਤੇ ਜਿੱਥੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਸੀ ਨਾ, ਸਰਕਾਰ ਨੂੰ ਅਗਾਹ ਕਰਦੇ ਸੀਗੇ ਕਿ ਇਹਨਾਂ ਤੇ ਐਕਸ਼ਨ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਜਿਹੜੇ ਲੋਕ ਨੇ ਨਾ ਇਹ ਜਿਹੜੀ ਫਾਹ ਅਗਾਉਂਦੇ ਆ ਉਹਦੇ 'ਚ ਫਿਰ ਲੋਕ ਫਸ ਜਾਂਦੇ ਆ, ਕਿਉਂਕਿ ਬਿਲਕੁਲ ਉਹ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਹ ਜਿਹੜੀ ਗੱਲ ਮੈਂ ਕਰ ਰਿਹਾ ਉਹ ਜਿਸ ਤਰ੍ਹਾਂ ਕੋਵੀਸ਼ੀਲਡ ਆਪਣੀ ਵੈਕਸੀਨ ਹੈ ਜਾਂ ਕੋਵੈਕਸੀਨ ਜਿਹੜੀ ਬਣਾਈ ਗਈ ਹੈ ਉਹਨੂੰ ਹੀ ਹੂਬਹੂ ਉਹੀ ਜਿਹੜਾ ਉਹ ਟੈਗ ਲਾ ਕੇ ਉਹਨਾਂ ਹੀ ਸ਼ੀਸ਼ਿਆਂ ਦੇ ਵਿੱਚ ਦਵਾਈਆਂ ਬਣਾ ਕੇ ਭਰ ਕੇ ਉਹ ਜਿਹੜੀ ਵੇਚਦੇ ਉਹ ਵੀ ਲੋਕ ਫੜੇ ਗਏ ਆ। ਉਹਨਾਂ ਦਾ ਹੁਣ ਇਹ ਮੈਨੂੰ ਦੱਸੋ ਕਿ ਉਹਨਾਂ ਲੋਕਾਂ ਨੂੰ ਕਿਵੇਂ ਫੜਿਆ ਜਾ ਸਕਦਾ? ਉਹ ਤਾਂ ਵੱਡੀ ਚੁਣੌਤੀ ਬਣ ਗਈ। ਲੋਕ ਤਾਂ ਚਲੋ ਪਤਾ ਹੈ ਵੀ ਭਾਈ ਇਹਨਾਂ ਦੀ ਜਾਂਚ ਹੋ ਜੂਗੀ ਜੇਕਰ ਇੱਦਾਂ ਦਾ ਕੋਈ ਦਾਅਵਾ ਕਰ ਰਿਹਾ ਕਿ ਇਹਦੇ ਨਾਲ ਕਰੋਨਾ ਦਾ ਇਲਾਜ ਹੋ ਜੂਗਾ, ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੂੰ ਫੜਨਾ ਕਿਹੜਾ ਸੌਖਾ ਹੋਊਗਾ, ਕਿੰਨਾ ਕੁ ਆਸਾਨ ਹੋਊਗਾ? ਉਹ ਜ਼ਿਆਦਾ ਜ਼ਰੂਰੀ ਹੈ। ਜਿੰਨੀ ਦੇਰ ਤੱਕ ਤੁਹਾਨੂੰ ਵੀ ਜਤਿੰਦਰ ਜੀ ਪਤਾ ਹੈ ਕਿ ਇੰਡੀਆ ਹੋਵੇ ਜਾਂ ਪੰਜਾਬ, ਚੋਰ ਬਜ਼ਾਰੀ ਬਹੁਤ ਜ਼ਿਆਦਾ ਹੈਗੀ ਹੈ, ਕਾਲਾ ਬਜ਼ਾਰੀ ਬਹੁਤ ਜ਼ਿਆਦਾ ਹੈਗੀ ਹੈ। ਇਸ ਦੇ ਉੱਤੇ ਤਾਂ ਆਪਾਂ ਨੂੰ ਹਰ ਚੀਜ਼ ਇੰਡੀਆ ਦੇ ਵਿੱਚ ਹੁੰਦੀ ਘੜੀ ਨਕਲੀ ਮਿਲ ਜਾਂਦੀ ਹੈ, ਵਿੱਚ ਜਿਹੜੀ ਡੁਪਲੀਕੇਸੀ ਕਰ ਲੈਂਦੇ ਆ ਵਿੱਚ ਜਿਹੜੀ ਹੈਗੀ ਹੈ। ਸੋ ਪਰ ਉਹਦੇ 'ਚ ਆਪਾਂ ਦੇਖਿਆ ਕਿ ਸਰਕਾਰ ਉਹਦੇ 'ਚ ਵੀ ਜਿਹੜੀ ਹੈਗੀ ਆ ਪ੍ਰੋਐਕਟਿਵ ਹੋ ਕੇ ਕੰਮ ਨਹੀਂ ਕਰਦੀ। ਉਹ ਜਿਹੜੀ ਸਰਕਾਰ, ਜਿੰਨੀਆਂ ਵੀ ਸਰਕਾਰਾਂ ਹੈਗੀਆਂ ਨੇ, ਔਰ ਇਹ ਜਿਹੜੇ ਵੱਡੇ ਵੱਡੇ ਹਾਦਸੇ ਹੁੰਦੇ ਨੇ ਉਹਦਾ ਕਾਰਨ ਹੀ ਸਭ ਤੋਂ ਵੱਡਾ ਇਹੀ ਹੁੰਦਾ ਕਿ ਡੁਪਲੀਕੇਟ ਸ਼ਰਾਬ ਦੇ ਵਿੱਚ ਤੁਸੀਂ ਦੇਖਿਆ ਨਹੀਂ ਸੀਗਾ ਜੋ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ 100 ਬੰਦੇ ਦੀ ਡੈਥ ਹੋਈ ਜਿਹੜੀ ਹੈਗੀ ਹੈ, ਉਹ ਸ਼ਰਾਬ ਜਿਹੜੀ ਡੁਪਲੀਕੇਟ ਹੀ ਸੀਗੀ, ਜਿਹਦੇ ਕਰਕੇ ਡੈਥ ਹੋਈਆਂ ਨੇ। ਹੋਰ ਵੀ ਬੜੇ ਸਾਰੇ ਥਾਵਾਂ ਦੇ ਉੱਤੇ ਇੱਦਾਂ ਦੀਆਂ ਡੈਥ ਹੋਈਆਂ ਨੇ ਜਿਹੜੀਆਂ ਡੁਪਲੀਕੇਸੀ ਜਿਹੜੀ ਹੈਗੀ ਹੈ, ਕਾਲਾਬਾਜ਼ਾਰੀ ਹੁੰਦੀ ਹੈ, ਲੇਕਿਨ ਸਰਕਾਰ ਕੋਈ ਵੱਡਾ ਐਕਸ਼ਨ ਨਹੀਂ ਲੈਂਦੀ, ਕਿਉਂਕਿ ਜੇ ਵੱਡਾ ਐਕਸ਼ਨ ਨਹੀਂ ਲੈਂਦੀ ਇਸੇ ਕਰਕੇ ਲੋਕ ਜਿਹੜੀ ਹੈਗੀ ਹੈ ਨਾ ਇਸੇ ਕਾਲਾਬਾਜ਼ਾਰੀ ਦੇ ਵਿੱਚ ਲੱਗੇ ਰਹਿੰਦੇ ਆ। ਸਰਕਾਰ ਨੂੰ ਅਸਲ 'ਚ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਜਿਹਦੇ ਨਾਲ ਲੋਕਾਂ ਦੀਆਂ ਡੈਥ ਹੁੰਦੀਆਂ ਨੇ ਉਹਨਾਂ ਨੂੰ ਤਾਂ ਮੌਤ ਦੀ ਸਜ਼ਾ ਨਾਲੋਂ ਨਾਲ ਸੁਣਾ ਦੇਣੀ ਚਾਹੀਦੀ ਹੈ, ਭਾਵੇਂ ਇੰਡੀਆ ਸੌਫਟ ਸਟੇਟ ਹੋਵੇ ਜਾਂ ਕੁਛ ਹੋਵੇ। ਅਗਰ ਇਹੋ ਜਿਹੇ ਲੋਕਾਂ ਦੇ ਉੱਤੇ ਤੁਸੀਂ ਐਕਸ਼ਨ ਜਿਹੜਾ ਹੈਗਾ ਨਹੀਂ ਕਰਦੇ, ਤੁਸੀਂ ਦੇਖੋ ਦਵਾਈਆਂ ਕਿੰਨੀਆਂ ਇਸ ਨੂੰ ਆਪਾਂ ਵੈਕਸੀਨ ਕੱਲੀ ਦੀ ਗੱਲ ਛੱਡ ਦਈਏ, ਹੋਰ ਦਵਾਈਆਂ ਵੀ ਤਾਂ ਕਿੰਨੀਆਂ ਨਕਲੀ ਬਣਦੀਆਂ ਨੇ। ਲੋਕਾਂ ਨੇ ਘਰਾਂ 'ਚ ਫੈਕਟਰੀਆਂ ਜਿਹੜੀਆਂ ਹੈਗੀਆਂ ਨੇ ਉਹ ਲਾਈਆਂ ਹੁੰਦੀਆਂ ਨੇ, ਤੇ ਪੰਜਾਬ ਗਵਰਨਮੈਂਟ ਦੀ ਆਪਣੀ ਦਵਾਈ ਜਿਹੜੀ ਹੈਗੀ ਆ ਪੰਜਾਬੀ 'ਚ ਕਹਿੰਦੇ ਕੋਠੇ ਤੇ ਬਣ ਜਾਂਦੀ ਹੈ। ਇਸ ਤਰ੍ਹਾਂ ਦਾ ਵੀ ਹਾਲਾਤ ਜਿਹੜੇ ਹੈਗੇ ਨੇ ਉਹ ਕ੍ਰੀਏਟ ਹੋਏ ਆ। ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ੁਰੂ ਹੋਈਆਂ ਸੀਗੀਆਂ, ਕਾਰਵਾਈਆਂ ਨਹੀਂ ਹੁੰਦੀਆਂ ਸੀਗੇ, ਆਮ ਲੋਕ ਜਿਹੜੇ ਉਹ ਧੱਕੇ ਖਾਂਦੇ ਰਹੇ ਦਵਾਈਆਂ ਦੇ ਲਈ ਜਾਂ ਫਿਰ ਇਲਾਜ ਦੇ ਲਈ, ਉਹਨਾਂ ਨੂੰ ਲੁੱਟਿਆ ਜਾਂਦਾ ਸੀਗਾ, ਤਾਂ ਉਹ ਲੋਕ ਰੌਲਾ ਪਾਉਂਦੇ ਸੀਗੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੀ, ਕਿਉਂਕਿ ਸਿਸਟਮ ਇੰਨਾ ਗਰਕ ਚੁੱਕਿਆ ਕਿ ਉੱਪਰੋਂ ਲੈ ਕੇ ਹੇਠਾਂ ਤੱਕ ਜਿਹਦੇ ਕੋਲੇ ਵੀ ਜਾ ਵੜੋ ਸ਼ਿਕਾਇਤ ਲੈ ਕੇ, ਤਾਂ ਉਹ ਅੱਗੋਂ ਤੁਹਾਨੂੰ ਪੁੱਠਾ ਮੋੜ ਦਿੰਦਾ ਜਾਂ ਫਿਰ ਤੁਹਾਨੂੰ ਕਹਿ ਦਿੰਦਾ ਕਿ ਹਾਂ ਕਾਰਵਾਈ ਕਰ ਦਾਂਗੇ, ਪਰ ਕਾਰਵਾਈ ਹੁੰਦੀ ਨਹੀਂ ਸੀ। ਅੱਜ ਆਪਾਂ ਦੇਖਦੇ ਹਾਂ ਕਿ ਇਸ ਕੋਵਿਡ-19 ਦੇ ਦੌਰਾਨ ਜੋ ਹੁਣ ਦਾ ਵੇਰੀਐਂਟ ਆਇਆ ਉਹਦੇ ਵਿੱਚ ਕਈ ਸਿਆਸੀ ਲੋਕ ਜਿਹੜੇ ਵੱਡੇ ਉਹ ਵੀ ਇਸ ਦੀ ਪਕੜ ਦੇ ਵਿੱਚ ਆ ਗਏ। ਕਈਆਂ ਦੀ ਜਾਨਾਂ ਵੀ ਆਪਾਂ ਦੇਖ ਲਿਆ ਕਿ ਪਿਛਲੇ ਦਿਨਾਂ ਚਲੀਆਂ ਗਈਆਂ। ਜਿਹੜੇ ਸਾਡੇ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਆ ਬੀਤੇ ਦਿਨਾਂ ਦੇ ਵਿੱਚ ਇਸ ਦੀ ਪਕੜ ਦੇ ਵਿੱਚ ਆ ਰਹੇ ਆ। ਇਸ ਤੋਂ ਇਲਾਵਾ ਦੁਖਦਾਈ ਗੱਲ ਹੋਈ ਹੈ। ਹਾਂ ਬਿਲਕੁਲ, ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਨੇ, ਚਾਹੇ ਉਹ ਸਿਆਸੀ ਹੋਣ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਹੋਣ, ਵੱਡੇ ਅਫਸਰ ਜਿਹੜੇ ਆ ਇਸ ਦੀ ਮਾਰ ਹੇਠ ਆ ਰਹੇ। ਕਿਉਂਕਿ ਇੱਕ IPS ਦਾ ਮੈਂ ਟਵੀਟ ਪੜ੍ਹ ਰਿਹਾ ਸੀਗਾ ਕੁਝ ਸਮਾਂ ਪਹਿਲਾਂ, ਉਹ ਕਹਿੰਦੇ ਕਿ ਮੈਨੂੰ ਐਂਬੂਲੈਂਸ ਚਾਹੀਦੀ ਸੀ, ਮੈਂ 4 ਕਿਲੋਮੀਟਰ ਉਹ ਐਂਬੂਲੈਂਸ ਲੈ ਕੇ ਗਿਆ, ਤਾਂ ਇਸ ਦੇ ਵਾਸਤੇ ਮੈਨੂੰ 10,000 ਰੁਪਏ ਜਿਹੜੇ ਆ ਉਹ ਦੇਣੇ ਪਏ। ਆਕਸੀਜਨ ਦੇ ਸਿਲੰਡਰਾਂ ਦੀ ਗੱਲ ਕਰੀਏ ਤਾਂ ਉਸ ਦੇ ਲਈ ਹਜ਼ਾਰਾਂ ਲੱਖਾਂ ਰੁਪਏ ਜਿਹੜੇ ਦੇਣੇ ਪੈ ਰਹੇ ਆ। ਵੈਕਸੀਨ ਦੀ ਗੱਲ ਕਰੀਏ ਜਾਂ ਫਿਰ ਕਰੋਨਾ ਮਹਾਮਾਰੀ ਦੇ ਇਲਾਜ ਦੀ ਗੱਲ ਕਰੀਏ ਤਾਂ ਉਸ ਦੇ ਲਈ ਜਿਹੜੀ ਚੀਜ਼ 20,000 ਦੇ ਵਿੱਚ ਮਿਲਦੀ ਸੀ ਅੱਜ 1,20,000 ਦੀ ਹੋ ਚੁੱਕੀ ਹੈ। ਮਿੰਨਤਾਂ ਕਰ ਕਰਕੇ ਲੋਕ ਜਿਹੜੇ ਨੇ ਬੈੱਡ ਲੈਂਦੇ ਆ, ਮਿੰਨਤਾਂ ਕਰ ਕਰਕੇ ਆਕਸੀਜਨ ਦੇ ਸਿਲੰਡਰ ਲਏ ਜਾ ਰਹੇ ਆ। ਤਾਂ ਇਹ ਲੱਗਦਾ ਨਹੀਂ ਕਿ ਜੇਕਰ ਪਹਿਲਾਂ ਬੋਲੇ ਹੁੰਦੇ, ਸਿਸਟਮ ਨੂੰ ਆਪਾਂ ਪਹਿਲਾਂ ਸੁਧਾਰ ਲਿਆ ਹੁੰਦਾ ਤਾਂ ਅੱਜ ਇਸ ਤਰ੍ਹਾਂ ਦੇ ਹਾਲਾਤ ਨਾ ਹੁੰਦੇ, ਕਿਉਂਕਿ ਜਿਹੜੇ ਲੋਕ ਪਹਿਲਾਂ ਬੋਲਦੇ ਨਹੀਂ ਸੀਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਬੋਲਣਾ ਜਾਂ ਫਿਰ ਸਿਸਟਮ ਨੂੰ ਸੁਧਾਰਨਾ, ਜਿਸ ਤਰ੍ਹਾਂ ਸਿਆਸਤਦਾਨ ਹੋ ਗਏ ਜਾਂ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਹੋ ਗਏ ਜਾਂ ਫਿਰ ਜਿਹੜੇ ਅਫਸਰ ਬੈਠੇ ਨੇ, ਅਫਸਰਸ਼ਾਹੀਆਂ, ਉਹ ਕੁਰਸੀਆਂ ਦਾ ਸੁੱਖ ਤਾਂ ਭੋਗ ਰਹੇ ਆ, ਤਨਖਾਹਾਂ ਵੀ ਲੈ ਰਹੇ ਆ ਮੋਟੀਆਂ, ਪਰ ਉਹਨਾਂ ਦੇ ਵੱਲੋਂ ਲੋਕਾਂ ਦੇ ਲਈ ਕੁਝ ਵੀ ਜਿਹੜਾ ਉਹ ਨਹੀਂ ਕੀਤਾ ਜਾਂਦਾ ਸੀਗਾ, ਲੋਕਾਂ ਦੇ ਲਈ ਆਵਾਜ਼ ਨਹੀਂ ਚੁੱਕਦੇ ਸੀਗੇ। ਤੇ ਅੱਜ ਉਹ ਵੀ ਇਸ ਪਕੜ ਦੇ ਵਿੱਚ ਆ ਰਹੇ ਆ ਇਹਨਾਂ ਖਾਮੀਆਂ ਦੇ ਕਰਕੇ, ਨਾ ਬੋਲਣ ਦੇ ਕਰਕੇ।
ਹਾਂਜੀ ਹਾਂਜੀ ਬਿਲਕੁਲ। ਇਸ ਇੱਕ ਬਹੁਤ ਵੱਡੀ ਗੱਲ ਜਿਹੜੀ ਹੈਗੀ ਹੈ ਵਿੱਚੋਂ ਆਪਾਂ ਜਿੰਨਾ ਜੀ ਮਿਸ ਕਰਦੇ ਆ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਉਹ 125 ਸਾਲ ਪੁਰਾਣਾ ਜਿਹੜਾ ਐਕਟ ਹੈਗਾ ਜਿਹਨੂੰ ਆਪਾਂ ਐਪੀਡੈਮਿਕ ਡਿਜ਼ੀਜ਼ ਕੰਟਰੋਲ ਐਕਟ 1897 ਕਹਿੰਦੇ ਆ, ਉਹ ਅੱਜ ਵੀ ਯੂਜ਼ ਕਰ ਰਹੇ ਨੇ। ਔਰ ਇੱਕ ਸਿਰਫ ਪੁਲਿਸਿੰਗ ਐਕਟ ਹੈ। ਇਸੇ ਤਰ੍ਹਾਂ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਐਕਟ ਯੂਜ਼ ਕਰ ਰਹੇ ਨੇ। ਇਹ ਪੁਲਿਸਿੰਗ ਐਕਟ ਨੇ, ਇਹ ਕੋਈ ਹੈਲਥ ਨਾਲ ਰਿਲੇਟਡ ਐਕਟ ਨਹੀਂ ਹੈਗੇ ਵਿੱਚ ਜਿਹੜੀ ਹੈਗੀ ਹੈ। ਔਰ ਸੈਂਟਰ ਗਵਰਨਮੈਂਟ ਨੇ ਹੈਲਥ ਪਾਲਿਸੀ ਜਿਹੜੀ ਹੈਗੀ ਆ ਉਹ ਬਣਾਈ ਨਹੀਂ ਕੋਈ ਹੋਈ। ਇੱਕ ਪਾਲਿਸੀ ਜਿਹੜੀ ਹੈ ਨਾ 2009 ਦੇ ਵਿੱਚ ਇਹਨਾਂ ਨੇ ਇੱਕ ਰਫ ਡਰਾਫਟ ਬਣਾਇਆ ਸੀਗਾ, ਉਹਦੇ ਤੇ ਅਜੇ ਤੱਕ ਜਿਹੜੀ ਹੈਗੀ ਹੈ ਉਹ ਕਦੀ ਵੀ ਉੱਤੇ ਬਹਿਸ ਨਹੀਂ ਹੋਈ, ਕਦੀ ਉਸ ਦੀ ਕੰਸਲਟੇਸ਼ਨ ਨਹੀਂ ਹੋਈ। ਜਦੋਂ ਕਿ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਲਈ ਰਾਤੋਂ ਰਾਤ ਹੀ ਆਰਡੀਨੈਂਸ ਰਾਹੀਂ ਜਿਹੜਾ ਹੈਗਾ ਕੁਛ ਦਾ ਕੁਛ ਬਣਾ ਕੇ ਰੱਖ ਦਿੰਦੀ ਹੈ ਵਿੱਚ ਜਿਹੜੀ ਹੈਗੀ ਹੈ। ਉਹਦਾ ਅੱਜ ਖਾਮਿਆਜ਼ਾ ਜਿਹੜਾ ਸਾਨੂੰ ਇੱਕ ਹੋਰ ਭੋਗਣਾ ਪੈ ਰਿਹਾ। ਮੈਂ ਇੱਕ ਮੈਡੀਕਲ ਮੈਨ ਹੋਣ ਦੇ ਨਾਤੇ ਤੁਹਾਨੂੰ ਕਹਾਂਗਾ ਕਿ ਇਹ ਜਿਹੜਾ ਐਪੀਡੈਮਿਕ ਡਿਜ਼ੀਜ਼ ਕੰਟਰੋਲ ਐਕਟ ਹੈ ਤੇ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ, ਇਹਦੇ 'ਚ ਸਾਰੀਆਂ ਪਾਵਰਾਂ ਜਿਹੜੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਕੋਲ ਨੇ। ਤੁਸੀਂ ਦੇਖੋ ਕਿ ਸਿਵਲ ਸਰਜਨ ਜਿਹੜਾ ਹੈਗਾ ਉਹ ਡਿਸਟ੍ਰਿਕਟ ਦਾ ਇੰਚਾਰਜ ਹੁੰਦਾ, ਉਸ ਨੂੰ ਉਹ ਹੈਲਥ ਆਫੀਸਰ ਹੁੰਦਾ, ਉਸ ਨੂੰ ਨਾ ਪੁੱਛ ਕੇ ਉਹਨੂੰ ਡੀਸੀ ਐਸਡੀਐਮ ਜਿਹੜੇ ਨੇ ਉਹ ਆਰਡਰ ਕਰਦੇ ਨੇ। ਬਲਾਕ ਲੈਵਲ ਤੇ ਹੋਵੇ, ਸਬ ਡਿਵੀਜ਼ਨ ਲੈਵਲ ਤੇ ਹੋਵੇ ਤਾਂ ਐਸਡੀਐਮ ਆਰਡਰ ਕਰਦਾ ਹੈ ਐਸਐਮਓ ਨੂੰ, ਡਿਸਟ੍ਰਿਕਟ ਲੈਵਲ ਤੇ ਹੋਵੇ ਤਾਂ ਡੀਸੀ ਆਰਡਰ ਕਰਦਾ ਹੈ। ਤੁਸੀਂ ਦੇਖਿਆ ਅੱਜ ਕੱਲ੍ਹ ਜਿੰਨੀ ਬਰੀਫਿੰਗ ਹੁੰਦੀ ਹੈ, ਪੁਲਿਸ ਵਾਲੇ ਵੀ ਬਰੀਫਿੰਗ ਕਰ ਜਾਂਦੇ ਨੇ ਕੋਵਿਡ ਦੇ ਬਾਰੇ 'ਚ। ਉਹਨਾਂ ਨੂੰ ਕੀ ਪਤਾ, ਉਹਨਾਂ ਨੂੰ ABC ਨਹੀਂ ਪਤਾ, ਡੀਸੀ ਨੂੰ ਕੀ ਪਤਾ ਕਿ ਕੋਵਿਡ ਕੀ ਹੁੰਦੀ ਹੈ, ਉਸ ਨੂੰ ਕੀ ਪਤਾ ਉਸ ਦਾ ਇਲਾਜ ਕਿਵੇਂ ਕਰਨਾ ਹੈ, ਉਸ ਨੂੰ ਕੀ ਪਤਾ ਕਿਹੜੇ ਬੰਦੇ ਨੂੰ ਟ੍ਰੇਨਡ ਕਰਨਾ। ਇਹ ਜਿਹੜੀ ਸਾਰੀ ਡੈਫੀਸ਼ੀਐਂਸੀ ਹੁਣ ਆਈ ਹੈ, ਇਹਦਾ ਸਾਰੇ ਦਾ ਸਾਰਾ ਜ਼ਿੰਮੇਵਾਰ ਜਿਹੜੀ ਇਹ ਸਰਕਾਰਾਂ ਇਸ ਕਰਕੇ ਹੈਗੀਆਂ ਨੇ ਕਿ ਇਹਨਾਂ ਨੇ ਹੈਲਥ ਪਾਲਿਸੀ ਹੀ ਨਹੀਂ ਬਣਾਈ ਹੋਈ। ਔਰ ਅੱਜ ਵੀ ਇਹ ਹਾਲਾਤ ਇਹ ਨੇ ਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਟੈਸਟਿੰਗ ਦੀ, ਟੈਸਟ ਜਿਹੜੇ ਹੈਗੇ ਨੇ ਉਹ ਕਿਹੜੇ ਕਰਨੇ ਨੇ, ਕਿਹੜੇ ਨਹੀਂ ਕਰਨੇ, ਕਿੰਨੇ ਕਰਨੇ ਨੇ, ਉਹਦੇ ਆਰਡਰ ਪਿੱਛੋਂ ਆਉਂਦੇ ਨੇ। ਸਿਵਲ ਸਰਜਨ ਨੂੰ ਤਾਂ ਪੁੱਛਦਾ ਨਹੀਂ ਕੋਈ ਵੀ, ਡਾਕਟਰ ਨੂੰ ਤਾਂ ਕੋਈ ਵੀ ਪੁੱਛ ਨਹੀਂ ਰਿਹਾ। ਡਾਕਟਰ ਨੂੰ ਤਾਂ ਇੱਕ ਸਿਰਫ ਅੱਗੇ ਮੋਹਰਾ ਲਾਇਆ, ਪੰਜਾਬੀ 'ਚ ਕਹਿੰਦੇ ਨੇ ਕਿ ਉਹ ਜਿਹੜਾ ਉਹ ਕਹਾਵਤ ਹੁੰਦੀ ਹੈ ਡੰਡੇ ਖਾਣ ਨੂੰ ਰਿਸ਼ਵਤ ਤੇ ਰੋਟੀ ਖਾਣ ਨੂੰ ਬਾਂਦਰੀ। ਸੋ ਉਹ ਹਿਸਾਬ ਹੈ ਕਿ ਅੱਜ ਇਹ ਜਿਹੜੀ ਨੌਨ ਪਲੈਨਿੰਗ ਹੈਗੀ ਹੈ, ਜਿਸ ਵਿੱਚ ਹੈਲਥ ਪਾਲਿਸੀ ਹੋਣੀ ਚਾਹੀਦੀ ਸੀ, ਇਹ ਜਿਹੜਾ ਸੈਟਅਪ ਹੈਗਾ ਸਾਰਾ, ਇਹ ਸਿਵਲ ਸਰਜਨ ਜਾਂ ਹੈਲਥ ਡਾਇਰੈਕਟਰ ਜਿਹੜਾ ਹੈਗਾ ਉਹ ਦੱਸਦਾ, ਡਾਇਰੈਕਸ਼ਨਸ ਦਿੰਦਾ ਤੇ ਇਹ ਇੰਪਲੀਮੈਂਟ ਕਰਵਾ ਲੈਂਦੇ ਭਾਵੇਂ ਆਪਾਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਥਰੂ, ਫਿਰ ਤਾਂ ਗੱਲ ਬਣਦੀ ਸੀ। ਇੱਥੇ ਤਾਂ ਰਿਵਰਸ ਹੋ ਰਿਹਾ ਕਿ ਸਿਵਲ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਆਰਡਰ ਕਰਦੀ ਹੈ ਡਾਕਟਰਸ ਨੂੰ ਜਾਂ ਦੂਜੇ ਵਾਲੇ ਸਟਾਫ ਨੂੰ। ਇੱਥੇ ਕੱਲ੍ਹ ਹੀ ਮੈਨੂੰ ਇੱਕ ਸਟਾਫ ਮੈਂਬਰ ਮੈਨੂੰ ਦੱਸ ਰਿਹਾ ਸੀ, ਕਹਿੰਦਾ ਜੀ ਸਾਨੂੰ ਐਸਐਮਓ ਨੂੰ ਪੁੱਛਣਾ ਪੈਂਦਾ ਹੈ ਜਾਂ ਮੈਡੀਕਲ ਅਫਸਰ ਨੂੰ ਪੁੱਛਣਾ ਪੈਂਦਾ ਹੈ ਜਾਂ ਡਿਸਟ੍ਰਿਕਟ ਇਮਿਊਨਾਈਜੇਸ਼ਨ ਆਫਿਸਰ ਨੂੰ ਪੁੱਛਣਾ ਪੈਂਦਾ ਹੈ ਕਿ ਅਸੀਂ ਹੁਣ ਕੈਂਪ ਜੀ ਕਿੱਥੇ ਲਾਉਣਾ ਹੈ। ਆਪੇ ਤੁਸੀਂ ਹਿਸਾਬ ਲਾ ਲਓ ਕਿਹੜੀ ਪਲੈਨਿੰਗ ਦੀਆਂ ਗੱਲਾਂ ਕਰਦੇ ਹਾਂ ਆਪਾਂ ਜਿਹੜੀ ਹੈਗੀ ਹੈ। ਕੰਮ ਕੈਂਪ ਅਸੀਂ ਲਾਉਣਾ ਹੈ, ਸਾਨੂੰ ਪਤਾ ਹੈ ਕਿ ਮਰੀਜ਼ ਕਿੱਥੇ ਬੈਠਾ ਹੁੰਦਾ ਹੈ, ਸਾਨੂੰ ਪਤਾ ਹੈ ਕਿ ਉਹ ਜਿਹੜੀ ਹੈਗੀ ਹੈ ਉਸ ਪਿੰਡ ਦੀ ਕੀ ਪਾਪੂਲੇਸ਼ਨ ਹੈਗੀ ਹੈ, ਕਿੱਥੇ ਕਿੱਥੇ ਪਾਪੂਲੇਸ਼ਨ ਹੈ, ਕਿਹੜੀ ਵਲਨਰੇਬਲ ਪਾਪੂਲੇਸ਼ਨ ਹੈਗੀ ਹੈ, ਕਿੱਥੇ ਕਿਹੜੀ ਡਿਜ਼ੀਜ਼ ਜਿਹੜੀ ਜ਼ਿਆਦਾ ਹੈਗੀ ਹੈ, ਤੇ ਆਰਡਰ ਜਿਹੜੇ ਹੈਗੇ ਆ ਉਹ ਤੁਹਾਨੂੰ ਐਸਡੀਐਮ ਜਾਂ ਡੀਸੀ ਕਰਦਾ। ਫਿਰ ਤੁਸੀਂ ਕਿਹੜੀਆਂ ਪਲੈਨਿੰਗ ਦੀਆਂ ਗੱਲਾਂ ਕਰਦੇ ਆ ਆਪਾਂ ਜਿਹੜੀ ਹੈਗੀ ਅੱਜ। ਬਿਲਕੁਲ। ਸੋ ਇਸੇ ਕਰਕੇ ਹੋ ਰਿਹਾ ਕਿ ਜਿਹੜਾ ਹੈਗਾ ਕਾਰ 'ਚ ਬੈਠਾ ਹੋਇਆ ਜਿਹੜਾ ਇੱਕ ਬੰਦਾ ਉਸ ਨੂੰ ਚਲਾਨ ਹੋ ਰਿਹਾ। ਜੇ ਇਹ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹੈਲਥ ਡਿਪਾਰਟਮੈਂਟ ਦੀਆਂ ਆਈਆਂ ਹੁੰਦੀਆਂ ਤਾਂ ਕਦੀ ਨਾ ਇਸ ਤਰ੍ਹਾਂ ਹੁੰਦਾ, ਕਿਉਂਕਿ ਅੱਜ ਤੱਕ ਨਹੀਂ ਪ੍ਰੂਫ ਹੋ ਸਕਿਆ ਕਿ ਇਹਦੀ ਕੋਈ ਏਅਰ ਰਾਹੀਂ ਸਪਰੈਡ ਹੁੰਦਾ। ਇਹ ਹੁੰਦਾ ਕਿ ਇਹ ਟੱਚ ਰਾਹੀਂ ਸਪਰੈਡ ਜਿਹੜਾ ਹੈਗਾ ਇਹਦਾ ਹੈਗਾ, ਏਅਰ ਰਾਹੀਂ ਮਿਨੀਮਲ ਸਪਰੈਡ ਹੈਗਾ। ਤੁਸੀਂ ਇਸ ਨੂੰ ਫੜ ਕੇ ਲੈ ਕੇ ਆਓਗੇ ਵਾਇਰਸ ਨੂੰ ਤਾਂ ਤੁਹਾਡੇ ਘਰ ਆਉਂਦੀ ਹੈ, ਵੈਸੇ ਨਹੀਂ ਆਉਂਦੀ। ਪਰ ਇਹ ਤਾਂ ਤੁਸੀਂ ਦੇਖੋ ਤੁਰੇ ਜਾਂਦੇ ਬੰਦੇ ਤਾਂ ਚਲਾਨ ਕਰੀ ਜਾਂਦੇ ਨੇ, ਵਿੱਚ ਹਰਾਸ ਕਰ ਰਹੇ ਨੇ ਲੋਕਾਂ ਨੂੰ ਬੇਸਿਕਲੀ, ਬਿਕਾਜ਼ ਕਿ ਇਹਨਾਂ ਕੋਲ ਪਾਲਿਸੀ ਕੋਈ ਨਹੀਂ ਹੈ, ਪਾਲਿਸੀ ਪਲੈਨਰ ਕੋਈ ਨਹੀਂ ਹੈ। ਅਨਪੜ੍ਹ ਜਿਹੜੇ ਹੈਗੇ ਨੇ ਉਹ ਮਿਨਿਸਟਰ ਜਿਹੜੇ ਹੈਗੇ ਨੇ ਉਹ ਬਣੇ ਹੋਏ ਆ ਵਿੱਚ। ਡਾਕਟਰ ਸਾਹਿਬ ਤੁਸੀਂ ਇਹਦੇ ਵਿੱਚ ਲੰਬਾ ਸਮਾਂ ਰਹੇ ਹੋ, ਤੁਹਾਡੇ ਕੋਲ ਵੀ ਹੁਣ ਉਦਾਹਰਨਾਂ ਜਿਹੜੀਆਂ ਨੇ ਪਹੁੰਚਦੀਆਂ ਹੋਣਗੀਆਂ, ਇਸ ਤਰ੍ਹਾਂ ਦੀਆਂ ਖਾਮੀਆਂ ਪਹੁੰਚਦੀਆਂ ਹੋਣਗੀਆਂ ਵੀ ਅੱਜ ਵਾਪਰ ਕੀ ਰਿਹਾ ਹਸਪਤਾਲਾਂ ਦੇ ਵਿੱਚ, ਕਿਉਂਕਿ ਕਈ ਥਾਵਾਂ ਤੋਂ ਸਾਨੂੰ ਵੀ ਜਾਣਕਾਰੀ ਮਿਲਦੀ ਹੈ। ਇਹ ਗੱਲ ਕਹਿੰਦੇ ਆ ਕਿ ਪਹਿਲਾਂ ਤਾਂ ਰਿਪੋਰਟ ਫੇਕ ਬਣਾ ਕੇ ਉਹਨਾਂ ਨੂੰ ਜਿਹੜਾ ਉਹ ਪੋਜ਼ੀਟਿਵ ਕੱਢ ਦਿੱਤਾ ਜਾਂਦਾ ਹੈ, ਪੋਜ਼ੀਟਿਵ ਕੱਢ ਕੇ ਫਿਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਲੈਂਦੇ ਆ। ਔਰ ਬਾਅਦ ਦੇ ਵਿੱਚ ਉਹ ਕੀ ਕਰਦੇ ਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਆ ਜਾਂਦਾ ਜ਼ਰੂਰੀ, ਤਾਂ ਉਹਦੇ ਕੋਲੋਂ ਮੋਟੇ ਪੈਸੇ ਲੈ ਕੇ ਉਸ ਫੇਕ ਵਾਲੇ ਨੂੰ ਉੱਥੋਂ ਉਠਾ ਦਿੱਤਾ ਜਾਂਦਾ ਔਰ ਉਹਦੇ ਲਈ ਬੈੱਡ ਅਵੇਲੇਬਲ ਕਰਾ ਦਿੱਤਾ ਜਾਂਦਾ। ਔਰ ਇਸੇ ਤਰ੍ਹਾਂ ਹੀ ਆਕਸੀਜਨ ਦੇ ਸਿਲੰਡਰ ਲੈ ਕੇ ਆ ਰਹੀ ਹੈ। ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਖਬਰਾਂ, ਸੱਚਾਈ ਹੈ? ਜਿਹੜਾ ਸੋਸ਼ਲ ਮੀਡੀਆ ਤੇ ਜ਼ਿਆਦਾ ਖਬਰਾਂ ਇਸ ਤਰ੍ਹਾਂ ਦੀਆਂ ਘੁੰਮਦੀਆਂ ਨੇ, ਪਰ ਮੈਂ ਇੱਕ ਗੱਲ ਕਹਾਂਗਾ ਕਿ ਇਹਦੇ 'ਚ ਨਾ ਸੱਚਾਈ ਘੱਟ ਤੇ ਭਕਾਈ ਜ਼ਿਆਦਾ ਹੈਗੀ ਹੈ। ਦੇਖੋ ਗਵਰਨਮੈਂਟ ਹਸਪੀਟਲ ਵਾਲੇ ਤਾਂ ਸ਼ਾਇਦ ਇਸ ਤਰ੍ਹਾਂ ਨਹੀਂ ਕਰ ਪਾਉਣਗੇ ਕਿ ਉਹਨਾਂ ਨੂੰ ਤਾਂ ਜਿੰਨੇ ਘੱਟ ਮਰੀਜ਼ ਹੋਣਗੇ ਉਨੇ ਹੀ ਜ਼ਿਆਦਾ ਜਿਹੜਾ ਹੈਗਾ ਫਾਇਦਾ ਹੁੰਦਾ। ਪਰ ਉਹਦੇ ਉਲਟ ਜਿਹੜਾ ਹੈਗਾ, ਜਿੱਥੇ ਜਦੋਂ ਆਪਾਂ ਪ੍ਰਾਈਵੇਟ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਤਾਂ ਜਿੰਨੇ ਜ਼ਿਆਦਾ ਮਰੀਜ਼ ਹੋਣਗੇ ਉਨਾ ਹੀ ਉਹਨਾਂ ਨੂੰ ਫਾਇਦਾ ਹੋਣਾ। ਸੋ ਉੱਥੇ ਪ੍ਰਾਈਵੇਟ ਲੈਬੋਰਟਰੀਜ਼ ਦਾ ਤਾਂ ਇਸ ਗੱਲ ਦਾ ਰੌਲਾ ਪਿਆ, ਪਹਿਲਾਂ ਵੀ ਪਿਆ ਵਿੱਚ ਜਿਹੜਾ ਹੈਗਾ, ਬਲਕਿ ਰਿਕਾਰਡ 'ਚ ਵੀ ਆ ਗਿਆ। ਜੇ ਤੁਹਾਨੂੰ ਯਾਦ ਹੋਵੇ ਤਾਂ ਅੰਮ੍ਰਿਤਸਰ ਜਿਹੜੀ ਹੈਗੀ ਇੱਕ ਲੈਬੋਰਟਰੀ ਜਿਹੜੀ ਹੈਗੀ ਵਿਦਆਊਟ ਨੇਮਿੰਗ, ਉਸ ਨੂੰ ਤਾਂ ਉਸ ਦੀ ਇਨਕੁਆਇਰੀ ਵੀ ਹੋਈ, ਉਸ 'ਤੇ ਰੌਲਾ ਵੀ ਪਿਆ। ਇਹ ਰਿਪੋਰਟਸ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਇਹ ਕਈ ਲੋਕ ਜਿਹੜੇ ਹੈਗੇ ਨੇ ਉਹ ਮੈਨੀਪੂਲੇਟ ਕਰਦੇ ਆ ਇਹ ਜਿਹੜੀ ਇਸ ਗੱਲ ਨੂੰ ਕਹਿਣ ਵਾਸਤੇ। ਜਿਸ ਤਰ੍ਹਾਂ ਮੈਂ
ਹੁਣੇ ਤੁਹਾਡੇ ਨਾਲ ਪਹਿਲਾਂ ਆਕਸੀਜਨ ਦੀ ਗੱਲ ਕੀਤੀ ਸੀ, ਦਿੱਲੀ 'ਚ ਤਾਂ ਕਾਫੀ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਲੋਕ ਬੈੱਡ ਜਿਹੜੇ ਹੈਗੇ ਜਿਨ੍ਹਾਂ ਨੂੰ ਨਹੀਂ ਸੀ ਚਾਹੀਦੇ ਉਹ ਲੋਕ ਬੈੱਡ ਜਿਹੜੇ ਹੈਗੇ ਮੱਲੀ ਬੈਠੇ। ਬਿਲਕੁਲ ਡਾਕਟਰ ਸਾਹਿਬ ਮਾਫ ਕਰਨਾ, ਮੈਂ ਰੋਕਣਾ ਚਾਹੂੰਗਾ, ਆਪਣੇ ਕੋਲ ਸਮਾਂ ਘੱਟ ਆ, ਪਰ ਮੈਂ ਅਖੀਰ ਤੇ ਇੱਕ ਜਾਣਕਾਰੀ ਜ਼ਰੂਰ ਲੈਣਾ ਚਾਹੁੰਦਾ ਜਾਂ ਫਿਰ ਲੋਕਾਂ ਦੇ ਲਈ ਇੱਕ ਸਲਾਹ ਲੈਣਾ ਚਾਹੁੰਦਾ ਕਿ ਹਸਪਤਾਲਾਂ ਦੇ ਆਪਾਂ ਹਾਲਾਤਾਂ ਦੀ ਗੱਲ ਕਰ ਰਹੀ ਹੈ ਕਿਸ ਤਰ੍ਹਾਂ ਦੇ ਆ, ਕਿਸ ਤਰ੍ਹਾਂ ਕਮੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੇਸ਼ ਆਉਣਗੀਆਂ ਔਰ ਹਾਲਾਤ ਜਿਹੜੇ ਹੋਰ ਵੀ ਲੱਗਦਾ ਹੈ ਬੱਤਰ ਹੋ ਸਕਦੇ ਆ ਜੇਕਰ ਸਰਕਾਰਾਂ ਨਾ ਸੰਭਾਲੀਆਂ ਤਾਂ। ਪਰ ਇੱਕ ਗੱਲ ਅਖੀਰ ਤੇ ਇਹ ਦੱਸ ਦਿਓ ਲੋਕਾਂ ਨੂੰ ਕਿ ਇਹਨਾਂ ਚੀਜ਼ਾਂ ਤੋਂ ਕਿੱਦਾਂ ਬਚਿਆ ਜਾਏ, ਸਾਵਧਾਨੀਆਂ ਕਿਸ ਤਰ੍ਹਾਂ ਰੱਖੀਆਂ ਜਾਣ ਤਾਂ ਜੋ ਇਸ ਬਿਮਾਰੀ ਤੋਂ ਉਹ ਬਚੇ ਰਹਿਣ। ਦੇਖੋ ਜਿਤਨ ਜੀ ਇਹ ਗੱਲ ਬਹੁਤ ਇੰਪੋਰਟੈਂਟ ਹੈਗੀ ਹੈ ਜਿਹੜੀ ਤੁਸੀਂ ਹੁਣ ਕਹੀ ਹੈ, ਔਰ ਅਸੀਂ ਇਹ ਬਹੁਤ ਵਾਰੀ ਮੈਂ ਜਿਹੜਾ ਆਪਣਾ ਸੋਸ਼ਲ ਮੀਡੀਆ ਨੈਟਵਰਕ ਹੈਗਾ ਉਸ 'ਤੇ ਰਿਪੀਟ ਕੀਤੀ ਹੈ ਜਾਂ ਮੀਡੀਆ ਦੇ ਥਰੂ ਡਾਇਰੈਕਟ ਜਿਹੜਾ ਹੈਗਾ ਕਦੀ ਇਸ ਤਰ੍ਹਾਂ ਦੀ ਟੀਵੀ ਟਾਕ ਜਾਂ ਜਿਹੜੀ ਹੈ ਆਪਣਾ ਕੋਈ ਰੇਡੀਓ ਟਾਕ ਹੋਵੇ ਉਸ 'ਤੇ ਮੌਕਾ ਮਿਲਿਆ। ਆਪਾਂ ਨੂੰ ਇੱਕ ਗੱਲ ਨੂੰ ਪਹਿਲਾਂ ਮੰਨਣਾ ਪਏਗਾ ਕਿ ਕਰੋਨਾ ਬਿਮਾਰੀ ਹੈ, ਇਹ ਖਤਰਨਾਕ ਬਿਮਾਰੀ ਹੈ, ਇਹ ਕੋਈ ਹਵਾ ਨਹੀਂ ਹੈ, ਇਹ ਕਿਸੇ ਨੇ ਕੋਈ ਧੱਕੇ ਨਾਲ ਤੁਹਾਡੇ ਤੇ ਫੋਰਸ ਨਹੀਂ ਕੀਤਾ ਹੋਇਆ, ਇਹ ਨੈਚੁਰਲ ਤੌਰ ਤੇ ਇੱਕ ਬਿਮਾਰੀ ਆਈ ਹੈ। ਪਰ ਇਸ ਤੋਂ ਦਵਾਈ ਅਜੇ ਤੱਕ ਜਿਹੜੀ ਹੈਗੀ ਹੈ ਇਸ ਦੀ 100% ਕਾਮਯਾਬ ਦਵਾਈ ਨਹੀਂ ਹੈ। ਹੋਰ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ 100% ਨਹੀਂ ਹੈ, ਇਹ ਜਿਹੜੀਆਂ ਸਰਵਿਸਿਜ਼ ਉਸ ਦੀਆਂ ਘਾਟ ਨੇ। ਪਰ ਇੱਕੋ ਇੱਕ ਚੀਜ਼ ਜਿਹੜੀ ਹੈਗੀ ਹੈ ਜਿਹਦੇ ਤੇ ਹਰ ਇੱਕ ਬੰਦਾ ਜਿਹੜਾ ਹੈਗਾ, ਚਾਹੇ ਉਹ ਸਾਇੰਟਿਸਟ ਹੈ ਚਾਹੇ ਉਹ ਡਾਕਟਰ ਹੈ, ਉਸ ਦੀ ਸਹਿਮਤੀ ਹੈ ਕਿ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਜੇ ਆਪਾਂ ਇਹਦੇ ਵਿੱਚ ਨਾ ਇਨਵੋਲਵ ਕਰੀਏ ਤਾਂ ਆਪਾਂ ਇਸ ਤੋਂ ਬਚ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਬਿਨਾਂ ਮਤਲਬ ਤੋਂ ਆਪਾਂ ਨੂੰ ਬਾਜ਼ਾਰਾਂ 'ਚ ਜਾਂ ਮੇਲਿਆਂ 'ਚ ਨਹੀਂ ਘੁੰਮਣਾ ਚਾਹੀਦਾ। ਜਿੱਥੇ ਧਾਰਮਿਕ ਜਿਹੜੇ ਈਵਨ ਸਮਾਰੋਹ ਵੀ ਹੋ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਆਪਾਂ ਰੱਬ ਦਾ ਆਸਰਾ ਲੈਣਾ ਤੇ ਆਪਾਂ ਘਰ ਬੈਠ ਕੇ ਲੈ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਹੈਗੀ ਕਿ ਬਿਨਾਂ ਮਤਲਬ ਤੋਂ ਆਪਾਂ ਨੂੰ ਘਰੋਂ ਨਹੀਂ ਨਿਕਲਣਾ। ਨੰਬਰ 2 ਤੇ ਇਹ ਹੈਗਾ ਕਿ ਜਦੋਂ ਆਪਾਂ ਕਿਤੇ ਨਿਕਲਦੇ ਹਾਂ ਬਾਹਰ ਵਿੱਚ ਜਿਹੜੀ ਭੀੜ ਵਾਲੀ ਜਗ੍ਹਾ 'ਤੇ ਆਪਾਂ ਜਾਂਦੇ ਹਾਂ ਤਾਂ ਉੱਥੇ ਮਾਸਕ ਪਾਉਣਾ ਜ਼ਰੂਰੀ ਹੈ। ਇਸ ਕਰਕੇ ਕਿ ਇਹ ਜਿਹੜੀ ਬਿਮਾਰੀ ਹੈਗੀ ਹੈ ਇਹ ਹੱਥ ਰਾਹੀਂ ਆ ਕੇ ਤੁਹਾਡੀ ਨੱਕ ਮੂੰਹ ਤੇ ਅੱਖਾਂ ਰਾਹੀਂ ਫੈਲਦੀ ਹੈ। ਇਸ ਕਰਕੇ ਜੇ ਤੁਸੀਂ ਮਾਸਕ ਪਾਇਆ ਹੋਏਗਾ ਇੱਕ ਫਿਜ਼ੀਕਲ ਬੈਰੀਅਰ ਬਣ ਜਾਏਗਾ ਜਿਹਦੇ ਕਰਕੇ ਤੁਹਾਡੀ ਪ੍ਰੀਵੈਂਸ਼ਨ ਹੋ ਸਕਦੀ ਹੈ। ਤੀਸਰਾ ਇਹ ਗੱਲ ਸੀਗੀ ਕਿ ਇਹ ਹੱਥ ਦੇ ਥਰੂ ਹੀ ਫੈਲਦੀ ਹੈ, ਹੋਰ ਕਿਸੇ ਢੰਗ ਦੇ ਨਾਲ ਨਹੀਂ ਫੈਲਦੀ। ਇਸ ਕਰਕੇ ਹੱਥ ਨੂੰ ਧੋਣਾ ਜ਼ਰੂਰੀ ਹੈ ਔਰ ਸਾਬਣ ਜਿਹੜਾ ਹੈਗਾ ਉਹ ਜ਼ਿਆਦਾ ਵਧੀਆ ਹੈਗਾ ਸੈਨੀਟਾਈਜ਼ਰ ਦੇ ਮੁਕਾਬਲੇ ਵਿੱਚ, ਕਿਉਂਕਿ ਸੈਨੀਟਾਈਜ਼ਰ ਦੀਆਂ ਆਪਣੀਆਂ ਕਈ ਪ੍ਰੋਬਲਮਸ ਹੈਗੀਆਂ ਨੇ। ਲੇਕਿਨ ਛੋਟੀ ਜਿਹੀ ਮੈਂ ਇੱਕ ਐਗਜ਼ਾਮਪਲ ਵੀ ਦਵਾਂਗਾ। ਹੱਥ ਦਾ ਆਪਾਂ ਇਸ ਕਰਕੇ ਸਾਬਣ ਨਾਲ ਕਹਿੰਦੇ ਧੋਨੇ ਆ, ਜਿਵੇਂ ਆਪਾਂ ਕਹਿੰਦੇ ਨਾ ਕੁੱਤੇ ਦੇ ਕੱਟਿਆ ਹੋਇਆ ਤਾਂ ਉਹਨੂੰ ਸਾਬਣ ਨਾਲ ਧੋਵੋ, ਠੀਕ ਹੈ। ਉਹ ਵੀ ਵਾਇਰਸ ਹੁੰਦੀ ਹੈ ਜਿਹੜੀ ਇਸੇ ਤਰ੍ਹਾਂ ਦੀ ਵਾਇਰਸ ਜਿਹੜੀ ਹੈਗੀ ਆ ਉਹ ਸਾਬਣ ਜਿਹੜਾ ਹੈਗਾ ਜੇ ਆਪਾਂ ਲਾਈਏ ਤਾਂ ਉਹ ਵਾਇਰਸ ਜਿਹੜੀ ਮਰ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਵੀ ਵਾਇਰਸ ਜਿਹੜੀ ਹੈਗੀ ਹੈ ਇਹ ਸਾਬਣ ਦੇ ਨਾਲ ਛੇਤੀ ਮਰਦੀ ਹੈ ਬਜਾਏ ਕਿ ਸੈਨੀਟਾਈਜ਼ਰ ਦੇ ਵਿੱਚ। ਸੋ ਦੂਸਰਾ ਇਹ ਹੈਗਾ ਕਿ ਆਪਾਂ ਭੀੜ ਨਾ ਕਰਦੇ ਹੋਏ ਇੱਕ ਸੋਸ਼ਲ ਡਿਸਟੈਂਸ ਜਿਹੜਾ ਹੈਗਾ ਜਿੰਨਾ ਆਪਾਂ ਇੱਕ ਦੂਸਰੇ ਤੋਂ ਦੂਰ ਰੱਖਾਂਗੇ, ਇੱਕ ਦੂਜੇ ਨੂੰ ਧੱਕੇ ਮਾਰ ਕੇ ਭੀੜ ਨਹੀਂ ਬਣਾਵਾਂਗੇ, ਉਨੇ ਹੀ ਆਪਾਂ ਇਸ ਗੱਲ ਤੋਂ ਬਚਾਅ ਕਰ ਸਕਦੇ ਹਾਂ। ਇਹ ਜਿਹੜੀਆਂ 4 ਚੀਜ਼ਾਂ ਹੈਗੀਆਂ ਨੇ ਕਿ ਭੀੜ ਵਾਲੀ ਜਗ੍ਹਾ ਤੇ ਨਹੀਂ ਜਾਣਾ, ਭੀੜ ਵਾਲੀ ਜਗ੍ਹਾ ਤੇ ਮਾਸਕ ਪਾਉਣਾ ਹੈ, ਤੁਸੀਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ, ਹੱਥ ਜਿਹੜੇ ਹੈਗੇ ਨੇ ਉਹ ਸਾਬਣ ਨਾਲ ਧੋਣੇ ਹੈ, ਜ਼ਿਆਦਾ ਵਾਰ ਸਾਬਣ ਨਾਲ ਧੋਣੇ ਆ, ਸੈਨੀਟਾਈਜ਼ਰਸ ਘੱਟ ਯੂਜ਼ ਕਰਨਾ ਹੈ। ਇਹ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਆਪਾਂ ਨੂੰ ਜ਼ਰੂਰੀ ਕਰ ਲੈਣੀਆਂ ਚਾਹੀਦੀਆਂ ਨੇ ਜੇ ਆਪਾਂ ਇਸ ਬਿਮਾਰੀ ਤੋਂ ਬਚਣਾ ਚਾਹੁੰਦੇ ਹਾਂ। ਔਰ ਸਾਨੂੰ ਫਿਰ ਇਹ ਜਿਹੜੀਆਂ ਵੈਕਸੀਨ ਦੀ ਗੱਲ ਹੈਗੀ ਹੈ ਜਾਂ ਇੱਕ ਚੋਰ ਬਾਜ਼ਾਰੀ ਹੋ ਰਹੀ ਹੈ ਦਵਾਈਆਂ ਵਾਲੇ ਖਾਤੇ 'ਚ ਜਾਂ ਆਕਸੀਜਨ ਨਾਲ, ਇਹਦੇ ਸਾਰੇ ਤੋਂ ਆਪਾਂ ਬਚ ਸਕਦੇ ਹਾਂ ਜੇ ਆਪਾਂ ਇੰਨੀਆਂ ਕੁ ਗੱਲਾਂ ਦਾ ਖਿਆਲ ਰੱਖੀਏ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਫਿਰ ਕਦੇ ਹੋਰ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ, ਇਹ ਸਨ ਡਾਕਟਰ ਦਲੇਰ ਸਿੰਘ ਮਲਤਾਨੀ ਜਿਨ੍ਹਾਂ ਦੇ ਵੱਲੋਂ ਕੋਵਿਡ ਮਹਾਮਾਰੀ ਨੂੰ ਲੈ ਕੇ ਕਾਫੀ ਸਾਰੀਆਂ ਗੱਲਾਂ ਦੱਸ ਦਿੱਤੀਆਂ ਗਈਆਂ ਨੇ। ਉਹਨਾਂ ਦੇ ਬਚਾਅ ਕੀ ਹੋਣੇ ਚਾਹੀਦੇ ਨੇ ਉਸ ਬਾਰੇ ਵੀ ਦੱਸਿਆ ਗਿਆ ਔਰ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਣੇ ਹੋਏ ਆ ਉਸ ਦੀ ਵੀ ਬਾਖੂਬੀ ਜਾਣਕਾਰੀ ਦਿੱਤੀ ਗਈ ਹੈ। ਇਸ ਕਰਕੇ ਹੁਣ ਅਸੀਂ ਵੀ ਅਪੀਲ ਲੋਕਾਂ ਨੂੰ ਕਰਦੇ ਹਾਂ ਕਿ ਇਸ ਸਭ ਤੋਂ ਬਚਾਅ ਸਭ ਤੋਂ ਪਹਿਲਾਂ ਆਪਾਂ ਖੁਦ ਰੱਖਣਾ, ਬਾਅਦ ਦੇ ਵਿੱਚ ਜੇਕਰ ਸਰਕਾਰੀ ਸਹੂਲਤਾਂ ਦੀ ਆਪਾਂ ਨੂੰ ਲੋੜ ਪੈਂਦੀ ਹੈ ਤਾਂ ਫਿਰ ਉੱਥੋਂ ਤੱਕ ਪਹੁੰਚਿਆ ਜਾਏ। ਇਸ ਕਰਕੇ ਬਚਾਅ ਰੱਖੋ, ਸੁਚੇਤ ਰਹੋ, ਸੇਫ ਰਹੋ ਔਰ ਜ਼ਿੰਦਗੀ ਨੂੰ ਜਿਹੜਾ ਉਹ ਸੁਰੱਖਿਅਤ ਰੱਖੋ, ਆਪਣਿਆਂ ਨੂੰ ਸੁਰੱਖਿਅਤ ਰੱਖਿਓ। ਧੰਨਵਾਦ, ਸਤਿ ਸ਼੍ਰੀ ਅਕਾਲ।